ਹੈ ਭੀ ਸਚ ਨਾਨਕ ਹੋਸੀ ਭੀ ਸਚ। ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਗੁਰ ਹਿਰਦੇ ਧਿਆਵਾਂ ਜੀ ਹਿਰਦੇ ਧਿਆਵਾਂ। ਸ੍ਰੀ ਗੁਰ ਰਾਮਦਾਸ ਗੁਣ ਗਾਵਾਂ। ਸ੍ਰੀ ਅਰਜਨ ਬਿਘਨ ਕੇ ਨਾਸ਼ਕ ਜੀ ਬਿਘਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ ਜੀ ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ੍ਰੀ ਗੁਰ ਗੋਬਿੰਦ ਸਿੰਘ ਵਿਸਾਲਾ। ਤਰੋਂ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਓਦਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਪੁਨ ਇੱਕ ਦਿਨ ਤੈਸੇ ਚੜ੍ਹ ਛਾਹੂ। ਗੁਰੂ ਬੁਲਾਏ ਪਠ ਨਰ ਪਾਹੂ। ਹੁਤੋ ਪ੍ਰਭਾਤ ਸਮੋ ਹੋਏ ਤਿਆਰ। ਜੀਨ ਤੁਰੰਗ ਸਜ ਭੇ ਅਸਵਾਰ। ਪੁਨ ਇੱਕ ਦਿਨ ਤੈਸੇ ਚੜ੍ਹ ਛਾਹੂ। ਗੁਰੂ ਬੁਲਾਏ ਪਠ ਨਰ ਪਾਹੂ। ਹੁਤੋ ਪ੍ਰਭਾਤ ਸਮੋ ਹੋਏ ਤਿਆਰ। ਜੀਨ ਤੁਰੰਗ ਸਜ ਭੇ ਅਸਵਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਦਇਆ ਨਿਧ ਕਿਰਪਾ ਮਿਹਰਾਮਤਾਂ ਦੇ ਸਾਗਰ ਗੁਰੂ ਗਰੀਬ ਨਿਵਾਜ ਹਾਜ਼ਰਾ ਹਜੂਰ ਜਹਰਾ ਜਹੂਰ ਨੇਚਲ ਚੌਰ ਛਤਰ ਤਖਤ ਦੇ ਮਾਲਕ 10 ਪਾਤਸ਼ਾਹੀਓਂ ਜੀ ਕੇ ਪਾਵਨ ਪਵਿੱਤਰ ਜੋਤ ਸਰੂਪ
ਧੰਨ ਧੰਨ ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਸਜ ਰਹੇ ਸੰਧਿਆ ਦੇ ਪਾਵਨ ਪਵਿੱਤਰ ਦੀਵਾਨ ਅੰਦਰ ਗਰੀਬ ਨਵਾਜ ਦੇ ਖੁੱਲੇ ਦਰਸ਼ਨ ਦੀਦਾਰ ਕਰਨ ਦਾ ਸੁਭਾਗ ਰੋਜ਼ ਦੀ ਤਰ੍ਹਾਂ ਪ੍ਰਾਪਤ ਹੋ ਰਿਹਾ ਹੈ। ਤਨ ਮਨ ਹੋਏ ਨਿਹਾਲ ਜਾ ਗੁਰ ਦੇਖਾ ਸਾਹਮਣੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਦਰੋਂ ਕਰੋਂ ਵਰਸਾਈ ਸਾਧ ਸੰਗਤ ਸਤ ਸੰਗਤ ਦੇ ਪਾਵਨ ਪਵਿੱਤਰ ਪਲਾਂ ਦਾ ਘੜੀਆਂ ਦਾ ਆਨੰਦ ਮਾਣਨ ਦਾ ਸੁਭਾਗ ਵਡਭਾਗਿਆਂ ਨੂੰ ਪ੍ਰਾਪਤ ਹੋ ਰਿਹਾ ਹੈ। ਜਿਨ ਕੇ ਭਾਗ ਵੱਡੇ ਹੈ ਭਾਈ ਤਿੰਨ ਸਾਧੂ ਸੰਗ ਮੁਖ ਜੁਰੇ। ਲੜੀਵਾਰ ਰੂਪ ਅੰਦਰ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਅੰਮ੍ਰਿਤ ਰੂਪ ਗਾਥਾ ਆਪ ਸਰਬੱਤ ਨਗਰ ਨਿਵਾਸੀ ਸੰਗਤਾਂ ਬਹੁਤ ਪ੍ਰੇਮ ਸ਼ਰਧਾ ਸਤਿਕਾਰ ਦੇ ਨਾਲ ਕੰਮਾਂ ਕਾਰਾਂ ਨੂੰ ਸੰਕੋਚਦੇ ਹੋਏ ਬੜੇ ਨੇਮ ਦੇ ਨਾਲ ਸਾਧ ਸੰਗਤ ਦੀਆਂ ਹਾਜ਼ਰੀਆਂ ਭਰ ਕੇ ਸ਼ਰਵਣ ਕਰ ਰਹੇ ਹੋ। ਜਥਾ ਪ੍ਰਸੰਗ ਸਾਧ ਸੰਗਤ ਕੱਲ ਦੇ ਦੀਵਾਨ ਵਿੱਚ ਆਪਾਂ ਸ਼ਰਵਣ ਕੀਤਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜਿਨ੍ਹਾਂ ਨੇ ਦਿੱਲੀ ਦੀ ਪਾਵਨ ਪਵਿੱਤਰ ਧਰਤ ਨੂੰ ਭਾਗ ਲਾ ਕਰਕੇ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ ਦੀਆਂ ਬੜੀਆਂ ਮਿਹਰਾਮਤਾਂ ਦਾਤਾਂ ਬਖਸ਼ਿਸ਼ ਕੀਤੀਆਂ। ਬੇਅੰਤ ਸੰਗਤਾਂ ਸੱਚੇ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਦੀਦਾਰ ਕਰਦੀਆਂ ਨੇਤਰਾਂ ਨੂੰ ਸਫਲ ਕਰਦੀਆਂ ਤੇ ਮਨ ਦੀਆਂ ਮਨੋਕਾਮਨਾਵਾਂ ਭਾਵਨਾਵਾਂ ਹਜ਼ੂਰ ਦੇ ਪਾਵਨ ਪਵਿੱਤਰ ਦਰਸ਼ਨ ਕਰਨ ਮਾਤਰ ਸਰਬੱਤ ਦੀਆਂ ਪੂਰੀਆਂ ਹੋ ਰਹੀਆਂ ਹਨ। ਰੋਜ਼ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਬਾਦਸ਼ਾਹ ਜਹਾਂਗੀਰ ਹਜ਼ੂਰ ਨੂੰ ਕਦੀ ਮਹਿਲ ਬੁਲਾਉਂਦਾ ਹੈ, ਕਦੀ ਹਜ਼ੂਰ ਦੇ ਦਰਸ਼ਨ ਕਰਨ ਵਾਸਤੇ ਮਜਨੂ ਟਿੱਲੇ ਦੇ ਸਥਾਨ 'ਤੇ ਪਹੁੰਚਦਾ ਹੈ। ਬੜਾ ਸਮਾਂ ਇਸ ਤਰ੍ਹਾਂ ਬਤੀਤ ਹੁੰਦਾ ਗਿਆ। ਰੋਜ਼ ਮਹਾਰਾਜ ਸੱਚੇ ਪਾਤਸ਼ਾਹ ਜੀ ਸ਼ਿਕਾਰ ਚੜ੍ਹਦੇ ਹੈ। ਬਾਦਸ਼ਾਹ ਜਹਾਂਗੀਰ ਦਿਨ ਪ੍ਰਾਤ ਦਿਨ ਮਹਾਰਾਜ 'ਤੇ ਸ਼ਰਧਾ ਰੱਖਦਾ ਹੋਇਆ ਸੱਚੇ ਪਾਤਸ਼ਾਹ ਗਰੀਬ ਨਵਾਜ ਦੇ ਨਾਲ ਸ਼ਿਕਾਰ ਖੇਡਣ ਵਾਸਤੇ ਜੰਗਲ ਨੂੰ ਚੜ੍ਹਦਾ ਹੈ। ਪਰ ਕਿਸੇ ਦੇ ਕਹਿਣ 'ਤੇ ਇਹਦੇ ਮਨ ਵਿੱਚ ਇੱਕ ਸ਼ੰਕਾ ਆਇਆ। ਉਹ ਇਸ ਲਈ ਕਿਉਂਕਿ ਹਉਮੈ ਦੀਰਘ ਰੋਗ ਹੈ। ਤੋ ਪਾਤਸ਼ਾਹ ਮਹਾਰਾਜ ਦਾ ਫਰਮਾਨ ਹੈ ਹੰਕਾਰ ਜਿਹੜਾ ਹੈ ਇਹੋ ਜਿਹਾ ਰੋਗ ਜਿਹੜਾ ਸਾਰਿਆਂ ਤੋਂ ਲੰਮਾ ਚੱਲਣ ਵਾਲਾ ਛੇਤੀ ਖਹਿੜਾ ਨਹੀਂ ਛੱਡਦਾ। ਭਾਵੇਂ ਬਾਦਸ਼ਾਹ ਮਹਾਰਾਜ ਦੇ ਚਰਨਾਂ 'ਤੇ ਸ਼ਰਧਾ ਰੱਖਦਾ। ਪਰ ਇੱਕ ਸਿੱਖ ਨੇ ਇੱਕ ਦਿਨ ਮਹਾਰਾਜ ਦੇ ਅੱਗੇ ਅਰਦਾਸ ਕੀਤੀ ਜਿਸ ਵਿੱਚ ਉਹਨੇ ਲਫ਼ਜ਼ ਵਰਤੇ ਸੱਚੇ ਪਾਤਸ਼ਾਹ ਹੇ ਸੱਚੇ ਪਾਤਸ਼ਾਹ ਆ ਮੇਰੀ ਤੁਹਾਡੇ ਚਰਨਾਂ ਵਿੱਚ ਬੇਨਤੀ ਮੇਰੀ ਆਸਾ ਮਨਸਾ ਪੂਰੀ ਕਰੋ ਜੀ। ਬਾਦਸ਼ਾਹ ਜਹਾਂਗੀਰ ਵੀ ਉਸ ਸਮੇਂ ਪਾਸ ਸੀ ਕਿਉਂਕਿ ਮਹਾਰਾਜ ਨੂੰ ਨਾਲ ਲੈ ਕੇ ਇਹ ਆਗਰੇ ਗਿਆ ਹੋਇਆ ਹੈ ਅਤੇ ਮਹਾਰਾਜ ਨੇ ਲਾਲ ਬਾਗ ਵਿੱਚ ਜਿੱਥੇ ਹੁਣ ਸਥਾਨ ਹੈ ਇੱਥੇ ਉਤਾਰਾ ਕੀਤਾ। ਤੋ ਇਹ ਸਿੱਖ ਦੇ ਮੂੰਹ ਸੱਚੇ ਪਾਤਸ਼ਾਹ ਦਾ ਮਹਾਨ ਲਕਬ ਸੁਣ ਕੇ ਮਹਾਰਾਜ ਦੇ ਪਰਥਾਏ। ਬਾਦਸ਼ਾਹ ਨੇ ਮਨ ਵਿੱਚ ਸ਼ੰਕਾ ਕੀਤਾ ਵੀ ਸਾਰੇ ਹਿੰਦੁਸਤਾਨ ਦਾ ਮਾਲਕ ਮੈਂ ਹਾਂ, ਮੈਨੂੰ ਕਦੇ ਕਿਸੇ ਨੇ ਸੱਚੇ ਪਾਤਸ਼ਾਹ ਨਹੀਂ ਆਖਿਆ ਅਤੇ ਮੇਥੋਂ ਬੜੀ ਥੋੜ੍ਹੀ ਉਮਰ ਦੇ ਅੱਧੀ ਤੋਂ ਵੀ ਘੱਟ ਉਮਰ ਦੇ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਲਕਬ ਇਹਨਾਂ ਨੂੰ ਸਿੱਖ ਸੰਗਤਾਂ ਵਰਤਦੀਆਂ ਹਨ। ਇਹਨਾਂ ਵਿੱਚ ਇਹੋ ਜਿਹਾ ਕੀ ਹੈ ਜੋ ਇਹਨਾਂ ਨੂੰ ਸੱਚੇ ਪਾਤਸ਼ਾਹ ਸੰਸਾਰ ਕਹਿੰਦਾ ਹੈ। ਪਹਿਲੇ ਗੁਰੂ ਸਾਹਿਬਾਨਾਂ ਵਾਂਗੂ ਇਹਨੂੰ ਗੁਰੂ ਸਾਹਿਬ ਕਹਾਉਣਾ ਚਾਹੀਦਾ ਹੈ। ਸੱਚੇ ਪਾਤਸ਼ਾਹ ਕਹਾਉਣ ਦਾ ਕੋਈ ਬਹੁਤਾ ਮਤਲਬ ਪ੍ਰਤੱਖ ਸਿੱਧ ਨਹੀਂ ਹੁੰਦਾ ਹੈ। ਤੋ ਗੁਰੂ ਹਰਗੋਬਿੰਦ ਸਾਹਿਬ ਜੀ ਜਾਣ ਗਏ ਸਨ। ਬਾਦਸ਼ਾਹ ਨੇ ਇੱਕ ਦਿਨ ਪੁੱਛਿਆ ਵੀ ਸ਼ਿਕਾਰ ਖੇਡਦਿਆਂ ਵੀ ਤੁਹਾਨੂੰ ਸੰਗਤ ਸਿੱਖ ਸੱਚੇ ਪਾਤਸ਼ਾਹ ਕਹਿੰਦੇ ਆ ਪਰ ਪਹਿਲੇ 5 ਪਾਤਸ਼ਾਹ ਤਾਂ ਇਹ ਨਹੀਂ ਲਕਬ ਕਹਾਉਂਦੇ ਰਹੇ ਅਤੇ ਤੁਸੀਂ ਇਹ ਨਵੀਆਂ ਰੀਤਾਂ ਪਾ ਰਹੇ ਹੋ। ਤੋ ਮਹਾਰਾਜ ਨੇ ਆਖਿਆ ਕਿ ਬਾਦਸ਼ਾਹ ਵੀ ਸਾਡੇ ਮਨ 'ਚ ਤਾਂ ਇੱਦਾਂ ਦਾ ਕੋਈ ਵਿਚਾਰ ਨਹੀਂ, ਅਸੀਂ ਕਦੇ ਕਿਸੇ ਨੂੰ ਨਹੀਂ ਆਖਿਆ ਵੀ ਸਾਨੂੰ ਕੋਈ ਸੱਚੇ ਪਾਤਸ਼ਾਹ ਆਖੇ।
ਸੰਗਤਾਂ ਦੀ ਸ਼ਰਧਾ ਹੈ, ਜਿਵੇਂ ਉਹਨਾਂ ਨੂੰ ਪਾਉਂਦਾ ਕਰ ਲੈਂਦੀਆਂ ਹਨ। ਪਰ ਬਾਦਸ਼ਾਹ ਦੀ ਤਸੱਲੀ ਨਾ ਹੋਈ। ਉਂਝ ਮਹਾਰਾਜ ਵੀ ਜਾਣ ਗਏ ਵੀ ਇਹ ਬਾਦਸ਼ਾਹ ਦੇ ਮਨ ਵਿੱਚ ਅਜੇ ਸ਼ੰਕਾ ਬਣਿਆ ਹੋਇਆ। ਇੱਕ ਦਿਨ ਸ਼ਿਕਾਰ ਖੇਡਣ ਤੋਂ ਬਾਅਦ ਦੁਪਹਿਰ ਧੁੱਪ ਲੱਗੀ। ਬਰਾਜਣ ਵਾਸਤੇ ਕਿਤੇ ਸੰਘਣੀ ਛਾਵੇਂ ਰੁੱਖਾਂ ਹੇਠ ਤੰਬੂ ਲਾਏ ਗਏ। ਇੱਕ ਤਰਫ ਬਾਦਸ਼ਾਹ ਜਹਾਂਗੀਰ ਨੇ ਤੰਬੂ ਲਾਇਆ ਹੈ, ਦੂਸਰੀ ਤਰਫ ਥੋੜ੍ਹੀ ਵਿੱਥੀ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਤੰਬੂ ਲੱਗਿਆ ਹੋਇਆ। ਦੁਪਹਿਰਾ ਬਤੀਤ ਕਰ ਰਹੇ ਸਨਗੇ। ਇੱਥੇ ਕੋਈ ਘਾਈ ਘਾਹ ਖੋਤਦਾ, ਜਿਹਦੇ ਮਨ ਵਿੱਚ ਬੜੇ ਚਿਰ ਦੀ ਇਹ ਇੱਛਾ ਸ਼ਰਧਾ ਹੈ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਮੈਂ ਦਰਸ਼ਨ ਕਰਾਂ। ਤੇ ਮਹਾਰਾਜ ਦੇ ਦਰਸ਼ਨੀ ਭੇਟਾ ਵਾਸਤੇ ਇੱਕ ਟਕਾ ਜਿਹੜਾ ਉਹ ਜੇਬ ਵਿੱਚ ਰੱਖਿਆ ਕਰਦਾ। ਇਹਨੂੰ ਪਤਾ ਲੱਗਿਆ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਪਾਸੇ ਆਏ ਹੋਏ ਹਨਗੇ। ਬੜਾ ਦੌੜਿਆ ਹੋਇਆ ਪਹੁੰਚਿਆ। ਫੌਜਦਾਰਾਂ ਤੋਂ ਪੁੱਛਿਆ ਵੀ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨੇ ਆ। ਫੌਜਦਾਰਾਂ ਸੋਚਿਆ ਵੀ ਸ਼ਾਇਦ ਜਹਾਂਗੀਰ ਦੇ ਦਰਸ਼ਨ ਕਰਕੇ, ਬਾਦਸ਼ਾਹ ਦੇ ਦਰਸ਼ਨ ਕਰਕੇ ਇਹ ਇਸ ਤਰ੍ਹਾਂ ਕਹਿੰਦਾ ਕੋਈ ਕੰਮ ਹੋਣਾ ਸੰਸਾਰੀ। ਤੇ ਉਹਨਾਂ ਹੱਥ ਕਰ ਦਿੱਤਾ ਬਾਦਸ਼ਾਹ ਵੱਲ। ਬਾਦਸ਼ਾਹ ਜਹਾਂਗੀਰ ਦੇ ਪਾਸ ਪਹੁੰਚਿਆ, ਇੱਕ ਟਕਾ ਰੱਖਿਆ ਚਰਨਾਂ 'ਚ ਤੇ ਮੱਥਾ ਟੇਕਿਆ, ਕਿਉਂਕਿ ਇਹਨੇ ਗੁਰੂ ਹਰਗੋਬਿੰਦ ਸਾਹਿਬ ਦੇ ਕਦੇ ਦਰਸ਼ਨ ਨਹੀਂ ਸਨਗੇ ਕੀਤੇ। ਇਸ ਤਰ੍ਹਾਂ ਹੱਥ ਜੋੜ ਕੇ ਖੜਾ ਹੋਇਆ, ਇਹ ਸੱਚੇ ਪਾਤਸ਼ਾਹ ਮੇਰੀ ਇੱਕ ਅਰਦਾਸ ਹੈ ਤੁਹਾਡੇ ਅੱਗੇ। ਉਹ ਅਰਦਾਸ ਇਹ ਹੈ ਵੀ ਸੰਸਾਰ ਦੇ ਵਿੱਚ ਮੈਨੂੰ ਕੋਈ ਸੁੱਖ ਨਹੀਂ ਚਾਹੀਦਾ, ਪਰ ਪਰਲੋਕ ਵਿੱਚ ਅੰਤਲੇ ਸਮੇਂ ਮੇਰੀ ਬਾਂਹ ਫੜ ਲੈਣੀ, ਮਹਾਰਾਜ ਦਇਆ ਕਰਨੀ ਮੇਰੇ 'ਤੇ। ਹੁਣ ਬਾਦਸ਼ਾਹ ਜਹਾਂਗੀਰ ਬੜਾ ਹੈਰਾਨ ਹੋਇਆ, ਸੰਸ਼ੇ ਵਿੱਚ ਪੈ ਗਿਆ ਤੇ ਇਹ ਜਾਣ ਗਿਆ ਉਸ ਤਰ੍ਹਾਂ ਵੀ ਇਹ ਗੁਰੂ ਹਰਗੋਬਿੰਦ ਸਾਹਿਬ ਜਾਣ ਕੇ ਮੈਨੂੰ ਮੱਥਾ ਟੇਕਦਾ, ਕਿਉਂਕਿ ਮੈਨੂੰ ਕਦੇ ਕਿਸੇ ਨੇ ਸਲਾਮ ਜ਼ਰੂਰ ਕੀਤੀ ਪਰ ਇੰਨਾ ਚਰਨਾਂ 'ਤੇ ਮੱਥਾ ਨਹੀਂ ਟੇਕਿਆ ਕਦੇ। ਤੇ ਫਿਰ ਇਹ ਬਾਦਸ਼ਾਹ ਜਹਾਂਗੀਰ ਕਹਿੰਦਾ ਕਿ ਭਾਈ ਮੈਂ ਤੇਰੀ ਇਸ ਲੋਕ ਵਿੱਚ ਕੋਈ ਰੱਖਿਆ ਕਰਨੀ ਤੇ ਦੱਸ, ਕੋਈ ਤੰਗ ਕਰਦਾ, ਕੋਈ ਅਹੁਦਾ ਦੇ ਦੇਵਾਂ, ਕੋਈ ਜਗੀਰ ਦੇ ਦੇਵਾਂ, ਪਰ ਪਰਲੋਕ ਵਿੱਚ ਰੱਖਿਆ ਕਰਨ ਦੇ ਮੈਂ ਸਮਰੱਥ ਨਹੀਂ ਹਾਂ। ਉੱਥੇ ਮੇਰੇ ਕੋਈ ਵਾਹ ਵਾਸਤਾ ਨਹੀਂ ਚੱਲਦਾ, ਵਸ ਨਹੀਂ ਚੱਲਦਾ। ਤੇ ਨਾਲ ਹੀ ਇਹ ਕਹਿ ਦਿੱਤਾ ਵੀ ਉਹ ਤਾਂ ਗੁਰੂ ਹਰਗੋਬਿੰਦ ਸਾਹਿਬ ਹੈ, ਉਹ ਪਰਲੋਕ ਵਿੱਚ ਜ਼ਰੂਰ ਤੇਰੀ ਰੱਖਿਆ ਕਰ ਸਕਦੇ ਆ। ਸੁਣ ਕੇ ਉਹ ਘਾਈ ਨੇ ਜਦ ਹੀ ਟਕਾ ਜਿਹਾ ਚੁੱਕ ਕੇ ਜੇਬ ਵਿੱਚ ਪਾ ਲੈਣਾ ਕੀਤਾ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਪਹੁੰਚਿਆ ਸੀ। ਉੱਥੇ ਜਾ ਕਰਕੇ ਮਹਾਰਾਜ ਦੇ ਚਰਨੀ ਫਿਰ ਮੱਥਾ ਟੇਕਿਆ, ਟਕਾ ਹੱਥ ਜੋੜ ਕੇ ਅਰਦਾਸ ਕੀਤੀ, ਮਹਾਰਾਜ ਲੋਕ ਵਿੱਚ ਬੜੇ ਸੁੱਖ ਦਿੱਤੇ ਆ, ਅਗਾਂਹ ਪਰਲੋਕ ਵਿੱਚ ਵੀ ਮੇਰੀ ਰੱਖਿਆ ਕਰਨੀ। ਇੱਛਾ ਇੱਕੋ ਹੀ ਹੈ ਵੀ ਜਦੋਂ ਆਖਰੀ ਸਮਾਂ ਹੋਵੇ ਤੁਹਾਡੇ ਦਰਸ਼ਨ ਹੋਣ ਤੇ ਜਮਾਂ ਦੀ ਮਾਰ ਤੋਂ ਬਚਾ ਲਓ, ਆਪਣੇ ਚਰਨਾਂ ਦਾ ਨਿਵਾਸ ਬਖਸ਼ਣਾ। ਹਜ਼ੂਰ ਸੁਣ ਕੇ ਬੜੇ ਪ੍ਰਸੰਨ ਹੋਏ, ਕਿਉਂਕਿ ਅੰਦਰੋਂ ਰੱਜਿਆ ਹੋਇਆ ਸਿੱਖ ਮਹਾਰਾਜ ਨੇ ਵੇਖਿਆ ਤੇ ਮਹਾਰਾਜ ਨੇ ਕਿਰਤ ਕਰੋ ਤੇ ਨਾਮ ਜਪੋ ਦਾ ਉਪਦੇਸ਼ ਦਿੱਤਾ। ਵਾਹਿਗੁਰੂ ਵਾਹਿਗੁਰੂ ਸਿਮਰਨ ਕਰਿਆ ਕਰ, 10 ਨੋਹਾਂ ਦੀ ਕਿਰਤ ਕਰਕੇ ਪ੍ਰਸ਼ਾਦਾ ਛਕਣਾ, ਚਾਹੇ ਥੋੜ੍ਹਾ ਛਕ ਲਈ। ਉਹ ਇਸ ਤਰ੍ਹਾਂ ਮਹਾਰਾਜ ਨੇ ਉਪਦੇਸ਼ ਦਿੱਤਾ ਤੇ ਘਾਈ ਨੂੰ ਮਹਾਰਾਜ ਨੇ ਨਦਰੋ ਨਦਰ ਨਿਹਾਲ ਕੀਤਾ। ਇਹ ਪ੍ਰਸੰਗ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸੁਣਿਆ। ਬਾਦਸ਼ਾਹ ਜਹਾਂਗੀਰ ਬਹੁਤ ਖੁਸ਼ ਹੁੰਦਾ ਹੈ ਤੇ ਆਪਣੇ ਸ਼ੰਕੇ ਤੇ ਸ਼ਰਮਿੰਦਾ ਹੁੰਦਾ ਹੈ ਵੀ ਮੈਂ ਇਹਨਾਂ 'ਤੇ ਸ਼ੰਕਾ ਕੀਤਾ। ਹੁਣ ਪਤਾ ਲੱਗਿਆ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਸੱਚੇ ਪਾਤਸ਼ਾਹ ਤਾਂ ਆਖਦੇ ਹੈ, ਸੰਸਾਰ ਦੇ ਬਾਦਸ਼ਾਹ ਤਾਂ ਇਕੱਲੇ ਇਸ ਸੰਸਾਰ ਵਿੱਚ ਰੱਖਿਆ ਕਰਦੇ ਆਪਦਿਆਂ ਦੀ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਲੋਕ ਵਿੱਚ ਵੀ ਰੱਖਿਆ ਕਰਦੇ ਹੈ ਤੇ ਪਰਲੋਕ ਵਿੱਚ ਵੀ ਬਾਂਹ ਫੜਦੇ ਹਨ। ਤੋ ਇਸ ਤਰ੍ਹਾਂ ਮਹਾਰਾਜ ਦੇ ਕੌਤਕ ਆਪਾਂ ਜੀਵਨ ਦੇ ਕੁਝ ਕੱਲ੍ਹ ਸਰਵਣ ਕੀਤੇ। ਅੱਗੇ ਜਿਵੇਂ ਸੱਚੇ ਪਾਤਸ਼ਾਹ ਮਹਾਰਾਜ ਜੀ, ਇੱਕ ਬੀਬੀ ਜਿਹਦਾ ਵਿਆਹ ਕਿਸੇ ਅਸਿੱਖ ਦੇ ਮਨਮਤੀ ਦੇ ਘਰ ਹੋਇਆ ਸੀ, ਉਹ ਰੋਜ਼ ਅਰਦਾਸ ਕਰਦੀ ਹੈ ਵੀ ਮੈਨੂੰ ਆਗਰੇ ਆ ਕੇ ਮਹਾਰਾਜ ਦਰਸ਼ਨ ਦਿਓ, ਕਿਉਂਕਿ ਮੇਰਾ ਘਰ ਵਾਲਾ ਅਤੇ ਸਹੁਰਾ ਪਰਿਵਾਰ ਮੈਨੂੰ ਤੁਹਾਡੇ ਦਰਸ਼ਨਾਂ ਦੀ ਆਗਿਆ ਨਹੀਂ ਦਿੰਦੇ, ਉਹਨਾਂ ਦੀ ਕੋਈ ਸ਼ਰਧਾ ਨਹੀਂ ਤੁਹਾਡੇ ਘਰ ਦੇ ਨਾਲ। ਮਹਾਰਾਜ ਫਿਰ ਸਾਧ ਸੰਗਤ ਜੀ ਇਹ ਮਾਈ ਦੀ ਭਾਵਨਾ ਨੂੰ ਭਾਗ ਲਾਇਆ ਸਤਿਗੁਰਾਂ ਨੇ। ਇਸ ਬੀਬੀ ਨੂੰ ਦਰਸ਼ਨ ਬਖਸ਼ਿਸ਼ ਕਰਕੇ ਮਹਾਰਾਜ ਨੇ ਨਦਰੋ ਨਦਰ ਨਿਹਾਲ ਕੀਤਾ। ਇਸ ਤਰ੍ਹਾਂ ਦੇ ਪ੍ਰਸੰਗ, ਕੁਝ ਚੰਦੂ ਦੀਆਂ ਚਲਾਕੀਆਂ ਜਿਹੜੀਆਂ ਅੱਗੇ ਜਿਵੇਂ ਵਿਉਂਤਬੰਦੀ ਕਰਕੇ ਮਹਾਰਾਜ ਨੂੰ ਗਵਾਲੀਅਰ ਵਿੱਚ ਕੈਦ ਕਰਾਉਣ ਦੀ ਨੀਤੀ ਘੜਦਾ ਹੈ, ਉਹ ਪ੍ਰਸੰਗ ਆਵੇਗਾ। ਚਿੱਤ ਬਿਰਤੀ ਇਕਾਗਰ ਕਰੀਏ ਜੀ।
ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਹਿਰਦੇ ਵਸਾਓ। ਰਸਨਾ ਕਰੋ ਜੀ ਪਵਿੱਤਰ, ਆਖਣਾ ਜੀ ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਪੁਨ ਇੱਕ ਦਿਨ ਤੈਸੇ ਚੜ੍ਹ ਸ਼ਾਹੂ। ਤੋ ਕਵੀ ਰਾਜ ਕਵੀ ਸੰਤੋਖ ਸਿੰਘ ਸਾਹਿਬ ਜੀ ਅੱਗੇ ਪ੍ਰਸੰਗ ਤੋਰਦੇ ਦੱਸਦੇ ਆ ਵੀ ਮਹਾਰਾਜ ਨੇ ਉਕਾਈ ਦੀ ਭਾਵਨਾ ਨੂੰ ਭਾਗ ਲਾਇਆ, ਨਦਰੋਂ ਨਦਰ ਨਿਹਾਲ ਕੀਤਾ। ਸ਼ਿਕਾਰ ਖੇਡ ਕੇ ਮਹਾਰਾਜ ਵਾਪਸ ਇੱਥੇ ਲਾਲ ਬਾਗ ਆ ਗਏ ਤੇ ਬਾਦਸ਼ਾਹ ਆਪਣੇ ਮਹਿਲੀਂ ਇੱਥੇ ਆਗਰੇ ਰਹਿ ਲਿਆ। ਕੁਝ ਦਿਨ ਬਤੀਤ ਹੋਏ ਹੈ ਤੋ ਇੱਕ ਦਿਨ ਦੀ ਘਟਨਾ ਦਾ ਜ਼ਿਕਰ ਕਵੀ ਜੀ ਇਸ ਲਿਖਤ ਅੰਦਰ ਕਰ ਰਹੇ ਹੈ ਕਿ ਇੱਕ ਦਿਨ ਦੀ ਇਸ ਤਰ੍ਹਾਂ ਬਾਤ ਹੈ। ਗੁਰੂ ਬੁਲਾਏ ਪਠ ਨਰ ਪਾਹੂ। ਗੁਰੂ ਹਰਗੋਬਿੰਦ ਸਾਹਿਬ ਨੂੰ ਬਾਦਸ਼ਾਹ ਜਹਾਂਗੀਰ ਨੇ ਆਪਦੇ ਪਾਸ ਬੁਲਾਇਆ ਹੈ। ਉਤੋ ਪ੍ਰਭਾਤ ਸਮੂਹ ਹੋਏ ਤਿਆਰ। ਤੇ ਅੰਮ੍ਰਿਤ ਵੇਲਾ ਸੀ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵੀ ਤਿਆਰ ਬਰ ਤਿਆਰ ਸਨਗੇ। ਤੇ ਬਾਦਸ਼ਾਹ ਜਹਾਂਗੀਰ ਨੇ ਕੁਝ ਮਨੁੱਖ ਸੇਵਕ ਭੇਜ ਕੇ ਮਹਾਰਾਜ ਨੂੰ ਪਾਸ ਸੱਦਿਆ ਹੈ। ਜੀਨ ਤੁਰੰਗ ਸਜ ਭੇ ਅਸਵਾਰ। ਹਜ਼ੂਰ ਘੋੜੇ ਤੇ ਕਾਠੀ ਪਾ ਕੇ ਤਿਆਰ ਬਰ ਤਿਆਰ ਹੋ ਕੇ ਸਜ ਬੈਠੇ ਐ, ਅਸਵਾਰ ਹੋ ਗਏ ਹਨ। ਨਗਰ ਆਗਰੇ ਇੱਕ ਘਰ ਮਾਹੀ। ਤੋ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਥਾਂ ਜਾਣਾ ਹੈ। ਆਗਰੇ ਦੇ ਵਿੱਚ ਹੀ ਕਵੀ ਜੀ ਕਹਿੰਦੇ ਇੱਕ ਮਾਈ ਹੈ ਸੀ। ਉਹ ਬੀਬੀ ਦਾ ਅੱਗੇ ਪ੍ਰਸੰਗ ਜਿਵੇਂ ਕਵੀ ਜੀ ਦੱਸਦੇ ਆ, ਸਿੱਖ ਕੀ ਸੁਤਾ ਅਸਿੱਖ ਕੇ ਵਿਆਹੀ। ਵੀ ਕਿਸੇ ਚੰਗੇ ਗੁਰਸਿੱਖ ਪਰਿਵਾਰ ਦੀ ਸਿੱਖ ਦੀ ਧੀ ਸੀ ਇਹ ਬੀਬੀ, ਪਰ ਉਹ ਕੋਈ ਸੰਜੋਗ ਸੀ ਵਿਚਾਰੀ ਦਾ, ਕਿਸੇ ਮਨਮੱਤੀ ਇਹਦੇ ਘਰੇ ਦਾ ਵਿਆਹ ਹੋ ਗਿਆ। ਜਿਵੇਂ ਚੰਦੂ ਦੀ ਨੂੰਹ ਦਾ ਚੰਦੂ ਕੇ ਘਰ ਹੋ ਗਿਆ ਸੀ ਰਿਸ਼ਤਾ, ਹੈ ਤਾਂ ਸਿੱਖ ਦੀ ਧੀ ਸੀ, ਤੋ ਹੈ ਕਿਸੇ ਚੰਗੇ ਗੁਰਮੁਖ ਸਿੱਖ ਦੀ ਧੀ, ਪਰ ਗੁਰਮੁਖਾਂ ਮਨਮੁਖਾਂ ਦੇ ਘਰੇ ਦਾ ਵਿਆਹ ਹੋ ਗਿਆ ਹੈ ਸੀ। ਗੁਰ ਦਰਸ਼ਨ ਕੋ ਚਾਹਤ ਰਹੈ। ਤੇ ਇਹਦੇ ਸਹੁਰੇ ਇੱਥੇ ਆਗਰੇ ਸਨ ਤੇ ਪੰਜਾਬ ਤੋਂ ਦੂਰ ਹੈ, ਤੇ ਸਦਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰਸ਼ਨਾਂ ਦੀ ਬੜੀ ਤਾਂਘ ਇਹ ਰੱਖਦੀ ਹੈ। ਪਤ ਸਸੁਰਾਰ ਨ ਆਏ ਸਲਹੈ। ਪਰ ਆਗਿਆ ਨਹੀਂ ਦਿੰਦਾ ਨਾ ਸਹੁਰਾ ਪਰਿਵਾਰ ਤੇ ਪਤੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ, ਕਿਉਂਕਿ ਭਾਵਨਾ ਹੋਵੇ, ਹੈ ਹੀ ਨਹੀਂ ਭਾਵਨਾ ਇਹਨਾਂ ਦੇ ਅੰਦਰ। ਜਦੋਂ ਤੇ ਭਾਵਨਾ ਹੈ ਕੋਈ ਨਹੀਂ, ਜਿਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਕੁਝ ਨਹੀਂ ਜਾਣਦੇ ਇਹ ਲੋਕ। ਤੇ ਇਹ ਜਦੋਂ ਕਹਿੰਦੀ ਵੀ ਮੈਂ ਦਰਸ਼ਨ ਕਰਨੇ ਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ, ਤੇ ਟਾਲ ਦਿੰਦੇ, ਕਹਿੰਦੇ ਕੀ ਲੈਣ ਜਾਣਾ, ਉੱਥੇ ਕੀ ਹੈ। ਜਿਵੇਂ ਕਈ ਅੱਜ ਦੇ ਸਮੇਂ ਵਿੱਚ ਵੀ ਵੇਖੀਦਾ ਹੈ, ਜਿਹੜਾ ਕੋਈ ਗੁਰੂ ਘਰ ਜਾਂਦਾ ਹੈ, ਕੋਈ ਜੇ ਛੋਟਾ ਬੱਚਾ ਜਾਵੇ ਗੁਰਬਾਣੀ ਪੜ੍ਹਨ ਸੰਥਿਆ ਕਰਨ, ਮਨਮੁਖ ਲੋਕ ਟੀਚਰਾਂ ਕਰਦੇ ਹੈ ਕਿ ਪਾਲੀ ਬਗਲੀ ਗਲ ਵਿੱਚ ਉਹਨੇ ਪਾਠੀ ਬਣੇਗਾ, ਇਸ ਤਰ੍ਹਾਂ ਦੇ ਵਿਚਾਰ ਕਰਦੇ ਹੈ। ਜੇ ਕੋਈ ਗੁਰਬਾਣੀ ਪੜ੍ਹਦਾ ਹੈ ਗੁਰੂ ਘਰ ਜਾ ਕੇ, ਜੇ ਕੋਈ ਘਰ ਦਾ ਸਾਧ ਸੰਗਤ ਜੀ ਵੇਖੋ, ਜੇ ਸੇਵਾ ਕੋਈ ਕਰਦੀ ਮਾਈ ਗੁਰੂ ਘਰ ਆ ਕਰਕੇ ਸੇਵਾ ਕਰਨ ਵਾਸਤੇ, ਉਹ ਫਿਰ ਗੱਲ ਇਹ ਹੈ ਵੀ ਕੁਝ ਨਾ ਕੁਝ ਤਾਂ ਤਿਆਗਣਾ ਪੈਂਦਾ ਹੈ। ਸੰਤ ਗਿਆਨੀ ਸੁੰਦਰ ਸਿੰਘ ਜੀ ਕਿਹਾ ਕਰਦੇ ਸੀ, ਕਹਿੰਦੇ ਜੇ ਕਿਸੇ ਕੋਲ 10 ਰੁਪਈਏ ਹੈ, ਸੰਤ ਗਿਆਨੀ ਸੁੰਦਰ ਸਿੰਘ ਜੀ ਪਿੰਡਰਾਂ ਵਾਲੇ, ਕਹਿੰਦੇ ਜੇ ਤੁਹਾਡੇ ਕੋਲ 10 ਰੁਪਈਏ ਹੈ ਤੇ ਤੁਸੀਂ ਆਖੋ ਵੀ ਆ ਬਹੁਤ ਗਰੀਬ ਹੈ, ਮੈਂ ਇਹਦੀ ਮਦਦ ਕਰਾਂ, ਇਹਦੇ ਕੋਲ ਵੀ 5 ਹੋਣੇ ਚਾਹੀਦੇ ਹੈ, ਤੇ ਫਿਰ ਇਹ ਨਹੀਂ ਹੋ ਸਕਦਾ ਵੀ ਤੁਹਾਡੇ ਕੋਲ ਵੀ 10 ਰਹਿਣ ਤੇ ਉਹਦੇ ਕੋਲ ਵੀ 5 ਹੋਣ, ਉਹਦੇ 'ਚੋਂ 5 ਤੁਹਾਨੂੰ ਦੇਣੇ ਪੈਣਗੇ। ਇਸ ਤਰ੍ਹਾਂ ਸਾਧ ਸੰਗਤ ਜੀ ਸੇਵਾ ਹੈ ਵੀ ਘਰ ਦਾ ਕੰਮ ਤਾਂ ਛੱਡਣਾ ਹੀ ਪੈਂਦਾ ਜੇ ਸੇਵਾ ਕਰਨੀ ਹੈ। ਤਾਂ ਜੇ ਆਖੀ ਸਾਡੇ ਘਰ ਦੇ ਧੰਦੇ ਵੀ ਉਵੇਂ ਹੀ ਚੱਲਦੇ ਰਹਿਣ ਤੇ ਅਸੀਂ ਘਰ ਦਾ ਵੀ ਸਾਰਾ ਕਰੀਏ ਤੇ ਗੁਰੂ ਘਰ ਵੀ ਸੇਵਾ, ਤੋਂ 2 ਕੰਮ ਔਖੇ ਹੈ। ਚਲੋ ਹੋ ਸਾਰਾ ਕੁਝ ਹੀ ਜਾਂਦਾ, ਕਿਉਂਕਿ ਕਰਨ ਵਾਲਾ ਪਰਮੇਸ਼ਰ ਆਪ ਹੈ। ਉਹ ਮਨ ਦਾ ਭੁਲੇਖਾ ਜਿਹਾ ਬਣਿਆ ਹੁੰਦਾ ਵੀ ਸਾਰੇ ਸਾਰਾ ਕੰਮ, ਉਹ ਜਿਵੇਂ ਕੁੱਤਾ ਗੱਡੇ ਥੱਲੇ ਤੁਰਦਾ ਹੈ ਨਾ, ਉਹਨੂੰ ਭੁਲੇਖਾ ਹੁੰਦਾ ਵੀ ਖਰੇ ਗੱਡਾ ਮੈਂ ਹੀ ਧੱਕੀ ਲਿਜਾਨਾ, ਉਹ ਗੱਡਾ ਖਿੱਚਣ ਵਾਲਾ ਅੱਗੇ ਸਾਹਣ ਹੋਰ ਲੱਗਾ ਹੋਇਆ। ਇਸ ਤਰ੍ਹਾਂ ਸਾਨੂੰ ਐਂ ਲੱਗਦਾ ਵੀ ਇਹ ਘਰ ਵਾਲਾ ਗੱਡਾ ਅਸੀਂ ਧੂਈ ਫਿਰਦੇ ਹਾਂ, ਪਰ ਇਹ ਗੱਡਾ ਧੱਕਣ ਵਾਲਾ ਕੋਈ ਹੋਰ ਹੈ। ਸਾਨੂੰ ਕੁੱਤੇ ਵਾਂਗੂ ਭੁਲੇਖਾ ਪਿਆ ਹੋਇਆ ਥੱਲੇ ਤੁਰ ਤੁਰ ਕੇ। ਤੋ ਇਸ ਤਰ੍ਹਾਂ ਫਿਰ ਜੇ ਸੇਵਾ ਕਰਨੀ ਹੈ, ਕੋਈ ਕਥਾ ਦੀ ਹਾਜ਼ਰੀ, ਉਹਦੇ ਵਾਸਤੇ ਕੰਮਕਾਰ ਤਾਂ ਜਿਹੜੇ ਉਹ ਛੱਡਣੇ ਹੀ ਪੈਂਦੇ, ਤਿਆਗਣੇ ਪੈਂਦੇ ਆ, ਕਿਉਂਕਿ ਉਹਨਾਂ ਕੰਮਾਂ ਕਾਰਾਂ ਨੇ ਤੁਹਾਡਾ ਲੋਕ ਸਵਾਰਨਾ ਹੈ। ਪਰ ਗੁਰੂ ਹਰਗੋਬਿੰਦ ਸਾਹਿਬ ਜੀ ਲੋਕ ਵੀ ਸਵਾਰਦੇ ਨਾਲ ਪਰਲੋਕ ਵੀ ਸਵਾਰਦੇ। ਆਪਾਂ ਘਾਈ ਦਾ ਪ੍ਰਸੰਗ ਕੱਲ੍ਹ ਸੁਣਿਆ ਹੀ ਹੈ। ਇਹ ਬੀਬੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰਸ਼ਨਾਂ ਦੀ ਗੱਲ ਕਰਦੀ ਤੇ ਪਰਿਵਾਰ ਰੋਕ ਦਿੰਦਾ,
ਉਹਨਾਂ ਨੂੰ ਕੋਈ ਅਹਿਮੀਅਤ ਨਹੀਂ, ਮਹਾਰਾਜ ਦੇ ਦਰਸ਼ਨਾਂ ਦੇ ਪ੍ਰਤਾਪ ਬਾਰੇ ਕੋਈ ਗਿਆਨ ਨਹੀਂ ਹੈ। ਜਬ ਇਸ਼ਨਾਨ ਕਰਨ ਕਉ ਤੇ ਲਾਗਹਿ। ਫਿਰ ਬੇਵਸ ਹੈ, ਦਰਸ਼ਨ ਹੁੰਦੇ ਨਹੀਂ। ਤੋ ਇਹ ਬੀਬੀ ਕੀ ਕਰਦੀ ਆ? ਜਦੋਂ ਅੰਮ੍ਰਿਤ ਵੇਲੇ ਇਸ਼ਨਾਨ ਕਰਨ ਲੱਗਦੀ ਹੈ ਮੁਖ ਤੇ ਇਮ ਕਹਿ ਮਨ ਅਨੁਰਾਗਹਿ। ਤੇ ਇਸ਼ਨਾਨ ਕਰਨ ਲੱਗਿਆਂ ਰੋਜ਼ ਅੰਮ੍ਰਿਤ ਵੇਲੇ ਇਹ ਪ੍ਰੇਮ ਦੇ ਨਾਲ, ਅਨੁਰਾਗ ਦੇ ਨਾਲ, ਸ਼ਰਧਾ ਦੇ ਨਾਲ ਇਸ ਤਰ੍ਹਾਂ ਬਚਨ ਕਰਦੀ ਹੈ, ਅਰਦਾਸ ਕਰਦੀ ਹੈ ਸ੍ਰੀ ਗੁਰ ਸਾਚੇ ਜੇ ਕਰ ਅਹੈ। ਵੀ ਜੇ ਤਾਂ ਮੇਰਾ ਗੁਰੂ ਸੱਚਾ ਹੈ, ਜੇ ਤਾਂ ਮੇਰੇ ਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਵਾਕਿਆ ਹੀ ਪਰਮੇਸ਼ਰ ਹੈ ਤੇ ਸੱਚੇ ਪਾਤਸ਼ਾਹ ਹਨ। ਸਭ ਘਟ ਘਟ ਕੀ ਸੁਧ ਕੋ ਲਹੈ। ਹੇ ਗੁਰੂ ਹਰਗੋਬਿੰਦ ਸਾਹਿਬ ਜੀ, ਜੇ ਵਾਕਿਆ ਹੀ ਤੁਸੀਂ ਪਰਮੇਸ਼ਰ ਹੋ ਤੇ ਸਾਰਿਆਂ ਦੇ ਦਿਲਾਂ ਦਿਲਾਂ ਦੀ ਜਾਣਨ ਵਾਲੇ ਹੋ, ਤਾ ਮਮ ਆਸਾ ਪੂਰਨ ਕਰੀਐ। ਤੇ ਜੇ ਸੱਚੇ ਪਾਤਸ਼ਾਹ ਹੋਏ ਤੇ ਦਿਲ ਮੇਰੇ ਦੀ ਜਾਣ ਕੇ ਜ਼ਰੂਰ ਮੇਰੀ ਆਸਾ ਇੱਛਾ ਤੁਸੀਂ ਪੂਰੀ ਕਰੋਗੇ ਦਰਸ਼ਨਾਂ ਦੀ। ਆਪਣੇ ਦਰਸ਼ਨ ਇਹਾਂ ਦਿਖਰੀ ਵੀ ਮੇਰਾ ਸਹੁਰਾ ਪਰਿਵਾਰ ਮਨਮੁਖਾਂ ਦਾ, ਮੈਨੂੰ ਦਰਸ਼ਨ ਕਰਨ ਦੀ ਇਜਾਜ਼ਤ ਨਹੀਂ ਦਿੰਦੇ, ਪਰ ਜੇ ਤੁਸੀਂ ਵਾਕਈ ਹੀ ਸੱਚੇ ਪਾਤਸ਼ਾਹ ਅੰਤਰਜਾਮੀ ਹੋ, ਗਰੀਬ ਨਵਾਜ, ਤੇ ਇਸ ਤਤੜੀ ਨੂੰ ਭਾਗ ਲਾਓ ਮੇਰੀ ਇੱਛਾ ਨੂੰ, ਤੇ ਮੇਰੇ ਘਰ ਵਿੱਚ ਖੁਦ ਆ ਕੇ ਪਾਤਸ਼ਾਹ ਮਹਾਰਾਜ ਜੀ ਦਰਸ਼ਨ ਬਖਸ਼ ਦਿਓ। ਇਸ ਵਿਦ ਬੋਲਤ ਲੈ ਕਰ ਨੀਰ। ਇਸ ਤਰ੍ਹਾਂ ਇਸ਼ਨਾਨ ਕਰਨ ਤੋਂ ਪਹਿਲਾਂ ਉਹ ਜਲ ਹੱਥ ਵਿੱਚ ਫੜ ਕੇ ਅਰਦਾਸ ਕਰਦੀ ਹੈ ਤੇ ਫਿਰ ਇਸ਼ਨਾਨ ਕਰਦੀ ਹੈ। ਕਰਹਿ ਸਮਝਨ ਸੌਚ ਸਰੀਰ। ਫਿਰ ਸੌਚਾਚਾਰ ਸੋਧ ਕੇ ਜਿਹੜੀ ਸਰੀਰ ਦੀ ਕਿਰਿਆ ਤੇ ਇਸ਼ਨਾਨ ਕਰਦੀ ਹੈ ਬੀਬੀ। ਨਿਤ ਪ੍ਰਤ ਕਹਿਬੇ ਕੋ ਕਰ ਨੇਮ। ਤੋ ਇਸ ਤਰ੍ਹਾਂ ਇਹਨੂੰ ਬੜੇ ਵਰੇ ਹੋ ਗਏ ਹੈ, ਜਦੋਂ ਦੀ ਵਿਆਹੀ ਆਗਰੇ ਇਹਦਾ ਨੇਮ ਬਣਿਆ ਹੋਇਆ। ਅਰਦਾਸ ਕਰਦੀ ਹੈ ਇਸ਼ਨਾਨ ਕਰਨ ਲੱਗਿਆਂ ਵੀ ਮਹਾਰਾਜ ਜੇ ਪੂਰੇ ਗੁਰੂ ਸਤਿਗੁਰੂ ਤੇ ਮੈਨੂੰ ਇੱਥੇ ਆ ਕੇ ਦਰਸ਼ਨ ਦੇਣ। ਇਹ ਪੱਕਾ ਨੇਮ ਬਣਾਇਆ ਹੋਇਆ ਰੋਜ਼ ਦੀ ਇਸ ਬੀਬੀ ਦੀ ਅਰਦਾਸ ਹੈ। ਚਾਹਤ ਦਰਸ਼ਨ ਮਨ ਮਹਿ ਪ੍ਰੇਮ। ਬੜਾ ਪ੍ਰੇਮ ਹੈ ਮਹਾਰਾਜ ਦੇ ਦਰਸ਼ਨਾਂ ਦਾ, ਤੇ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨਾਂ ਦੀ ਬੜੀ ਤੀਬਰ ਇੱਛਾ ਰੱਖਦੀ ਹੈ। ਤਿਸ ਕੋ ਚਿਤਵਤ ਸਤਿਗੁਰ ਚਾਲੇ। ਤੇ ਹੁਣ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਤੋਂ ਕੀ ਛੁਪਿਆ, ਘਟ ਘਟ ਕੇ ਅੰਦਰ ਕੀ ਜਾਣਤ ਹਨਗੇ। ਸੱਚੇ ਪਾਤਸ਼ਾਹ ਜੀ ਦੀ ਚਿਤਵਣੀ ਨੂੰ, ਇਹਦੀ ਆਸਾ ਨੂੰ ਭਾਗ ਲਾਉਣ ਵਾਸਤੇ ਲਾਲ ਬਾਗ ਤੋਂ ਇੱਥੇ ਆਗਰੇ ਆਏ ਹੋਏ ਸੀ ਮਹਾਰਾਜ, ਪਰ ਇਹਨੂੰ ਕੋਈ ਪਤਾ ਨਹੀਂ ਮਹਾਰਾਜ ਆਗਰੇ ਆਏ ਹੋਏ ਹੈ। ਤੋ ਇਹ ਪਹਿਲਾਂ ਤੋਂ ਹੀ ਅਰਦਾਸ ਇਸ ਤਰ੍ਹਾਂ ਕਰਦੀ ਹੈ। ਤੋ ਗਰੀਬ ਨਵਾਜ ਇਹ ਬੀਬੀ ਦੀ ਇੱਛਾ ਨੂੰ ਭਾਗ ਲਾਉਣ ਵਾਸਤੇ ਇੱਥੇ ਆਗਰੇ ਆਏ ਬਹਾਨੇ ਦੇ ਨਾਲ। ਤੇ ਇਸ ਤੋਂ ਬਾਅਦ ਮਹਾਰਾਜ ਫਿਰ ਇੱਕ ਦਿਨ ਤੜਕੇ ਅੰਮ੍ਰਿਤ ਵੇਲੇ ਚੱਲੇ ਹਨ। ਕਰਤ ਨਿਬਾਹਣ ਬਿਰਦ ਵਿਸਾਲੇ। ਮਹਾਰਾਜ ਦਾ ਬਿਰਦ ਆ ਨਾ, ਵੀ ਜੋ ਯਾਦ ਕਰਦਾ ਗੁਰੂ ਅਰਜਨ ਦੇਵ ਮਹਾਰਾਜ ਨੇ ਇੱਕ ਵਾਰੀ ਸਾਧ ਸੰਗਤ ਜ਼ਿਕਰ ਕੀਤਾ ਸੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਮਹਾਰਾਜ ਲਾਹੌਰ ਚੱਲੇ ਸ਼ਹੀਦੀ ਦੇਣ ਵਾਸਤੇ, ਜਿੱਥੇ ਆਉਂਦਾ ਹੈ ਗੁਰੂ ਹਰਗੋਬਿੰਦ ਪ੍ਰਤ ਉਪਦੇਸ਼, ਉਸ ਪ੍ਰਸੰਗ 'ਚ ਜ਼ਿਕਰ ਆਉਂਦਾ ਹੈ। ਗੁਰੂ ਅਰਜਨ ਦੇਵ ਮਹਾਰਾਜ ਨੇ ਆਖਿਆ ਸੀ ਪੁੱਤਰ ਵੀ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਜਦੋਂ ਗੁਰਤਾ ਦੇ ਦਿੱਤੀ ਗੁਰੂ ਹਰਗੋਬਿੰਦ ਸਾਹਿਬ ਨੂੰ, ਮਹਾਰਾਜ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਖਿਆ ਵੀ ਗੁਰੂ ਨਾਨਕ ਪਾਤਸ਼ਾਹ ਦੇ ਘਰ ਦਾ ਬਿਰਦ ਹੈ, ਸਿੱਖ ਜਿੱਥੇ ਵੀ ਯਾਦ ਕਰੇ ਚਾਹੇ ਲੱਖਾਂ ਕੋ ਉੱਥੇ ਹਾਜ਼ਰ ਹੋਣਾ, ਤੇ ਸਿੱਖ ਦੀ ਸਹਾਇਤਾ ਕਰਨੀ, ਉਹਦੀ ਸ਼ਰਧਾ ਇੱਛਾ ਨੂੰ ਫਲ ਪਾਉਣਾ ਜ਼ਰੂਰ। ਮਹਾਰਾਜ ਕਹਿੰਦੇ ਵੀ ਇਹ ਕਾਰਜ ਜਿਹੜਾ ਵੇ ਇਹ ਧਰਮ ਹੈ, ਬਿਰਦ ਹੈ ਗੁਰੂ ਦਾ, ਵੀ ਜਿੱਥੇ ਸਿੱਖ ਯਾਦ ਕਰਦੇ ਗੁਰੂ ਉੱਥੇ ਹਾਜ਼ਰ ਹੁੰਦਾ। ਤੋ ਉਹ ਬਿਰਦ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗਰੀਬ ਨਵਾਜ ਪਾਲ ਰਹੇ ਹੈ ਤੇ ਇਹਦੀ ਇੱਛਾ ਨੂੰ ਭਾਗ ਲਾ ਰਹੇ ਹਨ। ਜਾਤ ਬੀਥ ਕਾ ਤਿਸ ਘਰ ਜੋਈ। ਮਹਾਰਾਜ ਗਲੀਆਂ ਚੋਂ ਲੰਘਦੇ ਹੋਏ ਜਾਣਦੇ ਸੀ ਪਾਤਸ਼ਾਹ ਸਭ ਕੁਝ, ਭਾਵੇਂ ਆਗਰੇ ਪਹਿਲੀ ਵਾਰੀ ਆਏ ਹੋਏ ਆ, ਬਣਾਇਆ ਸਾਰਾ ਕੁਝ ਉਹਨਾਂ ਦਾ। ਗਲੀਆਂ ਚੋਂ ਲੰਘਦੇ 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 ਉਸ ਘਰ ਵੱਲ ਜਾ ਰਹੇ ਹਨ। ਹੈ ਚਪਲਾਏ ਚੱਲਹਿ ਚਹਿ ਸੋਈ। ਤੇ ਮਹਾਰਾਜ ਦਾ ਚੰਚਲ ਘੋੜਾ ਬਹੁਤ ਤੇਜ਼ੀ ਦੇ ਨਾਲ ਚੱਲਦਾ ਜਾ ਰਿਹਾ ਗਲੀਆਂ ਦੇ ਵਿੱਚੋਂ ਦੀ। ਲੈ ਕਰ ਜਲ ਕੋ ਹੇਤ ਇਸ਼ਨਾਨ। ਤੇ ਅੰਮ੍ਰਿਤ ਵੇਲਾ ਸੀ, ਇੱਧਰ ਮਾਈ ਜਿਹੜੀ ਹੈ ਬੀਬੀ ਅੰਮ੍ਰਿਤ ਵੇਲੇ ਜਲ ਲੈ ਕੇ ਇਸ਼ਨਾਨ ਕਰਨ ਵਾਸਤੇ ਚੜ੍ਹੀ ਸਦਨ ਪਰ ਸਮਾ ਪਛਾਨ। ਤੇ ਇਸ਼ਨਾਨ ਘਰ ਵਿੱਚ ਪਹੁੰਚੀ ਹੈ, ਸਮਾਂ ਹੋ ਗਿਆ ਇਸ਼ਨਾਨ ਕਰਨ ਦਾ। ਉਤ ਤੇ ਸਤਿਗੁਰ ਤਹਿ ਚਲ ਆਏ। ਇਧਰ ਬੀਬੀ ਇਸ਼ਨਾਨ ਕਰਨ ਵਾਸਤੇ ਇਸ਼ਨਾਨ ਘਰ ਵਿੱਚ ਪਹੁੰਚੀ ਤੇ ਉਧਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਗਲੀ ਵਿੱਚ ਇਹਨਾਂ ਦੇ ਘਰ ਵੱਲ ਤੁਰੇ ਆਉਂਦੇ ਹਨ। ਤਿਸ ਕੇ ਸਦਨ ਜਬਹਿ ਨੀਰਾਏ। ਇਧਰ ਜਦੋਂ ਐਨ ਉਸ ਮਾਈ ਦੇ ਘਰ ਦੇ ਕੋਲ ਗਰੀਬ ਨਵਾਜ ਗਲੀ ਦੇ ਵਿੱਚ ਆ ਗਏ ਹਨ। ਸਿੱਖ ਤਨੁ ਜਾ ਜਬ ਜਲ ਤਨ ਡਾਰਤ। ਤੇ ਇਧਰ ਉਹ ਬੀਬੀ ਇਸ਼ਨਾਨ ਜਦੋਂ ਕਰਨਾ ਇਸਨੇ ਆਰੰਭ ਕੀਤਾ ਹੈ। ਜਿਮ ਨਿਤ ਬੋਲਤ ਤਥਾ ਉਚਾਰਤ। ਜਿਵੇਂ ਰੋਜ਼ ਅਰਦਾਸ ਕਰਦੀ ਸੀ ਅੱਜ ਵੀ ਇਸਨੇ ਉਸੇ ਤਰ੍ਹਾਂ ਉੱਚੀ ਆਵਾਜ਼
ਆਵਾਜ਼ ਵਿੱਚ ਅਰਦਾਸ ਕਰਦੀ ਹੁੰਦੀ ਤੇ ਅੱਜ ਵੀ ਉੱਚੀ ਆਵਾਜ਼ ਵਿੱਚ ਅਰਦਾਸ ਕੀਤੀ ਹੈ। ਜੇ ਸਾਚੋ ਗੁਰ ਅੰਤਰ ਜਾਮੀ। ਅਰਦਾਸ ਕੀਤੀ, ਉਧਰੋਂ ਜਲ ਪਾਇਆ ਪਿੰਡੇ ਤੇ ਆਖਿਆ, ਹੇ ਗੁਰੂ ਹਰਗੋਬਿੰਦ ਸਾਹਿਬ, ਮੇਰੇ ਸੱਚੇ ਪਾਤਸ਼ਾਹ, ਜੇ ਵਾਕਿਆ ਹੀ ਤੁਸੀਂ ਸਾਰਿਆਂ ਦੇ ਮਨਾਂ ਦੀ ਜਾਣਨ ਵਾਲੇ ਹੋ ਪੁਰਹਿ ਕਾਮਨਾ ਮਮ ਜਗ ਸੁਆਮੀ। ਤੇ ਮੇਰੇ ਮਨ ਦੀ ਇੱਛਾ ਕਾਮਨਾ ਜ਼ਰੂਰ ਪੂਰੀ ਕਰੋਗੇ। ਤੁਸੀਂ ਸਾਰੇ ਸੰਸਾਰ ਦੇ ਸੁਆਮੀ ਮਾਲਕ ਹੋ। ਇਹਾਂ ਆਏ ਦਰਸ਼ਨ ਦਿਖਰਾਵਹਿ। ਤੇ ਇੱਥੇ ਆ ਕੇ ਮੈਨੂੰ ਤੁਸੀਂ ਦਰਸ਼ਨ ਦਿਓਗੇ। ਹੁਣ ਇਹਨੂੰ ਨਹੀਂ ਪਤਾ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤਾਂ ਬਾਹਰ ਖੜੇ ਹੋਏ ਆ। ਤੇ ਉੱਚੀ ਆਵਾਜ਼ ਵਿੱਚ ਅਰਦਾਸ ਕਰਦੀ, ਜੇ ਗੁਰੂ ਹਰਗੋਬਿੰਦ ਸਾਹਿਬ ਪੂਰੇ ਗੁਰੂ ਹੋ, ਆਪ ਜੀ ਅੰਤਰਜਾਮੀ ਪਰਮੇਸ਼ਰ ਸਰੂਪ ਕਰਕੇ ਮੈਂ ਤੁਹਾਨੂੰ ਪੂਜਦੀ ਹਾਂ, ਯਾਦ ਕਰਦੀ ਹਾਂ, ਤੇ ਮੇਰੀ ਤਤੜੀ ਦੀ ਇੱਛਾ ਪੂਰੀ ਜ਼ਰੂਰ ਕਰੋ। ਮੈਨੂੰ ਇੱਥੇ ਘਰ ਵਿੱਚ ਆ ਕੇ ਦਰਸ਼ਨ ਦਿਓ। ਮੇਰਾ ਸਹੁਰਾ ਪਰਿਵਾਰ ਮਨਮੁਖਾਂ ਦਾ ਇਹ ਦਰਸ਼ਨ ਨਹੀਂ ਕਰਨ ਦਿੰਦੇ। ਤੋ ਇਸ ਤਰ੍ਹਾਂ ਉਹ ਸੰਜੋਗ ਬਣ ਜਾਂਦਾ। ਕੋਈ ਜਿਵੇਂ ਇੱਕ ਉਹ ਕਹਿੰਦੇ ਆ ਵੀ ਕੋਈ ਜਪ ਤਪ ਵਾਲੇ ਗੁਰਮੁਖਾਂ, ਚੰਗੀ ਬੰਦਗੀ ਵਾਲਿਆਂ ਦੀ ਬੱਚੀ ਸੀ, ਉਹ ਗਾਂ ਵਿਆਹੀ ਉਹੋ ਜਿਹੇ ਘਰ ਗਈ ਜਿੱਥੇ ਕੋਈ ਨਾਮ ਬਾਣੀ ਨਹੀਂ, ਸਿਮਰਨ ਨਹੀਂ, ਤੇ ਘਰੋਂ ਕਾਫੀ ਤਗੜਾ ਸੀਗਾ। ਮਾਂ ਬਾਪ ਨੇ ਨਾ ਵੇਖਿਆ, ਸਿੱਖੀ ਨਾ ਲੱਭੀ, ਤੇ ਉਹ ਮਨਮੁਖਾਂ ਦੇ ਲੜ ਲਾ ਦਿੱਤੀ ਮਾਇਆ ਵੇਖ ਕੇ। ਤੇ ਉੱਥੇ ਜਿੱਥੇ ਮਾਇਆ ਦਾ ਬਹੁਤਾ ਪ੍ਰਤਾਪ ਸੀ, ਉੱਥੇ ਕਿਨ ਨਾਮ ਜਪਣਾ, ਉੱਥੇ ਸਭ ਬਸ ਖਾਣ ਪੀਣ ਵਿੱਚ ਰੁੱਝੇ। ਕੋਈ ਸ਼ਰਾਬਾਂ ਪੀਂਦਾ, ਕੋਈ ਮਾਸ ਰਿੰਨੀ ਜਾਂਦਾ, ਸਾਰਾ ਦਿਨ ਐ ਲੰਘਦਾ। ਤੇ ਇਹ ਵਿਚਾਰੀ ਜਿੰਨਾ ਕੁ ਜੋਗੀ ਹੁੰਦੀ, ਫਿਰ ਨਾਮ ਭਜਨ ਸਿਮਰਨ ਕਰ ਛੱਡਦੀ ਹੈ। ਇੱਕ ਦਿਨ ਕਹਿੰਦੇ ਇਹਨਾਂ ਦੇ ਦਰਵਾਜ਼ੇ 'ਚ ਇੱਕ ਸਾਧੂ ਆਇਆ, ਤੇ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਨੈ। ਇਹ ਨਾਮ ਵਾਲੀ, ਸਿਮਰਨ ਵਾਲੀ, ਬੰਦਗੀ ਵਾਲੀ ਰੂਹ ਜਿਹੜੀ ਹੁੰਦੀ ਆ ਸਾਧ ਸੰਗਤ ਜੀ, ਉਹ ਜਾਣਦੀ ਆ ਵੀ ਅਗਾਂਹ ਕਿਹੜਾ ਸਿਮਰਨ ਵਾਲਾ ਤੇ ਕਿਹੜਾ ਐਵੇਂ ਪਖੰਡ ਕਰਦਾ। ਤੇ ਬੀਬੀ ਦਾ ਚਿਹਰਾ ਵੇਖ ਕੇ ਉਹ ਸਾਧੂ ਸਮਝ ਗਿਆ ਵੀ ਪ੍ਰਤਾਪੀ ਚਿਹਰਾ ਜਿਹੜਾ ਉਹ ਕਿਸੇ ਬੰਦਗੀ ਵਾਲੀ ਰੂਹ ਦਾ ਹੈ। ਇਹ ਬੀਬੀ ਵੀ ਜਾਣ ਗਈ, ਮਾਈ ਵੀ ਇਸ ਮਹਾਤਮਾ ਕੋਈ ਪਖੰਡੀ ਨਹੀਂ ਹੈ, ਨਾਮ ਦੀ ਵਿੱਚ ਬਿਰਤੀ ਭਿੱਜੀ ਵਾਲੀ ਰੂਹ ਹੈ। ਤੇ ਉਹ ਸਾਧੂ ਹੁਣ ਗੱਲ ਵਿਅੰਗ ਨਾਲ ਪੁੱਛੀ, ਕਹਿੰਦਾ ਹੈ ਵੀ ਉਹ ਜਦੋਂ ਦਕਸ਼ਨਾ ਪਾਉਣ ਗਈ, ਪ੍ਰਸ਼ਾਦੇ ਦੇਣ ਗਈ ਉਹ ਬੀਬੀ ਸਾਧੂ ਨੂੰ, ਉਹ ਕਹਿੰਦਾ, ਮਾਈ ਬਹਿਆ ਖਾਂਦੇ ਹੋ ਕਿ ਸਜਰਾ? ਉਹ ਕਹਿੰਦੀ, ਮਹਾਤਮਾ ਜੀ ਕੀ ਦੱਸੀਏ, ਇੱਥੇ ਸਾਰੇ ਬਹਿਆ ਹੀ ਖਾਂਦੇ ਆ, ਇੱਥੇ ਸਜਰਾ ਕੋਈ ਨਹੀਂ ਖਾਂਦਾ। ਉਹ ਮੁੜ ਗਿਆ। ਤੇ ਇਹ ਮਾਈ ਜਦੋਂ ਘਰੇ ਵਿਚਾਰੀ ਪਹੁੰਚੀ, ਸਾਹਮਣੇ ਸੱਸ ਸੁਣਦੀ ਸੀਗੀ, ਉਹ ਦੇਣ ਲੱਗੀ ਗਾਲਾਂ ਵੀ ਨਾਲੇ ਸਾਡੇ ਘਰ ਦਾ ਖਾਨੀ ਹੈ, ਨਾਲੇ ਗਲੱਛਦੀ ਹੈ, ਤੈਨੂੰ ਕਿਦਨ ਬਹਿਆ ਦਿੱਤਾ ਅਸੀਂ? ਰੋਜ਼ ਚੰਗਾ ਰਿੰਨ ਕੇ ਖਾਂਦੇ ਪਕਾਉਂਦੇ ਹਾਂ, ਕਿਦਨ ਬਹਿਆ ਖਾਧਾ? ਫਿਰ ਉਹ ਸਮਝਾਉਣ ਲੱਗੀ, ਕਹਿੰਦੀ, ਮਾਂ ਜੀ ਤੁਹਾਨੂੰ ਨਹੀਂ ਪਤਾ ਕੀ ਪੁੱਛਦਾ ਸੀ। ਉਹ ਪੁੱਛਦਾ ਸੀ ਵੀ ਸਜਰਾ ਖਾਂਦੇ ਕਿ ਬਹਿਆ? ਤੇ ਮੈਂ ਆਖਿਆ ਬਹਿਆ ਖਾਂਦੇ ਆ, ਸਜਰਾ ਕੁਝ ਨਹੀਂ ਖਾਂਦੇ। ਉਹਦਾ ਭਾਵ ਇਹ ਸੀ, ਉਹਨੇ ਪੁੱਛਿਆ ਸੀ ਸਾਧੂ ਮਹਾਤਮਾ ਨੇ ਵੀ ਇਹ ਆ ਜਿਹੜਾ ਰੰਗ ਭਾਗ ਲੱਗੇ, ਕੋਠੀਆਂ ਜਿਹੜਾ ਪਾਈ ਫਿਰਦੇ ਆ, ਕੀ ਇਹ ਬੰਦਗੀ ਕਰਦੇ ਆ ਹੁਣ ਵੀ, ਇਹ ਹੁਣ ਦੀ ਕਮਾਈ ਦਾ? ਤੇ ਮੈਂ ਆਖਿਆ ਨਹੀਂ ਸਵਾਮੀ ਜੀ, ਇਹ ਤਾਂ ਬਹਿਆ ਖਾਂਦੇ, ਕਿਤੇ ਪਿਛਲੇ ਜਨਮ 'ਚ ਇਹਨਾਂ ਨੇ ਕੋਈ ਚੱਜ ਦਾ ਕੰਮ ਕੀਤਾ ਸੀ ਤੇ ਇੰਨੀ ਦੌਲਤ ਸ਼ੌਲਤ ਮਿਲੀ ਹੈ, ਇਹ ਸਾਰਾ ਟੱਬਰ ਬਹਿਆ ਖਾਂਦਾ। ਹੁਣ ਇਹਨਾਂ ਦਾ ਕੋਈ ਜਾਪ ਤਾਪ ਨਹੀਂ, ਤੜਕੇ ਹੀ ਸ਼ਰਾਬਾਂ ਮੀਟ ਖਾਣ ਲੱਗ ਜਾਂਦੇ ਆ। ਤੋ ਸਾਧ ਸੰਗਤ ਜੀ, ਉਹ ਬਹਿਆ ਹੀ ਖਾਂਦੇ ਆ ਜਿਹੜੇ ਕੋਈ ਮਹਾਰਾਜ ਨੇ ਬਰਕਤਾਂ ਪਾਈਆਂ ਹੋਈਆਂ। ਹੁਣ ਕੋਈ ਜਾਪ ਤਪ ਸਿਮਰਨ ਨਹੀਂ, ਉਹ ਸਾਰੇ ਲੋਕ ਬਹਿਆ ਖਾਂਦੇ ਆ। ਤੇ ਜਿਨ੍ਹਾਂ ਘਰਾਂ ਵਿੱਚ ਰਿਜ਼ਕ ਚਾਹੇ ਥੋੜ੍ਹਾ ਹੈ, ਨਾਮ ਸਿਮਰਨ ਬੰਦਗੀ, ਉਹ ਸਜਰਾ ਖਾਣ ਵਾਲੇ ਗੁਰਮੁਖ ਹਨ। ਸਜਰੇ ਤੋਂ ਭਾਵ ਇੱਥੇ ਬੰਦਗੀ ਦੀ ਗੱਲ ਹੈ, ਵੀ ਬੰਦਗੀ ਦੀ ਸਜਰੀ ਕਮਾਈ ਖਾ ਰਹੇ, ਵੀ ਹੁਣ ਖਾਈ ਜਾਂਦੇ ਨਾਲੇ ਕਰੀ ਜਾਂਦੇ ਆ। ਕਿ ਜਿਹੜਾ ਹੁਣ ਜਿਹੜਾ ਭਾਗ ਰੰਗ ਭਾਗ ਲੱਗਿਆ ਪਿਛਲੇ ਜਨਮ ਦਾ ਮਿਲਿਆ ਹੋਇਆ। ਤੋਂ ਇਸ ਤਰ੍ਹਾਂ ਉਹ ਜਿਹੜੀ ਬੀਬੀ ਹੈ ਵਿਆਹੀ ਹੋਈ ਕਿਸੇ ਮਨਮੁਖਾਂ ਦੇ, ਅਰਦਾਸ ਫਿਰ ਕੀਤੀ ਅੱਜ ਇਹਨੇ ਕਿ ਪਾਤਸ਼ਾਹ ਜੇ ਵਾਕਿਆ ਹੀ ਸਭ ਦੀਆਂ ਇੱਛਾ ਪੂਰੀਆਂ ਕਰਨ ਵਾਲੇ ਪਰਮੇਸ਼ਰ, ਮੈਨੂੰ ਘਰ ਵਿੱਚ ਆਣ ਕੇ ਦਰਸ਼ਨ ਬਖਸ਼ ਕੇ ਨਿਹਾਲ ਕਰੋ ਜੀ। ਸੁਣ ਸਤਿਗੁਰ ਨਿਜ ਸ਼ਰਾਵਣ ਮਝਾਰਾ। ਤੇ ਉੱਚੀ ਜਦੋਂ ਆਵਾਜ਼ ਇਸ਼ਨਾਨ ਕਰਦੇ ਅਰਦਾਸ ਕੀਤੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਗਲੀ 'ਚ ਹੀ ਸਨਗੇ। ਘੋੜੇ ਤੇ ਚੜ੍ਹਿਆ ਹਜ਼ੂਰ ਨੇ ਜਦੋਂ ਅਰਦਾਸ ਸੁਣੀ, ਘਰ ਵਿੱਚੋਂ ਆਵਾਜ਼ ਆਉਂਦੀ, ਰੋਕ ਤੁਰੰਗਮ ਬਾਕ ਉਚਾਰਾ। ਤੇ ਮਹਾਰਾਜ ਨੇ ਉੱਥੇ ਘੋੜਾ ਰੋਕ ਲਿਆ। ਤੇ ਇਧਰੋਂ ਗੁਰੂ ਹਰਗੋਬਿੰਦ ਸਾਹਿਬ ਵੀ ਉੱਚੀ ਆਵਾਜ਼ ਵਿੱਚ ਗਲੀ ਵਿੱਚ ਉੱਚੇ ਬੋਲੇ ਵਿੱਚ ਬੋਲ ਪਏ ਹਨ, ਸਮੈ ਇਸ਼ਨਾਨ ਬਖਾਨਤ ਜਾਚਾ। ਤੋ ਮਹਾਰਾਜ ਉੱਚੀ ਸਾਰੀ ਕਹਿੰਦੇ ਕਿ ਇਹ ਬੀਬੀ
ਰੋਜ਼ ਇਸ਼ਨਾਨ ਦੇ ਸਮੇਂ ਜਿਹੜੀ ਅਰਦਾਸ ਤੈਂ ਕਰਦੀ ਹੈ, ਚਾਹਤ ਪਰਖਿਓ ਜੋ ਗੁਰ ਸਾਚਾ, ਤੇ ਜੇ ਚਾਹੁੰਦੀ ਹੈ ਵੀ ਤੇਰਾ ਗੁਰੂ ਸੱਚਾ, ਜੇ ਪਰਖ ਕਰਨੀ ਚਾਹੁੰਦੀ ਹੈ, ਸੋ ਉਠ ਕਰ ਪੁਰਬਉ ਨਿਜ ਆਸਾ। ਤੇ ਲੈ ਬਾਹਰ ਆ ਕੇ ਸਾਡੇ ਦਰਸ਼ਨ ਕਰ ਲੈ। ਰੋਜ਼ ਸਾਨੂੰ ਮਿਹਣੇ ਵੱਜਦੇ ਆ ਨਾ ਵੀ ਖਰੇ ਮੇਰਾ ਗੁਰੂ ਸੱਚਾ ਕਿ ਝੂਠਾ। ਲੈ ਜੇ ਵਾਕਿਆ ਹੀ ਤੂੰ ਵੇਖਣਾ ਵੀ ਤੇਰੇ ਗੁਰੂ ਸੱਚੇ ਆ ਕਿ ਝੂਠੇ, ਅੰਤਰਜਾਮੀ ਕਿ ਨਹੀਂ, ਤੇ ਦਰਵਾਜ਼ਾ ਖੋਲ ਕੇ ਸਾਡੇ ਦਰਸ਼ਨ ਕਰ ਲੈ। ਲੈ ਪਰਖ ਲੈ ਗੁਰੂ ਸੱਚਾ ਕਿ ਝੂਠਾ ਹੈ। ਨਿਤ ਚਾਹਤ ਜਿਸ ਦਰਸ਼ਨ ਪਾਸਾ, ਜਿਸ ਗੁਰੂ ਦੇ ਦਰਸ਼ਨਾਂ ਦੀ ਰੋਜ਼ ਪਿਆਸ ਰੱਖਦੀ, ਇੱਛਾ ਰੱਖਦੀ ਹੈ। ਸੁਣ ਕਰ ਤਨ ਕੋ ਤੁਰਤ ਅਛਾਦਾ, ਸੁਣ ਕੇ ਇਸ ਬੀਬੀ ਨੇ ਬੜੀ ਪ੍ਰਸੰਨਤਾ ਧਾਰੀ, ਵਸਤਰ ਪਹਿਨ ਕਰਕੇ ਜਲਦੀ ਨਾਲ ਤਤ ਛਿਨ ਉੱਠੀ ਧਰੇ ਅਹਲਾਦਾ। ਬੜਾ ਆਨੰਦ ਧਾਰਦੀ, ਖਿੜਖਿੜ ਹੱਸਦੀ ਏ ਮਾਈ ਆਪਣੇ ਘਰ ਤੋਂ ਬਾਹਰ ਨਿਕਲੀ ਹੈ। ਸੁੰਦਰ ਬਦਨ ਚੰਦਮਾ ਨਿੰਦਾ, ਤੇ ਜਦੋਂ ਘਰ ਦਾ ਦਰਵਾਜ਼ਾ ਖੋਲਿਆ, ਸਾਹਮਣੇ ਘੋੜੇ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸੀਸ ਉੱਪਰ ਦਮਾਲਾ, ਜਿਗਾ, ਕਲਗੀ ਸ਼ੋਭੇ ਪਈ। ਮਹਾਰਾਜ ਦੇ ਦੋ ਸ਼੍ਰੀ ਸਾਹਿਬ ਪਈ ਨੇ, ਐਨ ਦਗਦਗ ਕਰਦਾ ਚਿਹਰਾ, ਜਿਵੇਂ ਕਿਤੇ ਪੁੰਨਿਆਂ ਦਾ ਚੰਦ ਹੁੰਦਾ ਹੈ। ਸ਼੍ਰੀ ਹਰਗੋਬਿੰਦ ਰੂਪ ਬਿਲੰਦਾ, ਘੋੜੇ ਤੇ ਚੜ੍ਹੇ ਹੋਏ ਧੰਨ ਗੁਰੂ ਹਰਗੋਬਿੰਦ ਸਾਹਿਬ ਦਿਸੇ, ਜਿਸ ਨੂੰ ਰੋਜ਼ ਅਰਦਾਸ ਵਿੱਚ ਯਾਦ ਕਰਦੀ, ਤੇ ਬੇਅੰਤ ਰੂਪ ਜਿਨ੍ਹਾਂ ਦਾ ਸੁੰਦਰ ਹੈ। ਲੋਚਨ ਕੀਨ ਚਕੋਰਨ ਜੋਰਾ, ਤੇ ਉੱਥੇ ਦਰਵਾਜ਼ੇ ਦੀ ਡਿਉੜੀ ਵਿੱਚ ਹੀ ਬੀਬੀ ਖੜ ਗਈ। ਮਹਾਰਾਜ ਨੂੰ ਇਵੇਂ ਨਾ ਆਖਿਆ ਗਿਆ ਵੀ ਮਹਾਰਾਜ ਘਰੇ ਆ ਜਾਓ। ਸਤਿਗੁਰਾਂ ਦੇ ਉੱਥੇ ਖੜ ਕੇ ਜਿਉਂ ਲੱਗੀ ਦਰਸ਼ਨ ਕਰਨ। ਕਵੀ ਜੀ ਕਹਿੰਦੇ ਜਿਵੇਂ ਚਕੋਰ ਚੰਦ ਵੱਲ ਵੇਂਦੀ ਹੈ, ਦੋਵੇਂ ਨੇਤਰਾਂ ਨੂੰ ਚਕੋਰਾਂ ਦਾ ਜੋੜਾ ਬਣਾ ਦਿੱਤਾ ਹੈ। ਹੋਏ ਬਲਿਹਾਰੀ ਜੁਗ ਕਰ ਜੋਰਾ, ਦੋਵੇਂ ਹੱਥ ਜੁੜ ਗਏ ਐ ਤੇ ਸਦਕੇ ਬਲਿਹਾਰਨੇ ਵਾਰਨੇ ਜਾਂਦੀ ਹੈ। ਅਧਿਕ ਪ੍ਰਸੰਨ ਭਈ ਮਨ ਮਾਹੀ, ਕਿੰਨਾ ਸਮਾਂ ਲੰਘ ਗਿਆ ਦਰਸ਼ਨ ਕਰਦਿਆਂ, ਬਹੁਤ ਪ੍ਰਸੰਨਤਾ ਮਨ ਵਿੱਚ ਹੋ ਰਹੀ ਹੈ। ਪ੍ਰੇਮ ਅਧਿਕ ਜਾਂ ਕੀ ਤਨ ਮਾਹੀ, ਤੋ ਕਵੀ ਜੀ ਕਹਿੰਦੇ ਬੇਅੰਤ 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 ਪ੍ਰੇਮ ਉਸ ਬੀਬੀ ਦੇ ਮਨ ਤੇ ਤਨ ਤੇ ਸਾਫ਼ ਦਿਸ ਰਿਹਾ ਹੈ। ਸੀਸ ਨਿਵਾਏ ਬੰਦਨਾ ਠਾਨੀ, ਫਿਰ ਹਜ਼ੂਰ ਸੱਚੇ ਪਾਤਸ਼ਾਹ ਨੂੰ ਸੀਸ ਨਵਾਇਆ, ਚਰਨਾਂ ਤੇ ਮੱਥਾ ਟੇਕਿਆ ਹੈ। ਰੁਕੀ ਪ੍ਰੇਮ ਤੇ ਆਏ ਨ ਬਾਨੀ, ਪਰ ਬੋਲਿਆ ਕੁਝ ਨਹੀਂ ਜਾਂਦਾ, ਗਲਾ ਭਰ ਗਿਆ ਤੇ ਨੇਤਰਾਂ ਚੋਂ ਜਲ ਵਹਿੰਦਾ ਹੈ। ਧੰਨ ਗੁਰੂ ਪੂਰਨ ਅਵਤਾਰਾ, ਹੌਸਲਾ ਕਰਕੇ ਨਾ ਤੇ ਫਿਰ ਇਹ ਬੀਬੀ ਬੋਲੀ ਆ ਕਿ ਧੰਨ ਧੰਨ ਹੋ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਤੁਸੀਂ ਪੂਰਨ ਪਰਮੇਸ਼ਰ ਦਾ ਅਵਤਾਰ ਹੋ। ਕਰਿਓ ਸਫਲ ਮੁਝ ਸੰਸੈ ਟਾਰਾ, ਮੇਰਾ ਸੰਸਾਰ ਟਾਲ ਦਿੱਤਾ ਵੀ ਖਰੇ ਮੇਰਾ ਗੁਰੂ ਮੇਰੀ ਅਰਦਾਸ ਸੁਣੇ ਕਿ ਨਾ। ਜੇ ਸੱਚੇ ਪਾਤਸ਼ਾਹ ਵਾਕਈ ਸਾਰਾ ਸੰਸਾਰ ਸੱਚਾ ਸੱਚਾ ਕਹਿੰਦਾ, ਅੰਤਰਜਾਮੀ ਕਹਿੰਦਾ, ਮੇਰੀ ਅਰਦਾਸ ਕਿਉਂ ਨਹੀਂ ਸੁਣਦੇ? ਤੋ ਮਹਾਰਾਜ ਤੁਸਾਂ ਨੇ ਅੱਜ ਮੇਰੇ ਮਨ ਦਾ ਸਾਰਾ ਸੰਸਾਰ ਟਾਲ ਦਿੱਤਾ ਹੈ ਤੇ ਮੇਰਾ ਜੰਮਣਾ ਸਫਲ ਕਰ ਦਿੱਤਾ ਹੈ। ਪੁਰਬੋ ਦਾਸ ਮਨੋਰਥ ਘਨੇ, ਆਪ ਆਪਣੇ ਦਾਸਾਂ ਦੇ ਡਾਢੇ ਮਨੋਰਥ ਸੰਕਲਪ ਫੁਰਨੇ ਪੂਰੇ ਕਰਦੇ ਹੋ। ਕਰੇ ਉਦਾਹਰਣ ਜਾਹੇ ਨ ਗਨੇ, ਕਿੰਨਿਆਂ ਦਾ ਉਧਾਰ ਕੀਤਾ ਮਹਾਰਾਜ, ਉਹਨਾਂ ਦੀ ਗਿਣਤੀ ਨਹੀਂ ਕਰ ਸਕਦੀ ਮੈਂ। ਕਿੰਨਿਆਂ ਨੂੰ ਤਾਰ ਦਿੱਤਾ ਹੈ। ਜਸ ਕੋ ਕਰਤ ਰਹੀ ਚਿਰਕਾਲ, ਤੇ ਕਿੰਨਾ ਸਮਾਂ ਹੀ ਸੱਚੇ ਪਾਤਸ਼ਾਹ ਮਹਾਰਾਜ ਦੀ ਜਸ ਸੋਭਾ ਵਡਿਆਈ ਕਰਦੀ ਰਹੀ। ਚੱਲੇ ਗੁਰੂ ਸੋ ਭਈ ਨਿਹਾਲ, ਤੋ ਮਹਾਰਾਜ ਇਸ ਬੀਬੀ ਨੂੰ ਨਿਹਾਲ ਕਰਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਫਿਰ ਇੱਥੋਂ ਅੱਗੇ ਚੱਲ ਗਏ ਹਨ। ਮਾਈ ਨਦਰੋ ਨਦਰ ਨਿਹਾਲ ਹੋ ਗਈ ਹੈ। ਚੰਚਲ ਚਾਰ ਤੁਰੰਗ ਚਲਾਵਤ, ਤੋ ਇਸ ਤਰ੍ਹਾਂ ਚੰਚਲ ਜਿਹੜਾ ਵੈ ਤੇਜ ਤੁਰਨ ਵਾਲਾ ਸੁੰਦਰ ਘੋੜਾ ਮਹਾਰਾਜ ਚਲਾ ਰਹੇ ਫਾਬੇ ਹੋਏ ਹਨ। ਦੇਖਤ ਮੁਖ ਨਰ ਨਾਰ ਲੁਭਾਵਤ, ਜਿਹੜੀਆਂ ਗਲੀਆਂ ਚੋਂ ਮਹਾਰਾਜ ਲੰਘਦੇ ਐ, ਨਰ ਇਸਤਰੀਆਂ ਹਜ਼ੂਰ ਦਾ ਸੁੰਦਰ ਚਿਹਰਾ ਵੇਖ ਵੇਖ ਲੁਭਾਏਮਾਨ ਹੋ ਰਹੇ। ਸ਼ਾਹੋ ਸੰਗ ਮਿਲ ਗਮਨੇ ਬਨ ਮੈਂ, ਤੋ ਬਾਦਸ਼ਾਹ ਨੇ ਸੱਦਿਆ ਜੂ ਸੀ ਮਹਾਰਾਜ ਨੂੰ, ਤੇ ਪਾਤਸ਼ਾਹ ਮਹਾਰਾਜ ਦਰਸ਼ਨ ਦੇਣ ਵਾਸਤੇ ਜਿੱਥੇ ਜੰਗਲ ਵਿੱਚ ਬਾਦਸ਼ਾਹ ਉਡੀਕ ਕਰ ਰਿਹਾ ਹਜ਼ੂਰ ਦੀ, ਜਾਂ ਕਹਿ ਲਓ ਬਾਗ ਵਿੱਚ, ਮਹਾਰਾਜ ਉੱਥੇ ਪਹੁੰਚੇ ਹਨ। ਕਰਤ ਅਖੇਰਣ ਬਾਸ਼ਤ ਮਨ ਤੇ ਮੈਂ, ਮਨ ਭਾਉਂਦਾ ਸ਼ਿਕਾਰ ਬਾਦਸ਼ਾਹ ਦੇ ਨਾਲ ਮਿਲ ਕੇ ਕੀਤਾ ਹੈ। ਸ਼ੁਕਰ ਸਸੂਕਰ ਸਸਾ ਕੁਰੰਗ ਹਰਾਏ, ਜਿਹੜੇ ਕੋਈ ਆ ਕੁੱਤੇ ਐ ਸ਼ਿਕਾਰੀ, ਇਹਨਾਂ ਤੋਂ ਸਹੇ ਤੇ ਕੁਰੰਗ ਹਰਨ ਨੂੰ ਕਹਿੰਦੇ ਆਦਿਕ ਹੰਭਾਏ ਹਨ। ਸਵਾਨ ਰੋਚੀਤੇ ਛੋਰ ਗਹਾਏ, ਸ਼ੂਕਰ ਸੂਰ ਜੰਗਲੀ ਕਹਿ ਲਓ, ਤੇ ਸਵਾਨ ਤੇ ਜਿਹੜੇ ਚਿਤਰੇ ਐ ਉਹ ਛੱਡ ਛੱਡ ਕੇ ਇਹਨਾਂ
ਬੰਦੀਆਂ ਨੂੰ ਪਕੜਾਇਆ ਗਿਆ ਹੈ। ਅਬਿ ਲਾਖਤ ਫਿਰ ਬਨ ਕੇ ਮਹੀਆ। ਤੋ ਜਿਵੇਂ ਮਹਾਰਾਜ ਦੀ ਇੱਛਾ ਸੀਗੀ ਇਸ ਤਰ੍ਹਾਂ ਕੁਝ ਸਮਾਂ ਹਜ਼ੂਰ ਜੰਗਲ ਦੇ ਵਿੱਚ ਸ਼ਿਕਾਰ ਕਰਦੇ ਰਹੇ ਐ। ਹਟੇ ਨਗਰ ਕੋ ਹਰਖ ਉਮਹੀਆ। ਤੇ ਖੁਸ਼ੀ ਖੁਸ਼ੀ ਗਰੀਬ ਨਵਾਜ ਇਥੋਂ ਸ਼ਿਕਾਰ ਕਰਦੇ ਹੋਏ ਪਿਛਾਨ ਨਗਰ ਇੱਥੇ ਆਗਰੇ ਨੂੰ ਹਟ ਆਏ ਹਨ। ਨਿਜ ਡੇਰੇ ਮਹਿ ਆਣ ਤੇ ਬਿਰਾਜੇ। ਪਾਤਸ਼ਾਹ ਜੀ ਆਪਣੇ ਡੇਰੇ ਵਿੱਚ ਜਿੱਥੇ ਮਹਾਰਾਜ ਦਾ ਆਸਣ ਲੱਗਿਆ ਹੋਇਆ ਲਾਲ ਬਾਗ ਵਿੱਚ ਆਣ ਬੈਠੇ ਐ। ਢੀਲ ਦਰਾਜ ਪ੍ਰਲੰਬ ਪੁਜਾਜੇ। ਮਹਾਰਾਜ ਦਾ ਸੋਹਣਾ ਢੀਲ ਉੱਚਾ ਲੰਮਾ ਕੱਦ ਵਾਲਾ ਸਰੀਰ ਹੈ, ਬਾਹਾਂ ਗੋਡਿਆਂ ਤੀਕਰ ਲੰਬੀਆਂ ਹਨ। ਜਸ ਬਿਸਤਰਤ ਭਇਓ ਤਿਸ ਦੇਸ। ਤੋ ਕਵੀ ਜੀ ਕਹਿੰਦੇ ਸਾਰੇ ਆਗਰੇ ਦੇਸ਼ ਵਿੱਚ ਗੁਰੂ ਹਰਗੋਬਿੰਦ ਸਾਹਿਬ ਦੀ ਸ਼ੋਭਾ ਘਰ ਘਰ ਹੋ ਰਹੀ ਹੈ। ਦਿਨ ਪ੍ਰਤ ਸੰਗਤ ਆਏ ਵਿਸ਼ੇਸ਼। ਦਿਨ ਪ੍ਰਤ ਰੋਜ਼ ਹੀ ਰੋਜ਼ ਸੰਗਤ ਵਿਸ਼ੇਸ਼ ਨਵੀਂ ਤੋਂ ਨਵੀਂ ਵਾਧੂ ਆ ਰਹੀ ਹੈ। ਦਾਸਨ ਕਰਹਿ ਕਾਮਨਾ ਪੂਰੀ। ਕਿਉਂਕਿ ਮਹਾਰਾਜ ਆਪਣੇ ਦਾਸਾਂ ਸੇਵਕਾਂ ਦੀਆਂ ਸਾਰੀਆਂ ਇੱਛਾ ਪੂਰੀਆਂ ਕਰਦੇ ਐ। ਜਗ ਮਹਿ ਸੁਣ ਇਹ ਕੀਰਤ ਰੂਰੀ। ਤੇ ਮਹਾਰਾਜ ਦੀ ਵਡਿਆਈ ਸਾਰੇ ਸੰਸਾਰ ਵਿੱਚ ਸੁਣੀਂਦੀ ਪੈਂਦੀ ਹੈ। ਸੇਵਕ ਨਏ ਅਨੇਕ ਸੁਜਾਨੇ। ਵਡਿਆਈ ਸੁਣ ਸੁਣ ਕੇ ਨਵੇਂ ਤੋਂ ਨਵੇਂ ਸਿੱਖ ਸਜ ਰਹੇ ਹਨ ਬੜੇ ਸਿਆਣੇ ਗੁਰਮੁਖ। ਆਵਤ ਦਰਸ਼ਨ ਕੋ ਸੁਖ ਮਾਨੇ। ਮਹਾਰਾਜ ਦੀ ਸੋਭਾ ਸੁਣ ਸੁਣ ਕੇ ਰੋਜ਼ ਨਵੀਆਂ ਸੰਗਤਾਂ ਸੁਖ ਮਾਣਦੀਆਂ ਹੋਈਆਂ ਪਹੁੰਚ ਰਹੀਆਂ ਹਨ। ਲੇ ਗੁਰ ਤੇ ਪਗ ਪਾਹੁਲ ਕਨੇ। ਚਰਣਾ ਅੰਮ੍ਰਿਤ ਲੈ ਲੈ ਕੇ ਬੜੇ ਜਿਹੜੇ ਮਨਮੁਖ ਨਗੁਰੇ ਲੋਕ ਸਨ ਉਪਦੇਸਹਿ ਦਾਸਨ ਹਿਤ ਸਨੇ। ਉਹ ਸਿੱਖ ਬਣੇ ਐ ਤੇ ਮਹਾਰਾਜ ਉਹਨਾਂ ਸਾਰਿਆਂ ਨੂੰ ਬੜੇ ਪ੍ਰੇਮ ਦੇ ਨਾਲ ਆਪਣੇ ਦਾਸ ਬਣਾ ਕੇ ਉਪਦੇਸ਼ ਕਰਦੇ ਐ। ਭੂਲੇ ਮਾਰਗ ਜਿਨਹਿ ਬਤਾਇਆ ਐਸਾ ਗੁਰ ਵਡਭਾਗੀ ਪਾਇਆ। ਸੁਣ ਕਰ ਸੁਜਸ ਸੁਜਨ ਹਰ ਖਾਵਹਿ। ਤੇ ਮਹਾਰਾਜ ਦੀ ਸੋਭਾ ਸੁਣ ਸੁਣ ਕੇ ਜਿਹੜੇ ਕੋਈ ਚੰਗੇ ਲੋਕ ਐ ਮਹਾਰਾਜ ਨੂੰ ਪਿਆਰ ਕਰਨ ਵਾਲੇ ਐ ਸਿੱਖ ਸੰਗਤਾਂ ਉਹਨਾਂ ਨੂੰ ਬੜਾ ਚਾਅ ਚੜ੍ਹਦਾ ਹੈ। ਨਿੰਦਕ ਚੰਦ ਆਦ ਦੁਖ ਪਾਵਹਿ। ਪਰ ਜਿਹੜੇ ਗੁਰੂ ਘਰ ਦੇ ਦੋਖੀ ਐ ਦੁਸ਼ਟ ਨਿੰਦਕ ਚੰਦੂ ਵਰਗੇ ਉਹ ਹੁਣ ਆਗਰੇ ਗੁਰੂ ਹਰਗੋਬਿੰਦ ਸਾਹਿਬ ਦੀ ਸੋਭਾ ਸੁਣ ਸੁਣ ਕੇ ਚੰਦੂ ਵਰਗੇ ਬੜੇ ਦੁਖੀ ਹੁੰਦੇ ਹਨ। ਕਰਹਿ ਮੇਲ ਕੋ ਸ਼ਾਹੋ ਕਨੇਰੇ। ਕਿਉਂਕਿ ਚੰਦੂ ਦੁਖੀ ਇਸ ਗੱਲੋਂ ਹੁੰਦਾ ਹੈ ਵੀ ਹੁਣ ਦਿਨ ਬਰ ਦਿਨ ਗੁਰੂ ਹਰਗੋਬਿੰਦ ਸਾਹਿਬ ਜੀ ਜਹਾਂਗੀਰ ਦੇ ਨਾਲ ਪ੍ਰੇਮ ਵਧਾ ਰਹੇ ਹੈ ਵੀ ਜਹਾਂਗੀਰ ਬਾਦਸ਼ਾਹ ਬੇਅੰਤ ਮੋਹ ਕਰਦਾ ਹੈ, ਮਹਾਰਾਜ ਦਾ ਰੋਜ਼ ਦਰਸ਼ਨ ਕਰਦਾ ਹੈ। ਕਬ ਹਕਾਰ ਕੈ ਆਵਤ ਡੇਰੇ। ਵੀ ਕਦੇ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸੱਦ ਕੇ ਆਪਦੇ ਕੋਲ ਲੈ ਕੇ ਆਉਂਦਾ ਹੈ ਮਹਿਲ ਵਿੱਚ ਬਾਦਸ਼ਾਹ ਵੀ ਮੈਂ ਤਾਂ ਵੈਰ ਵਧਾਉਣ ਵਾਸਤੇ ਸੱਦਿਆ ਸੀ, ਇਹ ਤਾਂ ਉਲਟ ਹੋ ਰਿਹਾ ਕੰਮ। ਕਦੇ ਆਪ ਮਹਾਰਾਜ ਦੇ ਡੇਰੇ ਤੇ ਪਹੁੰਚ ਕੇ ਦਰਸ਼ਨ ਕਰਦਾ ਹੈ। ਦਰਬ ਅਕੋਰ ਬਸਤਰ ਬਹਮੂਲ। ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਬੜੀਆਂ ਭੇਟਾਵਾਂ ਕਰਦਾ ਹੈ ਬਾਦਸ਼ਾਹ, ਬੇਅੰਤ ਤਰ੍ਹਾਂ ਦੇ ਬੇਸ਼ਕੀਮਤੀ ਕੱਪੜੇ ਭੇਟ ਕਰਦਾ ਹੈ। ਅਰਪਹਿ ਹੈ ਜੋ ਦੇਸ਼ਣ ਟੋਲੇ। ਖੁੱਲੀ ਮਾਇਆ ਦਿੰਦਾ ਹੈ ਤੇ ਜਿਹੜੇ ਕੋਈ ਲੱਭ ਕੇ ਘੋੜੇ ਵਿਦੇਸ਼ਾਂ ਵਿੱਚੋਂ ਲਿਆਂਦੇ ਹੁੰਦੇ ਆ ਇਸ ਵਿਧ ਕੇ ਤਿਕ ਦਿਵਸ ਬਿਤਾਏ। ਉਹ ਘੋੜੇ ਵੀ ਇਹ ਬਾਦਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੂੰ ਦਾਨ ਕਰੀ ਜਾਂਦਾ। ਚੰਦੂ ਵੇਖ ਵੇਖ ਕੇ ਬੜਾ ਦੁਖੀ ਹੁੰਦਾ। ਤੋ ਕਵੀ ਜੀ ਕਹਿੰਦੇ ਇਸ ਤਰ੍ਹਾਂ ਮਹਾਰਾਜ ਨੇ ਆਗਰੇ ਦੀ ਧਰਤ ਤੇ ਕੁਝ ਸਮਾਂ ਬਤੀਤ ਕੀਤਾ ਹੈ। ਨਗਰ ਆਗਰੇ ਥਿਰ ਸੁਖ ਪਾਏ। ਆਗਰੇ ਵਿੱਚ ਰਹਿ ਕੇ ਬੜਾ ਸੁਖ ਪ੍ਰਾਪਤ ਕੀਤਾ ਹੈ ਤੇ ਸੰਸਾਰ ਦੇ ਜੀਵਾਂ ਨੂੰ ਆਗਰੇ ਵਾਸੀਆਂ ਨੂੰ ਬੜਾ ਸੁਖ ਬਖਸ਼ਿਆ ਹੈ। ਦੋਹਰਾ ਦਿਨ ਪ੍ਰਤ ਪਿਖ ਇਖਲਾਸ ਕੋ। ਇਧਰ ਜਿਹੜਾ ਚੰਦੂ ਹੈ ਸਾਧ ਸੰਗਤ ਜੀ ਰੋਜ਼ ਗੁਰੂ ਹਰਗੋਬਿੰਦ ਸਾਹਿਬ ਦਾ ਤੇ ਬਾਦਸ਼ਾਹ ਜਹਾਂਗੀਰ ਦਾ ਆਪਸ ਵਿੱਚ ਮੇਲ ਵਰਤਨ ਵੇਖ ਵੇਖ ਕੇ ਜਹਾਂਗੀਰ ਗੁਰ ਕੇਰ। ਸੱਜਣਤਾ ਵੇਖ ਵੇਖ ਕੇ ਨਾ ਜਹਾਂਗੀਰ ਬਾਦਸ਼ਾਹ ਦੀ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਨੇੜਤਾ ਰੋਜ਼ ਵੱਧਦੀ ਜਾਂਦੀ ਹੈ ਚੰਦੂ ਵੇਖ ਵੇਖ ਕੇ। ਅਦਬ ਕਰਹਿ ਉਮਰਾਵ ਸਭ। ਬੜਾ ਦੁਖੀ ਹੁੰਦਾ ਚੰਦੂ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਦਾ ਹੁਣ ਜਿੰਨੇ ਬਾਦਸ਼ਾਹ ਦੇ ਨਾਲ ਰਹਿਣ ਵਾਲੇ ਵੱਡੇ ਅਹੁਦੇਦਾਰ ਵਜ਼ੀਰ ਲੋਕ ਹੈ ਜਾਂ ਕੋਈ ਚੰਗੇ ਮੰਤਰੀ ਹੈ ਉਹ ਗੁਰੂ ਹਰਗੋਬਿੰਦ ਸਾਹਿਬ ਦਾ ਹੁਣ ਸਾਰੇ ਹੀ ਸਤਿਕਾਰ ਕਰਨ ਲੱਗ ਪਏ ਹਨ। ਬੰਦਹਿ ਜਬ ਹੂੰ ਹੇਰ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਕਿਤੇ ਮਹਿਲ ਵਿੱਚ ਆਉਂਦੇ ਆ ਨਾ ਬਾਦਸ਼ਾਹ ਦੇ ਤੇ ਸਾਰੇ ਬਾਦਸ਼ਾਹ ਦੇ ਜਿੰਨੇ ਅਹਿਲਕਾਰ ਹੈ ਵੱਡੇ ਵੱਡੇ ਜਰਨੈਲ ਫੌਜਦਾਰ ਸਾਰੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨੀ ਮੱਥੇ ਟੇਕਦੇ ਆ ਕਿਉਂਕਿ ਬਾਦਸ਼ਾਹ ਹੁਣ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਸ਼ਰਧਾਲੂ ਬਣ ਚੁੱਕਾ। ਜਦੋਂ ਬਾਦਸ਼ਾਹ ਸ਼ਰਧਾਲੂ ਬਣ ਜਾਂਦਾ ਫਿਰ ਥੱਲੇ ਵਾਲਿਆਂ ਨੇ ਤਾਂ ਝੁਕਣਾ ਹੀ ਆ ਸਾਰਿਆਂ ਨੇ।
ਇਸ ਤਰ੍ਹਾਂ ਚੰਦੂ ਬੜਾ ਦੁਖੀ ਹੁੰਦਾ ਵੀ ਇਹ ਤਾਂ ਸਾਰੀ ਸਲਤਨਤ ਨੂੰ ਹੀ ਮਹਾਰਾਜ ਆਪਦੇ ਵੱਲ ਕਰੀ ਜਾ ਰਹੇ ਐ। ਚੰਦੂ ਕੇ ਮੇਲੀ ਦੁਖ ਹੈ। ਚੰਦੂ ਵੀ ਬੜਾ ਦੁਖੀ ਹੁੰਦਾ ਹੈ ਤੇ ਜਿੰਨੇ ਚੰਦੂ ਦੇ ਨਾਲ ਦੇ ਐ, ਜਿਹਨੂੰ ਚੰਦੂ ਬੁਰਕੀ ਪਾਉਂਦਾ ਰਹਿੰਦਾ, ਲਾਲਚ ਦਿੰਦਾ, ਉਹ ਸਾਰੇ ਹੀ ਮਹਾਰਾਜ ਤੋਂ ਬੜੇ ਤੰਗ ਆ ਗਏ ਹਨ। ਨਿੰਦਕ ਅਪਰ ਵਿਸਾਲ। ਕਿਉਂਕਿ ਇਸ ਮਹਿਲ ਵਿੱਚ ਗੁਰੂ ਘਰ ਦੇ ਹੋਰ ਵੀ ਬੜੇ ਨਿੰਦਕ ਰਹਿੰਦੇ ਹਨ। ਜਥਾ ਚੋਰ ਪਿਖ ਚੰਦ ਕੋ। ਤੋ ਕਵੀ ਜੀ ਕਹਿੰਦੇ ਜਿਹੜਾ ਚੋਰ ਹੁੰਦਾ ਹੈ ਉਹ ਪੁੰਨਿਆਂ ਦੀ ਰਾਤ ਵਾਲੇ ਚੰਦਰਮਾ ਨੂੰ ਵੇਖ ਕੇ ਜਾਣਹਿ ਦੁਖਦ ਕਰਾਲ। ਜਿਵੇਂ ਬੜਾ ਦੁਖੀ ਹੁੰਦਾ ਵੀ ਅਸੀਂ ਚੋਰੀ ਕਰਨੀ ਹੈ ਤੇ ਚੰਦਰਮਾ ਕਿੱਧਰ ਚੜ ਆਇਆ ਦੁੱਖ ਦੇਣਾ। ਚੌਪਈ ਚੰਦੂ ਸੁਣਹਿ ਸਾਹੋ ਕੋ ਮੇਲ। ਤੇ ਉਸੇ ਤਰ੍ਹਾਂ ਚੰਦੂ ਵੀ ਤੇ ਉਹਦੇ ਨਾਲ ਦੇ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗਰੀਬ ਨਵਾਜ ਨੂੰ ਵੇਖ ਵੇਖ ਬੜੇ ਦੁਖੀ ਹੋ ਰਹੇ ਆ। ਇੱਧਰ ਜਿਹੜਾ ਚੰਦੂ ਹੈ ਨੇ ਸੁਣਿਆ ਹੈ ਵੀ ਬਾਦਸ਼ਾਹ ਜਹਾਂਗੀਰ ਗੁਰੂ ਹਰਗੋਬਿੰਦ ਸਾਹਿਬ ਨਾਲ ਬੜਾ ਮੇਲ ਰੱਖਦਾ ਹੈ। ਕਰਹਿ ਅਖੀਰ ਹੋਏ ਗੁਰ ਗੈਲ। ਸਾਰਾ ਦਿਨ ਇਕੱਠੇ ਵਿਚਰਦੇ ਆ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਹੋ ਕੇ ਸ਼ਿਕਾਰ ਕਰਨ ਵੀ ਰੋਜ਼ ਚੜ ਕੇ ਜਾਂਦਾ ਹੈ। ਦਰਬ ਪੰਚ ਸੈ ਨੀਤ ਪੁਚਾਵੈ। ਤੇ ਚੰਦੂ ਨੇ ਸੁਣਿਆ ਕਿਸੇ ਤੋਂ ਵੀ 500 ਰੁਪਈਆ ਰੋਜ਼ ਇਹ ਹਕੂਮਤ ਦੇ ਖਜ਼ਾਨੇ ਚੋਂ, ਆਪਦੇ ਖਜ਼ਾਨੇ ਚੋਂ ਬਾਦਸ਼ਾਹ ਜਹਾਂਗੀਰ ਰੋਜ਼ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਉਹਨਾਂ ਸਮਿਆਂ ਦਾ 500 ਰੁਪਈਆ ਦਿੰਦਾ, ਭੇਟ ਕਰਦਾ ਹੈ। ਕਹੈ ਮਧੁਰ ਸਨਮਾਨ ਵਧਾਵੈ। ਤੇ ਬੜੇ ਮਿੱਠੇ ਬਚਨ ਬੋਲ ਕੇ ਹਰਗੋਬਿੰਦ ਸਾਹਿਬ ਪਾਤਸ਼ਾਹ ਦਾ ਸਤਿਕਾਰ ਬੜਾ ਬਾਦਸ਼ਾਹ ਕਰਦਾ ਹੈ। ਮਮ ਪ੍ਰਾਨਨ ਕੋ ਸ਼ਤਰੂ ਮਹਾ। ਤੇ ਚੰਦੂ ਸੁਣ ਕੇ ਸਾਰੀਆਂ ਗੱਲਾਂ ਮਨ 'ਚ ਵਿਚਾਰਦਾ ਹੈ ਵੀ ਇਹ ਗੁਰੂ ਹਰਗੋਬਿੰਦ ਸਾਹਿਬ ਤਾਂ ਮੇਰੇ ਪ੍ਰਾਣਾਂ ਦੇ ਬੜੇ ਵੈਰੀ ਹੈ, ਮੇਰੀ ਜਾਨ ਲੈਣ ਵਾਸਤੇ ਇੱਥੇ ਆਏ ਹੋਏ ਹਨ। ਸ਼ਾਹੋ ਸੰਗ ਮਿਲ ਧਨ ਗਨ ਲਹਾ। ਤੇ ਇਹ ਤਾਂ ਮੇਰੇ ਤੇ ਭਾਰੀ ਹੁੰਦੇ ਜਾਂਦੇ ਆ ਵੀ ਮੈਂ ਤਾਂ ਇਹਨਾਂ ਨੂੰ ਮਾਰਨਾ, ਜਿਉਂਦੇ ਨਹੀਂ ਛੱਡਣਾ। ਗੁਰੂ ਹਰਗੋਬਿੰਦ ਸਾਹਿਬ ਨੂੰ ਸੱਦਿਆ ਹੀ ਇੱਥੇ ਤਾਂ ਸੀ ਵੀ ਬਾਦਸ਼ਾਹ ਨੂੰ ਚੁਗਲੀ ਲਾ ਕੇ ਤੇ ਮੈਂ ਲੜਵਾਵਾਂਗਾ ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਕੈਦ ਕਰ ਲੈਣਗੇ। ਇਹ ਤਾਂ ਉਲਟਾ ਕੰਮ ਹੋ ਰਿਹਾ ਹੈ। ਇਹ ਤਾਂ ਮੇਰਾ ਦੁਸ਼ਮਣ ਗੁਰੂ ਹਰਗੋਬਿੰਦ ਸਾਹਿਬ ਵੱਧਦਾ ਜਾਂਦਾ ਹੈ ਤੇ ਬਾਦਸ਼ਾਹ ਦੇ ਨਾਲ ਬੜਾ ਸੰਗ ਹੋ ਗਿਆ, ਬੜਾ ਪਿਆਰ ਪੈ ਗਿਆ ਹੈ ਤੇ ਬੇਅੰਤ ਧਨ ਵੀ ਪ੍ਰਾਪਤ ਕਰ ਰਹੇ ਹਨ। ਨਿਤ ਪ੍ਰਤ ਮਿਲਹਿ ਵਧਹਿ ਅਧਿਕਾਏ। ਬੜਾ ਪ੍ਰੇਮ ਵੱਧ ਰਿਹਾ ਹੈ, ਰੋਜ਼ ਇੱਕ ਦੂਜੇ ਨੂੰ ਮਿਲਦੇ ਹਨ। ਇਮ ਜੇ ਭਇਓ ਮੋਹਿ ਦੁਖਦਾਏ। ਇਹ ਤਾਂ ਗੁਰੂ ਹਰਗੋਬਿੰਦ ਸਾਹਿਬ ਮੈਂ ਇਹਨਾਂ ਨੂੰ ਮਰਾਉਣ ਵਾਸਤੇ ਇੱਥੇ ਸੱਦਿਆ ਸੀ, ਪਰ ਇਹ ਤਾਂ ਉਲਟਾ ਮੇਰੇ ਵਾਸਤੇ ਦੁਖਦਾਈ ਹੋ ਗਏ ਹਨ। ਬਿਨ ਉਪਾਏ ਬਿਨ ਚਿੰਤ ਜੇ ਰਹੋ। ਤੇ ਬਿਨਾਂ ਉਪਾਏ ਕੀਤੇ ਤੋਂ ਤੇ ਜੇ ਬਿਨਾਂ ਚਿੰਤਾ ਕੀਤੀ ਤੋਂ ਮੈਂ ਬੇਫਿਕਰ ਹੋ ਕੇ ਤੁਰਿਆ ਫਿਰਿਆ। ਨਹੀਂ ਬਚਾ ਤਿਨ ਤੇ ਦੁਖ ਸਾਹੋ। ਤੇ ਇਹ ਹਾਲ ਰਿਹਾ ਤੇ ਮੈਂ ਜੇ ਨਾ ਛੇਤੀ ਕੋਈ ਉਪਾਅ ਕੀਤਾ, ਬਾਦਸ਼ਾਹ ਨੂੰ ਕੋਈ ਭੁਲੇਖਾ ਨਾ ਪਾਇਆ ਗੁਰੂ ਸਾਹਿਬ ਬਾਰੇ, ਤੇ ਚੰਦੂ ਸੋਚਦਾ ਕੋਈ ਦਿਨ ਹੀ ਜਾਂਦਾ ਫਿਰ ਤਾਂ ਮੇਰੀ ਮੌਤ ਆਈ ਲਓ। ਇਹ ਗੁਰੂ ਹਰਗੋਬਿੰਦ ਸਾਹਿਬ ਨੇ ਨੀਤੀ ਨਾਲ ਮੈਨੂੰ ਮੰਗ ਲੈਣਾ ਬਾਦਸ਼ਾਹ ਤੋਂ ਝੂਠਾ ਕਰਕੇ, ਕਿਉਂਕਿ ਮੈਂ ਹੈ ਝੂਠਾ। ਤੇ ਜੇ ਮੈਂ ਨਾ ਛੇਤੀ ਕੋਈ ਹੱਲ ਕੀਤਾ ਤੇ ਮੇਰੀ ਮੌਤ ਪੱਕੀ, ਬੜਾ ਦੁੱਖ ਮਿਲੇਗਾ। ਮੈਂ ਬਨ ਚੁਗਲ ਮੁਗਲ ਪਤ ਪਾਸ। ਮੈਂ ਬੜੀਆਂ ਚੁਗਲੀਆਂ ਕੀਤੀਆਂ ਸੀ ਇਸ ਮੁਗਲਾਂ ਦੇ ਪਤੀ ਰਾਜੇ ਦੇ ਪਾਸ। ਚੁਗਲੀ ਉਗਲੀ ਬੋਲਿਓ ਤਾਸ। ਤੇ ਬੜੀ ਤਰ੍ਹਾਂ ਦੀ ਚੁਗਲੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵਾਸਤੇ ਕੀਤੀ ਕਰਦਾ ਰਿਹਾ ਸਾਂ। ਬੁਰਾ ਕਰਨ ਤੇ ਸਕੀਨ ਉਪਾਏ। ਮੈਂ ਤਾਂ ਬੜਾ ਜ਼ੋਰ ਲਾਇਆ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਬਾਦਸ਼ਾਹ ਵਿਗੜ ਪਵੇ ਤੇ ਇਹਨਾਂ ਦਾ ਬੁਰਾ ਹੋਵੇ, ਕੈਦ ਵਿੱਚ ਸੁੱਟ ਕੇ ਮਾਰ ਦੇਣਗੇ। ਭਲਾ ਵਿਸਾਲ ਬਨਤ ਨਿਤ ਜਾਏ। ਤੇ ਪਰ ਇਹ ਤਾਂ ਸਗੋਂ ਕੰਮ ਉਲਟ ਹੁੰਦਾ ਜਾਂਦਾ ਹੈ। ਜਿਹੜੀ ਮੈਂ ਬਾਜੀ ਪਾਈ ਸੀ ਜਿੱਤਣ ਵਾਸਤੇ, ਉਹ ਤਾਂ ਉਲਟੀ ਮੇਰੇ ਉੱਪਰ ਪਈ ਜਾਂਦੀ ਆ। ਗੁਰੂ ਹਰਗੋਬਿੰਦ ਸਾਹਿਬ ਦੀ ਚੜ੍ਹਦੀ ਕਲਾ ਹੋ ਰਹੀ ਹੈ। ਖਰ ਕੰਟਕ ਲਖ ਬੋਵਣ ਕਰਿਓ। ਇਹ ਤਾਂ ਉਹ ਗੱਲ ਬਣੀ, ਚੰਦੂ ਕਹਿੰਦਾ ਜਿਵੇਂ ਕੋਈ ਤਿੱਖੇ ਕੰਡੇ ਬੀਜਣਾ ਕਰੇ। ਸੋ ਤੋ ਰਹਿਓ ਕਮਲ ਸੁਭ ਖਿਰਿਓ। ਤੇ ਕਿਸੇ ਵਾਸਤੇ ਬੀਜੀਏ ਕੰਡੇ ਪਰ ਉਹ ਫੁੱਲ ਬਣ ਜਾਣ, ਕਮਲ ਦੇ ਸੁੱਖ ਦੇਣ ਲੱਗ ਪੈਣ। ਵੀ ਮੈਂ ਲਿਆਂਦਾ ਤਾਂ ਗੁਰੂ ਹਰਗੋਬਿੰਦ ਸਾਹਿਬ ਨੂੰ ਇੱਥੇ ਫਸਾਉਣ ਵਾਸਤੇ ਸੀ ਜਾਲ ਵਿੱਚ, ਪਰ ਇਹ ਤਾਂ ਉਲਟਾ ਮੈਨੂੰ ਹੀ ਫਸਾਉਂਦੇ ਜਾ ਰਹੇ ਹਨ। ਧਨ ਸੁਗੰਧਤਾ ਜਿਸ ਤੇ ਪਾਈ। ਤੇ ਜਿਵੇਂ ਕਮਲਾਂ ਤੋਂ ਸੁਗੰਧਤਾ ਮਿਲਦੀ ਹੈ ਗੁਰੂ ਹਰਗੋਬਿੰਦ ਸਾਹਿਬ ਨੂੰ, ਤਾਂ ਸਰਕਾਰੀ ਖਜ਼ਾਨੇ 'ਚੋਂ ਰੋਜ਼ 500 ਰੁਪਈਆ ਬਾਦਸ਼ਾਹ ਸ਼ਰਧਾ ਨਾਲ ਭੇਟ ਕਰਨ ਲੱਗ ਪਿਆ ਹੈ। ਜਾਂ ਵਿਪਰੀਤ ਭਈ ਬਰਿਆਈ। ਇਹ ਤਾਂ ਕੰਮ ਮੱਲੋ ਮੱਲੀ ਮੇਰੇ ਉਲਟਾ ਹੁੰਦਾ ਜਾਂਦਾ ਹੈ। ਅਬ ਕੋ ਜਤਨ ਬਨਾਵਾ ਐਸੇ। ਤੇ ਮੈਨੂੰ ਛੇਤੀ ਤੋਂ ਛੇਤੀ ਹੁਣ ਕੋਈ ਨਾ ਕੋਈ ਚੁਸਤੀ ਚਲਾਕੀ ਨਾਲ ਯਤਨ ਬਣਾਉਣਾ
ਹੋਣਾ ਚਾਹੀਦਾ, ਕੋਈ ਜਾਲ ਬੁਣਨਾ ਚਾਹੀਦਾ ਹੈ। ਹਰ ਗੋਬਿੰਦ ਕਾਰਾਗ੍ਰਹਿ ਬੈਸੇ। ਜਿਸ ਤਰ੍ਹਾਂ ਕਾਰਾਗ੍ਰਹਿ ਬੈਸੇ, ਗੁਰੂ ਹਰਗੋਬਿੰਦ ਸਾਹਿਬ ਕਾਰਾਗ੍ਰਹਿ ਬਹਿ ਜਾਣ, ਭਾਵ ਕੋਈ ਇਹੋ ਜਿਹੀ ਚਾਲ ਮੈਨੂੰ ਛੇਤੀ ਚੱਲਣੀ ਚਾਹੀਦੀ ਹੈ ਵੀ ਛੇਤੀ ਤੋਂ ਛੇਤੀ ਗੁਰੂ ਹਰਗੋਬਿੰਦ ਸਾਹਿਬ ਜੀ ਜੇਲ੍ਹ ਵਿੱਚ ਸੁੱਟ ਦਿੱਤੇ ਜਾਣ। ਤਹਾਂ ਦਰਬ ਕੋ ਲੋਭ ਦਿਖਾਵਾ। ਜੇ ਕਿਤੇ ਇੱਕ ਵਾਰੀ ਗੁਰੂ ਹਰਗੋਬਿੰਦ ਸਾਹਿਬ ਜੇਲ੍ਹ ਚਲੇ ਗਏ, ਉੱਥੇ ਕਿਸੇ ਜੇਲਰ ਨੂੰ ਮੈਂ ਕੋਈ ਧਨ ਆਦਿਕ ਦੇ ਕਰਕੇ, ਮਾਇਆ ਦਾ ਲਾਲਚ ਦੇ ਕੇ, ਕੈਦ ਬਿਖੈ ਕਹਿ ਕੈ ਤੇ ਮਰਵਾਵਾ। ਕਹਿ ਕੇ ਕੈਦ 'ਚ ਹੀ ਮਰਵਾ ਦਿਆਂਗਾ, ਕੋਈ ਖਾਣੇ ਵਿੱਚ ਜ਼ਹਿਰ ਆਦਿਕ ਦੇ ਕੇ, ਤੇ ਜੇਲ੍ਹ ਦੇ ਵਿੱਚ ਹੀ ਮੈਂ ਗੁਰੂ ਹਰਗੋਬਿੰਦ ਸਾਹਿਬ ਦਾ ਕਤਲ ਕਰਵਾ ਦੇਵਾਂਗਾ। ਤਉ ਬਚਾਏ ਮੇਰੋ ਹੋਏ ਜਾਏ। ਤੇ ਤਾਂ ਜਾ ਕਰਕੇ ਫਿਰ ਮੇਰਾ ਬਚਾਅ ਹੋਵੇਗਾ। ਜਦੋਂ ਗੁਰੂ ਹਰਗੋਬਿੰਦ ਸਾਹਿਬ ਨੂੰ ਜੇਲ੍ਹ ਦੇ ਵਿੱਚ ਹੀ ਵੀ ਮਰਵਾ ਦਿੱਤਾ, ਕਤਲ ਕਰਵਾ ਦਿੱਤਾ, ਤੇ ਫਿਰ ਮੈਨੂੰ ਕੋਈ ਖਤਰਾ ਨਹੀਂ, ਜਾਨ ਬਚ ਰਹੇਗੀ। ਮਿਲਹਿ ਨ ਸ਼ਾਹੋ ਸੰਗ ਕਿਮ ਆਏ। ਜਦੋਂ ਮਾਰੀ ਗਏ, ਚੜ੍ਹਾਈ ਕਰ ਗਏ, ਫਿਰ ਆਪੇ ਗੁਰੂ ਸਾਹਿਬ ਬਾਦਸ਼ਾਹ ਨੂੰ ਨਾ ਮਿਲਣਗੇ ਤੇ ਨਾ ਮੇਰੀ ਗੱਲ ਪਤਾ ਲੱਗੇਗੀ। ਇਮ ਗਿਣਤੀ ਕੋ ਗਿਣਤ ਹਮੇਸ਼। ਕਵੀ ਜੀ ਕਹਿੰਦੇ ਇਸ ਤਰ੍ਹਾਂ ਦੀਆਂ ਖੋਟੀਆਂ ਚਾਲਾਂ ਚੱਲਣ ਵਾਸਤੇ ਗਿਣਤੀਆਂ ਮਿਣਤੀਆਂ ਚੰਦੂ ਰੋਜ਼ ਕਰਦਾ ਹੈ। ਸੰਕਟ ਚਿੰਤਾ ਜਿਸ ਹੈ ਵਿਸ਼ੇਸ਼। ਉਹਨੂੰ ਚਿੰਤਾ ਪਈ ਹੋਈ ਹੈ ਵੀ ਜੇ ਗੁਰੂ ਹਰਗੋਬਿੰਦ ਸਾਹਿਬ ਦਾ ਐਂ ਹੀ ਮੇਲ ਰਿਹਾ ਨਾ ਬਾਦਸ਼ਾਹ ਦੇ ਨਾਲ, ਤੇ ਮੇਰਾ ਸਿਰ ਵੱਢਿਆ ਜਾਣਾ ਕੋਈ ਦਿਨ ਜਾਂਦਾ ਹੈ। ਗਿਣਤ ਗਟੀ ਕੋ ਜਤਨ ਵਿਚਾਰਾ। ਤੇ ਗਿਣਤੀਆਂ ਗਿਣਦੇ ਹੋਏ ਨੇ ਇਹਦੇ ਮਨ ਵਿੱਚ ਇੱਕ ਵਿਚਾਰ ਆਇਆ, ਇਹਨੂੰ ਬੜੀ ਤਰਕੀਬ ਸੁੱਝੀ ਹੈ, ਵਿਚਾਰਿਆ ਹੈ। ਮਿਲਿਓ ਨਜੂਮੀ ਸੋਹਿਤ ਧਾਰਾ। ਇਹਨੇ ਪਾਪੀ ਨੇ ਇੱਕ ਨਵੀਂ ਤਰਕੀਬ ਕੱਢੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੇ ਬਾਦਸ਼ਾਹ ਵਿੱਚ ਦਰਾਰ ਪਾਉਣ ਦੀ। ਇਹ ਬਾਦਸ਼ਾਹ ਦੇ ਨਜੂਮੀ ਨੂੰ ਮਿਲਿਆ ਜਾ ਕੇ, ਚੰਦੂ ਦੇ ਘਰ ਵਿੱਚ ਨਜੂਮੀ ਹੁੰਦੇ ਸੀ ਜਿਹੜੇ ਬਾਦਸ਼ਾਹ ਲੋਕਾਂ ਨੂੰ ਕੋਈ ਜੋਤਿਸ਼ ਬਾਰੇ, ਆਉਣ ਵਾਲੇ ਸਮਿਆਂ ਬਾਰੇ ਦੱਸਦੇ ਰਹਿੰਦੇ ਸੀ ਵੀ ਇਸ ਤਰ੍ਹਾਂ ਕਰੋ, ਰੱਖੇ ਹੁੰਦੇ ਸੀ ਬਾਦਸ਼ਾਹ ਲੋਕਾਂ ਨੇ। ਤੋ ਬਾਦਸ਼ਾਹ ਜਹਾਂਗੀਰ ਦਾ ਜਿਹੜਾ ਨਜੂਮੀ ਹੈ, ਇਹ ਚੰਦੂ ਪਾਪੀ ਨਜੂਮੀ ਨੂੰ ਜਾ ਮਿਲਿਆ ਪ੍ਰੇਮ ਦੇ ਨਾਲ। ਨਿਸਮੇ ਤਿਮਰ ਭਏ ਕਰ ਗਇਓ। ਵੀ ਕੋਈ ਵੇਖ ਨਾ ਲਵੇ ਤੇ ਅੱਧੀ ਕੁ ਰਾਤ ਨੂੰ ਜਾ ਚੰਦੂ ਨਜੂਮੀ ਦੇ ਘਰ ਵਿੱਚ ਵੜਿਆ। ਕਹਿ ਲਓ ਜੋਤਸ਼ੀ ਜਾਣ ਲਓ, ਸੌਖਾ ਸਮਝ ਆ ਜਾਵੇਗਾ। ਚੰਦੂ ਬਾਦਸ਼ਾਹ ਦੇ ਜੋਤਸ਼ੀ ਦੇ ਕੋਲ ਜਾ ਪਹੁੰਚਿਆ ਹੈ। ਦਰਬ ਪੰਚ ਸੈ ਤਿਸ ਕੋ ਦਇਓ। ਤੇ ਲਾਲਚ ਨੂੰ ਕਰਨ ਵਾਸਤੇ ਥੋੜਾ ਜਾਂਦਿਆਂ ਸਾਰੀ 500 ਰੁਪਈਆ, ਉਹਨਾਂ ਸਮਿਆਂ 'ਚ ਅੱਜ ਦੇ 5 ਲੱਖ ਵਰਗਾ ਸੀ, 500 ਰੁਪਈਆ ਨਜੂਮੀ ਨੂੰ ਚੰਦੂ ਨੇ ਮੱਥਾ ਟੇਕ ਦਿੱਤਾ ਹੈ। ਭਨਤ ਬਿਨੈ ਸਮ ਤਿਸ ਕੀ ਸਾਥਾ। ਤੇ ਬੜਾ ਨਿਮਾਣਾ ਜਿਹਾ ਬਣ ਕੇ ਨਾ, ਗਰੀਬੜਾ ਜਿਹਾ ਬਣ ਕੇ, ਚਲਾਕ ਚੰਦੂ ਬੇਨਤੀ ਜੀ ਕਰਨ ਲੱਗਿਆ, ਹੱਥ ਜੋੜ ਕੇ ਤਰਲੇ ਮਾਰਦਾ ਹੈ। ਮੇਰੋ ਭਲੋ ਅਹੈ ਤੁਵ ਹਾਥਾ। ਕਿਹੇ ਜੋਤਸ਼ੀ ਹੈ ਨਜੂਮੀ, ਮੈਨੂੰ ਹੁਣ ਕਿਸੇ ਦਾ ਆਸਰਾ ਨਹੀਂ ਰਿਹਾ। ਜੇ ਮੇਰਾ ਭਲਾ ਹੋ ਸਕਦਾ, ਮੈਂ ਬਚ ਸਕਦਾ ਤੇ ਤੇਰੇ ਹੱਥੋਂ ਬਚ ਸਕਦਾ ਹਾਂ। ਚਿਤ ਦੇ ਕਰਹ ਇਹੀ ਉਪਕਾਰ। ਤੇ ਮੈਂ ਤੇਰਾ ਹਸਾਨ ਸਾਰੀ ਉਮਰ ਨਹੀਂ ਭੁੱਲਾਂਗਾ। ਇੱਕ ਬੇਨਤੀ ਮੇਰੀ ਸੁਣ ਕੇ ਚਿੱਤ ਦੇ ਕੇ ਤੇ ਮੇਰਾ ਭਲਾ ਕਰ ਦੇ, ਮੇਰੇ ਤੇ ਵੱਡਾ ਪਰ ਉਪਕਾਰ ਕਰ ਤੂੰ। ਅਪਰ ਦਿਓ ਧਨ 5000। ਤੇ ਮੈਂ 5000 ਰੁਪਈਆ ਜੇ ਮੇਰਾ ਤੂੰ ਕੰਮ ਕਰ ਦੇ, ਤੈਨੂੰ ਹੋਰ ਵੀ ਦੇਵਾਂਗਾ। ਹੋਏ ਲਾਚਾਰ ਮੈਂ ਤੁਝ ਟਿਗ ਆਇਓ। ਕਿਉਂਕਿ ਹੋਰ ਮੇਰਾ ਕਿਤੇ ਜ਼ੋਰ ਨਹੀਂ, ਮੈਂ ਬੇਵਸ ਹੋ ਕੇ ਨਾ ਸਾਰੇ ਪਾਸਿਓਂ ਹਾਰ ਹੰਭ ਕੇ ਤੇਰੇ ਪਾਸ ਪਹੁੰਚਿਆ ਹਾਂ। ਬਨ ਸਹਾਏ ਅਬ ਹਾਂ ਸ਼ਰਨ ਆਇਓ। ਤੇ ਮੇਰੇ ਹੱਥ ਜੁੜੇ, ਮੈਂ ਤੇਰੀ ਸ਼ਰਨ ਆਇਆ, ਤੇਰੇ ਘਰੇ ਚੱਲ ਕੇ ਆਇਆ। ਦੀਵਾਨ ਹੁੰਦਿਆਂ ਹੋਇਆਂ ਵੀ ਮੇਰੀ ਆਏ ਦੀ ਲਾਜ ਰੱਖ, ਮੇਰੀ ਸਹਾਇਤਾ ਕਰ। ਸੁਣਤ ਨਜੂਮੀ ਬੋਲਣ ਕੀਨ। ਇਹ ਜਿਹੜਾ ਜੋਤਸ਼ੀ ਹੈ ਬਾਦਸ਼ਾਹ ਦਾ, ਇਹਨੇ ਟੀਚਰ ਜੀ ਕਰਕੇ ਚੰਦੂ ਨੂੰ ਮਖੌਲ ਕੀਤਾ ਵੈ। ਸ਼ਾਹੋ ਦੀਵਾਨ ਭਏ ਕਿਮ ਦੀਨ। ਕਹਿੰਦੇ ਅੱਜ ਬਾਦਸ਼ਾਹ ਜਹਾਂਗੀਰ ਦਾ ਸਾਰਿਆਂ ਤੋਂ ਤਾਕਤਵਰ ਦੀਵਾਨ ਕਿਵੇਂ ਮੂੰਹ ਵਿੱਚ ਘਾਹ ਲੈ ਕੇ ਤੇ ਗਰੀਬ ਜਿਹਾ ਬਣਿਆ ਫਿਰਦਾ, ਹੱਥ ਜੋੜ ਰਿਹਾ ਹੈ। ਸਿਰ ਕੇ ਜੋਰ ਕਰਾਂ ਤੁਵ ਕਾਜਾ। ਬਾਕੀ ਕੋਈ ਗੱਲ ਨਹੀਂ, ਮੈਂ ਸਿਰ ਜੋੜ ਕੇ, ਭਾਵ ਵੀ ਮੈਂ ਪੂਰਾ ਬਲ ਲਾ ਕੇ ਤੇਰਾ ਕੰਮ ਕਰਾਂਗਾ, ਤੂੰ ਗੱਲ ਦੱਸ ਕੀ ਹੈ। ਫੇਰ ਸ਼ਾਹੋ ਮਤ ਸਹਿਤ ਸਮਾਜਾ। ਕੋਈ ਗੱਲ ਨਹੀਂ, ਜਿਵੇਂ ਤੂੰ ਆਖੇਂਗਾ ਉਸੇ ਤਰ੍ਹਾਂ ਹੀ ਕਰਾਂਗਾ। ਤੇ ਮੈਂ ਬਾਦਸ਼ਾਹ ਦੀ ਮੱਤ ਫੇਰ ਦੇਵਾਂਗਾ ਸਭਾ ਦੇ ਸਮੇਤ ਹੀ। ਤੂੰ ਦੱਸ ਮੇਥੋਂ ਕੀ ਕਰਵਾਉਣਾ ਹੈ। ਕੋ ਦੁਖ ਭਇਓ ਸੁਨਾਵਨ ਕਰੀਐ। ਦੱਸ ਮੈਨੂੰ, ਤੈਨੂੰ ਚੰਦੂ ਕੀ ਦੁੱਖ ਪੈ ਗਿਆ ਇਹੋ ਜਿਹਾ, ਅੱਧੀ ਰਾਤ ਮੇਰੇ ਘਰ ਤਰਲੇ ਕਰਦਾ ਫਿਰਦਾ ਹੈ। ਮੈਂ ਨਿਰਵਾਰਾਂ ਚਿੰਤ ਨ ਧਰੀਐ। ਤੇ ਮੇਰੇ ਹੁੰਦਿਆ ਚਿੰਤਾ ਨਾ ਕਰੀ, ਮੈਂ ਤੇਰਾ ਹਰੇਕ ਦੁੱਖ ਨਾਸ਼ ਕਰ ਦੇਵਾਂਗਾ। ਸੁਣ ਤਬ ਸਭੈ ਬ੍ਰਿਤੰਤ ਉਚਾਰਾ। ਤੇ ਸੁਣ ਕੇ ਨਜੂਮੀ ਜੋਤਸ਼ੀ ਤੋਂ ਨਾ ਚੰਦੂ ਨੇ ਫਿਰ ਪਿੱਛੋਂ
ਪਿੱਛੋਂ ਲੈ ਸਾਰੀ ਮੁੱਢ ਤੋਂ ਗੱਲ ਦੱਸੀ ਹੈ। ਹਿੰਦ ਗੁਰੂ ਸੰਗ ਬੈਰ ਹਮਾਰਾ। ਵੀ ਹਿੰਦੁਸਤਾਨ ਦੇ ਮਹਾਨ ਗੁਰੂ ਧੰਨ ਗੁਰੂ ਅਰਜਨ ਦੇਵ ਸਾਹਿਬ ਨਾਲ ਮੇਰਾ ਬੜੇ ਸਮੇਂ ਤੋਂ ਪਿੱਛੇ ਵੈਰ ਪੈ ਗਿਆ ਸੀ ਪੁੱਤਰੀ ਦੇ ਰਿਸ਼ਤੇ ਕਰਕੇ। ਤੁਝ ਤੇ ਪਰਦਾ ਨਾਹਿਨ ਤੇ ਰਾਖਾਂ। ਲੈ ਮੈਂ ਤੈਨੂੰ ਸਾਰਾ ਕੁਝ ਹੀ ਦੱਸ ਦੇਣਾ, ਮੈਂ ਤੇਥੋਂ ਹੁਣ ਕੋਈ ਪਰਦਾ ਨਹੀਂ ਰੱਖਾਂਗਾ। ਜਥਾ ਭਈ ਸਗਰੀ ਮੈਂ ਤੇ ਭਾਖਾਂ। ਜੋ ਜੋ ਫਿਰ ਹੋਇਆ ਮੈਂ ਸਾਰੀ ਗੱਲ ਲੈ ਨਜੂਮੀ ਦੋ ਜੋਤਸ਼ੀ ਤੈਨੂੰ ਦੱਸ ਦਿੰਦਾ ਹਾਂ। ਗੁਰ ਅਰਜਨ ਕੋ ਸਦਨ ਉਤਾਰਾ। ਤੇ ਬਹਾਨੇ ਦੇ ਨਾਲ ਮੈਂ ਲਾਹੌਰ ਗੁਰੂ ਅਰਜਨ ਦੇਵ ਸਾਹਿਬ ਨੂੰ ਬਾਦਸ਼ਾਹ ਰਾਹੀਂ ਸੱਦ ਕੇ ਤੇ ਬਾਦਸ਼ਾਹ ਨੂੰ ਦਿੱਲੀ ਨੂੰ ਤੋਰ ਦਿੱਤਾ ਤੇ ਗੁਰੂ ਅਰਜਨ ਦੇਵ ਸਾਹਿਬ ਨੂੰ ਸੇਵਾ ਦਾ ਬਹਾਨਾ ਲਾ ਕੇ ਮੈਂ ਆਪਦੇ ਘਰ ਵਿੱਚ ਲੈ ਗਿਆ ਸਾਂ ਲਾਹੌਰ। ਦੇਸ ਜਾਏ ਵੱਡ ਪੂਰਬ ਮਾਰਾ। ਤੇ 5 ਦਿਨ ਮੈਂ ਬੜੀ ਸਜ਼ਾ ਦਿੱਤੀ, ਬੜੇ ਤਸੀਹੇ ਦਿੱਤੇ ਤੇ ਬਾਅਦ ਵਿੱਚ ਕਤਲ ਕਰ ਦਿੱਤਾ, ਸ਼ਹੀਦ ਕਰ ਦਿੱਤਾ ਸੀ। ਅਬ ਤਿਸ ਕੋ ਸੁਤ ਹਰ ਗੋਵਿੰਦ। ਗੁਰੂ ਅਰਜਨ ਦੇਵ ਸਾਹਿਬ ਨੂੰ ਤਾਂ ਮੈਂ ਜਿਹੜਾ ਵੈ ਸੱਚਖੰਡ ਚਾਲਾ ਪਵਾ ਦਿੱਤਾ, ਕਤਲ ਕਰ ਦਿੱਤਾ। ਪਰ ਹੁਣ ਉਹਨਾਂ ਦੇ ਇੱਕ ਪੁੱਤਰ ਸੀ ਘਰ ਵਿੱਚ ਗੁਰੂ ਹਰਗੋਬਿੰਦ ਸਾਹਿਬ, ਉਹ ਗੱਭਰੂ ਹੋ ਰਹੇ ਹਨ। ਕਰਿਓ ਸ਼ਾਹੋ ਸੋ ਮੇਲ ਬਿਲੰਦ। ਤੇ ਉਹ ਇੱਥੇ ਦਿੱਲੀ ਆਣ ਪਹੁੰਚਿਆ ਤੇ ਬਾਦਸ਼ਾਹ ਜਹਾਂਗੀਰ ਨਾਲ ਬੜੀ ਨੇੜਤਾ ਵਧਾ ਰਹੇ ਹਨ। ਮੈਂ ਕਰ ਚਾਰੀ ਇਹਾਂ ਹਕਾਰਾ। ਭਾਵੇਂ ਹਰਗੋਬਿੰਦ ਸਾਹਿਬ ਨੂੰ ਮੈਂ ਹੀ ਚੁਗਲੀ ਕਰਕੇ ਬਾਦਸ਼ਾਹ ਕੋਲ ਇੱਥੇ ਸੱਦਿਆ ਸੀ ਵੀ ਇਹਨਾਂ ਨੂੰ ਇੱਥੇ ਸੱਦੋ, ਇਹ ਤਾਂ ਜੰਗ ਕਰਨਾ ਚਾਹੁੰਦੇ, ਤੁਹਾਡੇ ਨਾਲ ਬਗਾਵਤ ਚਾਹੁੰਦੇ ਆ, ਜੇਲ੍ਹ 'ਚ ਸੁੱਟੋ ਇਹਨਾਂ ਨੂੰ ਬਹਾਨੇ ਨਾਲ ਸੱਦ ਕੇ। ਮੈਂ ਸੱਦਿਆ ਤਾਂ ਇਸ ਕਰਕੇ ਸੀ ਬਾਦਸ਼ਾਹ ਨੂੰ ਉਂਗਲ ਲਾ ਕੇ ਚੁੱਕ ਦੇ ਕੇ ਬੜੇ ਤਰ੍ਹਾਂ ਦੀਆਂ ਚੁਗਲੀਆਂ ਕਰ ਕਰਕੇ। ਆਏ ਆਪਣੋ ਕਾਜ ਸਵਾਰਾ। ਪਰ ਗੁਰੂ ਹਰਗੋਬਿੰਦ ਸਾਹਿਬ ਬੜੇ ਚੁਸਤ ਨਿਕਲੇ, ਉਹਨਾਂ ਨੇ ਮੇਰੀ ਕੀਤੀ ਸਾਰੀ ਮੇਰੇ ਤੇ ਪਲਟ ਦਿੱਤੀ ਹੈ। ਇੱਥੇ ਆ ਕੇ ਤੇ ਸਾਰਾ ਆਪਦਾ ਕੰਮ ਸਵਾਰ ਲੈਣ ਲੱਗੇ ਹੈ ਵੀ ਮੈਂ ਉਹਨਾਂ ਨੂੰ ਮਾਰਨ ਵਾਸਤੇ ਸੱਦਿਆ ਸੀ ਤੇ ਉਹ ਤਾਂ ਉਲਟਾ ਮੈਨੂੰ ਮੌਤ ਦੇ ਨੇੜੇ ਕਰੀ ਬੈਠੇ ਹਨ। ਜਿਸ ਕੋ ਹਤਿਓ ਚਹਤ ਮੈਂ ਅਬੈ। ਤੇ ਇਦੋਂ ਪਹਿਲਾਂ ਨਜੂਮੀ ਗੁਰੂ ਹਰਗੋਬਿੰਦ ਸਾਹਿਬ ਮੈਨੂੰ ਮਾਰਨ, ਮੈਂ ਤੇਰੀ ਸਹਾਇਤਾ ਦੇ ਨਾਲ ਛੇਤੀ ਗੁਰੂ ਹਰਗੋਬਿੰਦ ਸਾਹਿਬ ਨੂੰ ਮਾਰਿਆ ਚਾਹੁੰਦਾ ਹਾਂ। ਇਮ ਉਪਾਏ ਚਿਤ ਵਿਓ ਸੁਨ ਸਬੈ। ਤੇ ਮੇਰੇ ਦਿਮਾਗ ਵਿੱਚ ਇੱਕ ਸਕੀਮ ਆਈ ਹੈ, ਜੇ ਗੁਰੂ ਹਰਗੋਬਿੰਦ ਸਾਹਿਬ ਨੂੰ ਮਾਰਨਾ ਹੈ ਤਾਂ ਮੇਰੀ ਸਕੀਮ ਧਿਆਨ ਨਾਲ ਤੂੰ ਵੀ ਸੁਣ ਲੈ, ਤੇਰੇ ਤਾਂ ਹੀ ਮੈਨੂੰ ਤਾਂ ਕੰਮ ਪਿਆ ਹੈ। ਤੂੰ ਕਹਿ ਸ਼ਾਹੋ ਸੰਗ ਅਸ ਬਾਤ। ਵੀ ਮੇਰੀ ਸਕੀਮ ਨੇਪਰੇ ਤਾਂ ਚੜੇਗੀ ਜੇ ਤੂੰ ਮੇਰੀ ਸਹਾਇਤਾ ਕਰੇਗਾ। ਸੁਣ ਜੋਤਸ਼ੀ, ਤੂੰ ਇਸ ਤਰ੍ਹਾਂ ਕਰੀ, ਜਦੋਂ ਬਾਦਸ਼ਾਹ ਆਇਆ ਨਾ ਕਚਹਿਰੀ ਵਿੱਚ ਤੇ ਬਾਦਸ਼ਾਹ ਜਹਾਂਗੀਰ ਨੂੰ ਤੂੰ ਇਸ ਤਰ੍ਹਾਂ ਆਖ ਦੇਣਾ, ਆਹ ਗੱਲਬਾਤ ਸੁਣਾ ਦੇਣੀ ਹੈ। ਸਾਢ ਸਤੀ ਆਈ ਬਖਿਆਤ। ਵੀ ਬਾਦਸ਼ਾਹ ਤੇਰੇ ਤੇ ਸਾਢ ਸਤੀ ਜਿਹੜੀ ਆ ਨਾ ਉਹ ਆ ਰਹੀ ਹੈ, ਜਿਹੜੀ ਇਹ ਕੋਈ 7.5 ਸਾਲ ਦਾ ਬੜਾ ਮਾੜਾ ਸਮਾਂ ਗਿਣਦੇ ਸ਼ਨੀਚਰ ਗ੍ਰਹਿ ਦੇ ਪ੍ਰਵੇਸ਼ ਕਰਨ ਕਰਕੇ ਕੋਈ ਜੋਤਿਸ਼ ਮਤ ਵਾਲੇ। ਤੇ ਤੂੰ ਆਖ ਦੇਈਂ ਵੀ ਸਾਢ ਸਤੀ ਬਾਦਸ਼ਾਹ ਤੇਰੇ ਉੱਪਰ ਛੇਤੀ ਚੜ ਰਹੀ ਪ੍ਰਗਟ ਹੀ। ਮੁਖ ਮੁਰਝਾਏ ਬਣਾਉ ਦਿਲਗੀਰ। ਤੇ ਢਿੱਲਾ ਜਿਹਾ ਬੂਥਾ ਕਰਕੇ ਆਖੀ ਵੀ ਜਿਵੇਂ ਤੈਨੂੰ ਬੜਾ ਦੁੱਖ ਹੁੰਦਾ ਬਾਦਸ਼ਾਹ ਦਾ, ਬੜਾ ਹਮੈਤੀ ਫਿਕਰਮੰਦ ਹੋਵੇ। ਜਿਸ ਤੇ ਸ਼ਾਹੋ ਧਰੈ ਨਹਿ ਤੀਰ। ਤੇ ਜਿਹੜਾ ਬਾਦਸ਼ਾਹ ਇਹ ਡਰਪੋਕ ਹੁੰਦੇ ਆ, ਮੈਂ ਚੰਦੂ ਕਹਿੰਦਾ ਰਿਹਾ ਹੋਇਆ, ਇਹ ਵਹਿਮੀ ਬਹੁਤ ਹੈ ਜਹਾਂਗੀਰ। ਜਦੋਂ ਤੂੰ ਢਿੱਲਾ ਜਿਹਾ ਮੂੰਹ ਕਰਕੇ ਕਹੇਂਗਾ ਨਾ ਤੇ ਤੇਰੇ ਤੇ ਇਤਬਾਰ ਵੀ ਬਹੁਤ ਕਰਦਾ ਹੈ ਜਹਾਂਗੀਰ। ਤੇ ਮੈਨੂੰ ਪਤਾ ਹੈ ਬਾਦਸ਼ਾਹ ਦੀ ਤਰੋ ਨਿਕਲ ਜਾਣੇ, ਡਰ ਜਾਣਾ ਇਹਨੇ, ਇਹਨੂੰ ਧੀਰਜ ਹੌਸਲਾ ਨਹੀਂ ਰਹਿਣਾ ਹੈ। ਮ੍ਰਿਤ ਕੋ ਭੈ ਦਿਖ ਰਾਵਣ ਕਰੀਐ। ਤੇ ਤੂੰ 2-4 ਗਪੌੜ ਮਾਰੀ ਵੀ ਬਾਦਸ਼ਾਹ ਜੇ ਦਾ ਹੱਲ ਨਾ ਕੀਤਾ ਤੇ ਸਾਢ ਸਤੀ ਵਿੱਚ ਤੇਰੀ ਮੌਤ ਵੀ ਹੋ ਸਕਦੀ ਹੈ। ਬੜਾ ਭਾਰਾ ਸਮਾਂ ਆ ਰਿਹਾ 7.5 ਸਾਲ ਦਾ। ਬੂਝੈ ਜਤਨ ਤਾ ਏਵ ਉਚਰੀਐ। ਤੇ ਚੰਦੂ ਦਾ ਹੁਣ ਦਿਮਾਗ ਬੁੱਧ ਬਹੁਤ ਹੈ, ਕਿਉਂਕਿ ਪੁੱਠੇ ਪਾਸੇ ਤੁਰਿਆ ਹੋਇਆ। ਫਿਰ ਕਹਿੰਦਾ ਬਾਦਸ਼ਾਹ ਤੈਨੂੰ ਪੁੱਛੇਗਾ ਜ਼ਰੂਰ ਇਹ ਗੱਲ ਵੀ ਹੁਣ ਜੇ ਸਾਢ ਸਤੀ ਆ ਰਹੀ ਹੈ ਤੇ ਇਹ ਨਜੂਮੀ ਜੋਤਿਸ਼, ਹੁਣ ਇਹਦਾ ਉਪਾਅ ਕੀ ਕਰੀਏ। ਤੇ ਜਦੋਂ ਤੇਥੋਂ ਬਾਦਸ਼ਾਹ ਨੇ ਉਪਾਅ ਪੁੱਛਣਾ ਹੈ, ਹਰ ਗੋਬਿੰਦ ਆਖਿਆ ਬਖਿਆਤ। ਤੇ ਤੂੰ ਨਾਂ ਲੈ ਦੇ ਗੁਰੂ ਹਰਗੋਬਿੰਦ ਸਾਹਿਬ ਦਾ, ਜਾਂ ਕੱਲਾ ਹਰਗੋਬਿੰਦ ਸਾਹਿਬ ਕਰਕੇ ਤੂੰ ਸੁਣਾ ਦੇਈਂ ਜਿਵੇਂ ਮੈਂ ਆਖਦਾ ਹਾਂ। ਸੋਢੀ ਹੋਏ ਸੋ ਖੱਤਰੀ ਜਾਤ। ਤੂੰ ਆਖੀ ਵੀ ਜੇ ਸਾਢ ਸਤੀ ਤੇਰੀ ਤਾਂ ਟਲ ਸਕਦੀ ਬਾਦਸ਼ਾਹ, ਨਹੀਂ ਤਾਂ ਤੇਰੀ ਮੌਤ ਪੱਕੀ ਹੈ। ਉਪਾਅ ਇਹ ਹੈ ਵੀ ਕਿਸੇ ਦਾ ਨਾਮ ਹੋਵੇ ਹਰਗੋਬਿੰਦ ਤੇ ਸੋਢ ਉਹਨਾਂ ਦੀ ਵੰਸ਼ ਹੋਵੇ ਤੇ ਛਤਰੀ ਵਰਣ ਦੇ ਵਿੱਚ ਹੋਇਆ ਹੋਵੇ। ਹਿਤ ਤੁਮਰੇ ਸੋ ਫੇਰਹਿ ਮਾਲਾ। ਤੇ ਤੇਰੇ ਭਲੇ ਵਾਸਤੇ ਚਲੀਸਾ ਕੱਟਿਓ, ਉਹ ਮਾਲਾ ਫੇਰੇ ਕਿਤੇ ਬਹਿ ਕਰਕੇ ਪਰਮੇਸ਼ਰ ਦਾ ਨਾਮ ਧਿਆਵੇ, ਤੇਰੇ ਵਾਸਤੇ ਚਲੀਸਾ ਕੱਟੇ। ਥਲ ਗੁਲੇਰ ਮਹਿ ਬੈਠ ਨਿਰਾਲਾ। ਤੇ ਥਾਂ ਵੀ ਇਹੋ ਜਿਹੀ ਹੋਵੇ ਜਿਵੇਂ ਗਵਾਲੀਅਰ ਦਾ ਕਿਲ੍ਹਾ ਹੈ।
ਗਵਾਲੀਅਰ ਦੇ ਜਿਹੜਾ ਉਹ ਨਗਰ ਹੈ ਉਸ ਇਲਾਕੇ ਵਿੱਚ ਕਿਤੇ ਕੱਲਾ ਬਹਿ ਕਰਕੇ ਚਲੀਸਾ ਕੱਟੇ ਤੇਰੇ ਨਾਮ ਦਾ। ਤਬ ਸੁਖੈਣ ਦਿਨ ਬਿਤਹਿ ਤੁਮਾਰੇ। ਤੇ ਫੇਰ ਤਾਂ ਜੇ ਚਲੀਸਾ ਕੱਟ ਲਵੇ ਹਰਗੋਬਿੰਦ ਨਾਮ ਦਾ ਕੋਈ ਮਨੁੱਖ ਹੋਵੇ ਇੱਥੋਂ ਲੱਭ ਲੈ। ਗੁਰੂ ਹਰਗੋਬਿੰਦ ਸਾਹਿਬ ਦਾ ਨਾਂ ਤਾਂ ਨਾਂ ਲਿਆ ਇਹਨੇ, ਪਰ ਬਹਾਨੇ ਦੇ ਨਾਲ ਕਹਿ ਦਿੱਤਾ ਵੀ ਕੋਈ ਇਹੋ ਜਿਹਾ ਨਾ ਹੋਵੇ, ਹਰਗੋਬਿੰਦ ਇਹੋ ਜਿਹਾ ਨਾ ਹੋਵੇ, ਸੋਢੀਆਂ ਦੀ ਬੰਸ ਹੋਵੇ ਤੇ ਜਾਤ ਖੱਤਰੀਆਂ 'ਚ ਹੋਵੇ ਤੇ ਛਤਰੀ ਹੋਵੇ ਧਰਮ ਦਾ। ਤੋ ਇਸ ਤਰ੍ਹਾਂ ਉਹ ਮਾਲਾ ਫੇਰੇ ਤੇ ਫੇਰੇ ਵੀ ਗਵਾਲੀਅਰ ਵਾਲੀ ਸਾਈਡ ਇਸ ਪਾਸੇ ਕੱਲਾ ਬਹਿ ਕਰਕੇ ਤੇ ਬਾਦਸ਼ਾਹ ਤੇਰੇ ਦਿਨ ਸੌਖੇ ਲੰਘ ਸਕਦੇ। ਇਸ ਤਰ੍ਹਾਂ ਦੀ ਮੱਤ ਜੀ ਸੁਣਾ ਦੇਵੀਂ ਉਪਾਅ ਕਰਕੇ। ਏਵ ਪ੍ਰਬੋਧਾ ਜਾਏ ਸਕਾਰੇ। ਤੇ ਇਹ ਜਾ ਕੇ ਨਾ ਤੇ ਤੂੰ ਬਾਦਸ਼ਾਹ ਨੂੰ ਸਾਰੀ ਇਸ ਤਰ੍ਹਾਂ ਜਿਵੇਂ ਮੈਂ ਸਮਝਾ ਦਿੱਤਾ ਕਹਿ ਕੇ ਤੇ ਸਕੀਮ ਮੇਰੀ ਸਫਲੀ ਕਰ ਦੇ। ਟਰਹਿ ਛਤਰ ਤਬ ਲਿਹੋ ਧਨ ਘਨੋ। ਤੇ ਜੇ ਇੱਕ ਵਾਰੀ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਚਲੇ ਗਏ ਤੇ ਉੱਥੇ ਮੈਂ ਛੱਡਣੇ ਨਹੀਂ, ਮਰਵਾ ਦੇਣੇ ਆ। ਤੇ ਉਸ ਤੋਂ ਬਾਅਦ ਵੇਖੀ ਜਿੰਨੀ ਮੂੰਹ ਮਾਇਆ ਮੰਗੇਗਾ ਨਾ ਨਜੂਮੀ, ਤੈਨੂੰ ਮਾਇਆ ਦੇ ਨਾਲ ਤੋਲ ਕੇ ਰੱਖ ਦੇਵਾਂਗਾ। ਕਰਹੁ ਜਤਨ ਬਹ ਬੁੱਧ ਤੇ ਭਨੋ। ਤੇ ਬੜੇ ਚਲਾਕੀ ਦੇ ਨਾਲ ਜਿਵੇਂ ਮੈਂ ਆਖਿਆ ਨਾ ਇਹ ਸਾਰਾ ਕੁਝ ਤੈਂ ਕਰਨਾ ਹੈ ਬਾਦਸ਼ਾਹ ਦੇ ਆਏ ਤੋਂ। ਤਬਹਿ ਨਜੂਮੀ ਧੀਰਜ ਦੀਨ। ਤੇ ਜਿਹਨੂੰ ਹੁਣ ਖੁੱਲਾ ਗੱਫਾ ਮਾਇਆ ਦਾ ਮਿਲਿਆ ਲਾਲਚੀ ਹੈ ਤੇ ਜੋਤਸ਼ੀ ਨੇ ਬੜੀ ਧੀਰਜ ਦਿੱਤੀ ਹੈ ਚੰਦੂ ਦੇ ਤਾਈ। ਮੈਂ ਇਮ ਕਰਾਂ ਚਿੰਤ ਕਰਹੀਨ। ਚੰਦੂ ਤੂੰ ਚਿੰਤਾ ਛੱਡ ਦੇ, ਪ੍ਰਵਾਹ ਨਾ ਕਰ, ਮੈਂ ਤੇਰੇ ਨਾਲ ਹਾਂ, ਜਿਵੇਂ ਤੂੰ ਆਖਿਆ ਇਦਾਂ ਕਰਾਂਗਾ। ਸ਼ਾਹੋ ਕਰਹਿ ਨਿਤ ਮੈਂ ਜੋ ਬਤਾਏ। ਬਾਕੀ ਬਾਦਸ਼ਾਹ ਜਿਹੜਾ ਨਾ ਮੇਰੇ ਕਹਿਣੇ 'ਚ ਹੀ ਰਹਿੰਦਾ ਤੇ ਜਿਵੇਂ ਮੈਂ ਕਹਿਣਾ ਬਾਦਸ਼ਾਹ ਉਸੇ ਤਰ੍ਹਾਂ ਕਰਦਾ ਹਮੇਸ਼ਾ। ਪੂਰਬ ਅਨੇਕ ਬਾਰ ਪਤੀ ਆਏ। ਇਹ ਹੁਣ ਦੀ ਗੱਲ ਨਹੀਂ, ਮੈਂ ਪਹਿਲਾਂ ਕਈ ਵਾਰ ਹਜ਼ਾਰੀ ਵਾਰੀ ਇਹ ਗੱਲ ਪਰਤਿਆ ਕੇ ਵੇਖੀ ਵੀ ਬਾਦਸ਼ਾਹ ਨੂੰ ਮੈਂ ਜਿਵੇਂ ਕਹਿਣਾ ਉਸੇ ਤਰ੍ਹਾਂ ਕਰਦਾ। ਐਦਕੀ ਵੀ ਮੇਰੇ ਪਿੱਛੇ ਲੱਗੇਗਾ। ਇੱਕ ਮੇਰੇ ਕਹਿਬੇ ਕੀ ਦੇਰ। ਬਸ ਤੂੰ ਪਰਵਾਹ ਕਿਹੜੀ ਗੱਲ ਦੀ ਕਰਦਾ ਚੰਦੂ, ਇਹ ਤਾਂ ਮੇਰੇ ਮੂੰਹ ਕੱਢਣ ਦੀ ਦੇਰ ਹੈ। ਸੁਣਤ ਗੁਰੂ ਕੋ ਪਠਾ ਗੁਲੇਰ। ਤੇ ਇਹਨੇ ਵੇਖੀ ਇਹ ਬਾਦਸ਼ਾਹ ਨੇ ਮੇਰੇ ਪਿੱਛੇ ਲੱਗ ਕੇ ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਜਾ ਧੱਕ ਦੇਣਾ ਉੱਥੇ ਗਵਾਲੀਅਰ ਦੇ ਕਿਲੇ ਵਿੱਚ। ਗਇਓ ਚੰਦ ਤਬ ਹਰਖ ਤਰੰਤਾ। ਤੇ ਚੰਦੂ ਬੜਾ ਖੁਸ਼ ਹੋਇਆ ਵੀ ਹੁਣ ਕੰਮ ਬਣਿਆ, ਲਾਓ ਖੁਸ਼ੀ ਖੁਸ਼ੀ ਨਜੂਮੀ ਦੇ ਘਰੋਂ ਚਲਾ ਗਿਆ ਹੈ। ਜਾਣਿਓ ਗਇਓ ਨਾ ਛੁਟਹਿ ਕਦੰਤਾ। ਤੇ ਜਾਣਿਆ ਵੀ ਜੇ ਗੁਰੂ ਹਰਗੋਬਿੰਦ ਸਾਹਿਬ ਇੱਕਰੀ ਪਕੜੇ ਗਏ ਗਵਾਲੀਅਰ ਚਲੇ ਗਏ ਕੈਦ 'ਚ ਤੇ ਫੇਰ ਨਹੀਂ ਛੁੱਟਣਗੇ ਮਰੇ ਬਿਨਾ। ਪਿਤ ਕੈ ਸਮ ਕਰ ਕੈ ਇਸਹਾਨ। ਤੇ ਮੈਂ ਵੀ ਗੁਰੂ ਹਰਗੋਬਿੰਦ ਸਾਹਿਬ ਨੂੰ ਜਿਵੇਂ ਇਹਨਾਂ ਦੇ ਬਾਪ ਨੂੰ ਕਤਲ ਕੀਤਾ ਸ਼ਹੀਦ ਕੀਤਾ ਇਹਨਾਂ ਨਾਲ ਵੀ ਉਹੀ ਕਰਾਂਗਾ। ਤਬ ਨਿਚਿੰਤ ਹੋਏ ਟਿਕਾ ਸਥਾਨ। ਫਿਰ ਮੈਂ ਆਪਦੇ ਕੁਰਸੀ ਤੇ ਆਨੰਦ ਨਾਲ ਬਹਿ ਜਾਵਾਂਗਾ, ਫਿਰ ਮੈਨੂੰ ਕਿਸੇ ਦੁਸ਼ਮਣ ਦਾ ਖਤਰਾ ਨਹੀਂ, ਕਿਉਂਕਿ ਖਤਰਾ ਕੱਲਾ ਮੈਨੂੰ ਗੁਰੂ ਹਰਗੋਬਿੰਦ ਸਾਹਿਬ ਤੋਂ ਹੈ। ਨਿਸਮਹਿ ਪਰਿਓ ਰਹਿਓ ਨਹਿ ਸੋਵਾ। ਕਹਿੰਦੇ ਇੰਨਾ ਚਾਅ ਚੰਦੂ ਨੂੰ ਰਾਤ ਪਿਆ ਤਾਂ ਰਿਹਾ ਪਲੰਘੇ ਤੇ, ਪਰ ਨੀਂਦ ਕੋਈ ਨਹੀਂ ਆਈ ਨੇਤਰਾਂ ਵਿੱਚ। ਗਿਣਤ ਗਟੀ ਚਿਤ ਚਿੰਤ ਪਰੋਵਾ। ਚਿੱਤ ਬੜਾ ਚਿੰਤਾ ਵਿੱਚ ਵਿੰਨਿਆ ਹੋਇਆ ਹੈ, ਗਿਣਤੀਆਂ ਗਿਣਦਾ ਵੀ ਇਸ ਤਰ੍ਹਾਂ ਹੋ ਜਾਣਾ, ਬਸ ਕੱਲ ਨੂੰ ਇਸ ਤਰ੍ਹਾਂ ਨਿਬੜ ਜਾਣੀ ਹੈ। ਭਈ ਪ੍ਰਭਾਤ ਨਜੂਮੀ ਗਇਓ। ਇੱਧਰ ਜਦੋਂ ਦਿਨ ਚੜਿਆ ਸਾਧ ਸੰਗਤ ਜੀ, ਇਹ ਜੋਤਸ਼ੀ ਸਿਖਾਇਆ ਹੋਇਆ ਚੰਦੂ ਦਾ ਬਾਦਸ਼ਾਹ ਪਹੁੰਚਿਆ ਕਚਹਿਰੀ ਵਿੱਚ। ਬਗਲ ਕਿਤਾਬ ਮਲਿਨ ਮੁਖ ਕੀਓ। ਤੇ ਭੈੜਾ ਜਿਹਾ ਮੂੰਹ ਬਣਾਇਆ ਹੋਇਆ ਰੁੱਖਾ ਜਿਹਾ ਤੇ ਕੱਛ ਵਿੱਚ ਕਿਤਾਬ ਜੀ ਮਾਰੀ ਹੋਈ ਮੰਤਰਾਂ ਵਾਲੀ। ਜਾਏ ਸਲਾਮ ਸ਼ਾਹੋ ਸੋ ਕਰੀ। ਜਾ ਬਾਦਸ਼ਾਹ ਨੂੰ ਸਲਾਮ ਕੀਤੀ ਹੈ। ਕਹਿਨ ਬਾਤ ਚਾਤੁਰਤਾ ਧਰੀ। ਤੇ ਗੱਲ ਕਹਿਣ ਵਾਸਤੇ ਬੜੀ ਚਲਾਕੀ ਜੀ ਕੀਤੀ ਆ, ਬੜਾ ਢਿੱਲਾ ਜਿਹਾ ਰੋਣਾ ਮੂੰਹ ਬਣਾ ਕਰਕੇ। ਮਲਿਨ ਨਜੂਮੀ ਕੀ ਦੇਸ਼ਹੇਰ। ਕਿਉਂਕਿ ਗੱਲ ਕਹਿਣ ਤੋਂ ਪਹਿਲਾਂ ਨਾ ਮੁਖੀ ਨੇ ਆਪਦਾ ਮੂੰਹ ਨਜੂਮੀ ਨੇ ਇਸ ਤਰ੍ਹਾਂ ਦਾ ਭੈੜਾ ਜਿਹਾ ਬਣਾ ਲਿਆ ਜਿਵੇਂ ਬੜਾ ਦੁਖੀ ਹੁੰਦਾ। ਤੇ ਬਾਦਸ਼ਾਹ ਲੋਕ ਫਿਰ ਵੀ ਚਿਹਰਾ ਪੜ੍ਹਨਾ ਜਾਣਦੇ ਆ, ਤੇ ਨਜੂਮੀ ਨੂੰ ਆਇਆ ਵੇਖ ਕੇ ਦਾ ਚਿਹਰਾ ਜਿਹਾ ਉਤਰਿਆ ਵੇਖ ਕੇ ਬਾਦਸ਼ਾਹ ਨੇ। ਸ਼ਾਹੋ ਬਿਹਸ ਬੂਝਤ ਹੈ ਖੈਰ। ਬਾਦਸ਼ਾਹ ਪੁੱਛਣ ਲੱਗਿਆ ਵੀ ਖੈਰ ਹੈ ਨਜੂਮੀ, ਕਿਵੇਂ ਢਿੱਲਾ ਜਿਹਾ ਮੂੰਹ ਕੀਤਾ ਹੈ? ਕਿਮ ਆਵਤ ਹੈ ਮਨ ਮੁਰਝਾਇਓ। ਵੀ ਅੱਗੇ ਤਾਂ ਬੜਾ ਖੁਸ਼ ਆਉਣਾ, ਅੱਜ ਕਿਵੇਂ ਜਿਹੜਾ ਮੂੰਹ ਲਮਕਾ ਕੇ ਸਭਾ ਵਿੱਚ ਆਣ ਖੜਾ ਹੋਇਆ ਹੈ। ਕਛੂ ਕਾਜਤਾ ਨਹਿ ਬਿਗਰਾਇਓ। ਘਰੇ ਝਗੜਾ ਹੋ ਗਿਆ ਕਿ ਕੋਈ ਹੋਰ ਬਾਹਰ ਦਾ ਕੰਮ ਤੇਰਾ ਵਿਗੜ ਗਿਆ ਹੈ। ਸੁਣ ਕਰ ਕਹਿਣ ਲਾਗ ਛਲਸਾਨੀ। ਤੇ ਛਲ ਜਿਹਾ ਮਨ ਚ ਰੱਖ ਕੇ ਨਾ ਧਰੋ ਜਿਹਾ ਕਰਦਾ ਹੋਇਆ ਇਹ ਜਿਹੜਾ ਨਜੂਮੀ ਹੈ ਜੋਤਸ਼ੀ ਬਾਦਸ਼ਾਹ ਨੂੰ ਕਹਿਣ ਲੱਗਿਆ, ਵਿਦਿਆ ਕਰਹਿ ਵਿਚਾਰ ਮਹਾਨੀ। ਵੀ ਕੀ ਦੱਸਾਂ ਬਾਦਸ਼ਾਹ,
ਮੈਂ ਰਾਤ ਬੜਾ ਸੰਸ਼ੇ ਵਿੱਚ ਪਿਆ ਹੋਇਆ। ਮੈਂ ਰਾਤ ਬੜੀ ਜੋਤਿਸ਼ ਵਿਦਿਆ ਦੀਆਂ ਗ੍ਰੰਥ ਕਿਤਾਬਾਂ ਫੋਲੀਆਂ, ਵਿਚਾਰ ਕੀਤੀ। ਦਇਓ ਆਪ ਕੋ ਸਭ ਕੁਛ ਖਾਤ। ਤੇ ਮੈਂ ਸੱਚ ਦੱਸਾਂ ਤਾਂ ਮੈਂ ਤੁਹਾਡਾ ਹੀ ਦਿੱਤਾ ਸਾਰਾ ਕੁਝ ਖਾਨਾ, ਤੇ ਤੁਹਾਡੀ ਮਿਹਰ ਮੇਰੇ ਉੱਤੇ ਸਦਾ ਰਹਿੰਦੀ ਹੈ। ਤੁਹਾਡੇ ਘਰ ਦਾ ਨਮਕ ਖਾਂਦਾ ਹਾਂ। ਚਾਹੇ ਦਿਨ ਰਹਿਣ ਖੈਰ ਤੋ ਬਗਾਤ। ਤੇ ਮੈਂ ਬਾਦਸ਼ਾਹ ਸੱਚ ਜਾਣਾ ਵੀ ਤੁਹਾਡਾ ਦੇਣ ਨਹੀਂ ਦੇ ਸਕਦਾ। ਤੁਹਾਡਾ ਦਿੱਤਾ ਖਾਨਾ ਮਾਇਆ ਵਰਤਦਾ ਹਾਂ। ਤੇ ਮੇਰੇ ਮਨ 'ਚ ਸਦਾ ਹੀ ਇੱਛਾ ਰਹਿੰਦੀ ਵੀ ਬਾਦਸ਼ਾਹ ਦੀ ਚੜ੍ਹਦੀ ਕਲਾ ਰਵੇ। ਸਰੀਰ ਦੀ ਮੈਂ ਸਦਾ ਖੈਰ ਮੰਗਦਾ, ਲੰਮੀ ਤੰਦਰੁਸਤੀ, ਲੰਮੀ ਉਮਰ ਮੰਗਦਾ ਹਾਂ। ਖੋਜਣ ਕਰੇ ਭਲੇ ਗ੍ਰਹਿ ਸਾਰੇ। ਤੇ ਕੱਲ ਜਦੋਂ ਮੈਂ ਗ੍ਰਹਿ ਖੋਜੇ ਨਾ, ਕੋ ਗ੍ਰਹਿਆਂ ਦੀਆਂ ਪੁਸਤਕਾਂ ਤੇ ਸਾਰੀ ਖੋਜ ਪੜਤਾਲ ਕੀਤੀ ਕੱਲ, ਸਾਢ ਸਤੀ ਅਬ ਚੜ੍ਹੀ ਤੇ ਤੁਮਾਰੇ। ਉੱਥੋਂ ਮੈਨੂੰ ਪਤਾ ਲੱਗਿਆ ਬਾਦਸ਼ਾਹ ਵੀ ਤੇਰੇ ਤੇ ਤਾਂ ਸਾਢ ਸਤੀ ਜਿਹੜੀ ਵੈ ਛੇਤੀ ਚੜ ਪਈ ਹੈ। ਕਰੂਰ ਮਹਿਦ ਇਹ ਦੁਖ ਕੀ ਦਾਤਾ। ਤੇ ਜਿਹੜੀ ਸਾਢ ਸਤੀ ਹੁੰਦੀ ਬਾਦਸ਼ਾਹ 7.5 ਸਾਲ ਰਹਿੰਦੀ ਹੈ, ਤੇ ਬੜਾ ਜ਼ਿਆਦਾ ਦੁੱਖ ਦੇਣ ਵਾਲੀ ਹੁੰਦੀ ਹੈ। ਬਹੁਤ ਭਾਰੀ ਕਸ਼ਟ ਹੁੰਦਾ ਹੈ। ਜਿਸ ਪਰ ਚੜ੍ਹਤ ਕਰਤ ਇਹ ਤੇ ਘਾਤਾ। ਜਿਹਦੇ ਤੇ ਚ ਬਣਾਇਆ ਦਾ ਪਖੰਡੀ ਹੋਇਆ, ਜਿਹਦੇ ਤੇ ਚੜ ਜਾਂਦੀ ਹੈ ਨਾ ਸਾਢ ਸਤੀ, ਤੇ ਕਈ ਵਾਰੀ ਉਹ ਮਨੁੱਖ ਦੀ ਜਾਨ ਲਏ ਬਿਨਾਂ ਹਟਦੀ ਨਹੀਂ ਹੈ। ਤੁਨ ਉਪਾਏ ਮੈਂ ਅਧਿਕ ਵਿਚਾਰੇ। ਤੇ ਫਿਰ ਮੈਂ ਸੋਚਿਆ ਵੀ ਬਾਦਸ਼ਾਹ ਦਾ ਦਿੱਤਾ ਖਾਨਾ ਹੈ ਮਣਾ, ਇਹਨਾਂ ਨੂੰ ਸਾਢ ਸਤੀ ਤੋਂ ਬਚਾਉਣਾ ਚਾਹੀਦਾ। ਫਿਰ ਮੈਂ ਸਾਰੀ ਰਾਤ ਜਾਗ ਕੇ ਬੜੇ ਉਪਾਅ ਤਰੀਕੇ ਲੱਭਦਾ ਰਿਹਾ, ਬੜੇ ਗ੍ਰੰਥ ਪੜ੍ਹੇ ਸਨ। ਜਿਸ ਤੇ ਨੀਕੀ ਰਹਿ ਤੁਮਾਰੇ। ਇਹ ਤਾਂ ਕਿ ਬਾਦਸ਼ਾਹ ਦੀ ਸੌਖੀ ਰਵੇ, ਸ਼ਾਂਤੀ ਰਵੇ, ਸਾਢ ਸਤੀ ਤੋਂ ਬਾਦਸ਼ਾਹ ਦੀ ਖੈਰ ਹੋਵੇ। ਸੁਣਤ ਸ਼ਾਹੋ ਦਲ ਕਿਉ ਧਰ ਤਰਾਸਾ। ਤੇ ਬਾਦਸ਼ਾਹ ਵਿਚਾਰਾ ਸੁਣ ਕੇ ਇਹਦੀ ਨਜੂਮੀ ਦੀ ਗੱਲ ਤੇ ਡਰ ਗਿਆ, ਤੇ ਡਰਦਾ ਹੋਇਆ ਇੱਕੋ ਵਾਰੀ ਸਿੰਘਾਸਣ ਤੋਂ ਬੁੜਕ ਕੇ ਖੜਾ ਹੋਇਆ ਹੈ। ਕਬ ਤੇ ਚੜੀ ਕਹਾ ਮੁਝ ਪਾਸਾ। ਕਹਿੰਦਾ ਉਹ ਨਜੂਮੀ, ਇਹ ਸਾਢ ਸਤੀ ਭਲਾ ਕਦੋਂ ਤੋਂ ਮੇਰੇ ਉੱਪਰ ਆਣ ਪਈ ਹੈ, ਜਿਹੜਾ ਛੇਤੀ ਨਾਲ ਦੱਸਣਾ ਕਰ। ਜਤਨ ਵਿਚਾਰਿਓ ਸੋ ਕਹਿ ਦੀਜੈ। ਤੇ ਨਾਲ ਜੇ ਚੜੀ ਹੈ ਸਾਢ ਸਤੀ, ਤੇ ਇਹਨੂੰ ਦੂਰ ਕਰਨ ਦਾ ਕੀ ਉਪਾਅ ਹੋ ਸਕਦਾ? ਕੋਈ ਸੋਚਿਆ? ਜੇ ਸੋਚਿਆ ਤੇ ਉਹ ਵੀ ਦੱਸ ਦੇ ਛੇਤੀ। ਸਾਢ ਸਤੀ ਬਲ ਜਿਸ ਤੇ ਚੀਜੈ। ਕੋਈ ਇਹੋ ਜਿਹਾ ਉਪਾਅ ਵੀ ਦੱਸ ਦੇ ਜਿਹਦੇ ਨਾਲ ਸਾਢ ਸਤੀ ਦਾ ਜਿਹੜਾ ਬਾਲ ਹੈ ਉਹ ਨਾਸ਼ ਹੋ ਜਾਵੇ, ਮੈਨੂੰ ਮੇਰੀ ਜਾਨ ਬਚ ਰਹੇ। ਤਬਹਿ ਨਜੂਮੀ ਬਾਕ ਉਚਾਰੇ। ਤੇ ਇਹ ਚੰਦੂ ਦਾ ਸਿਖਾਇਆ ਹੋਇਆ ਜਿਹੜਾ ਜੋਤਸ਼ੀ ਹੈ ਫਿਰ ਬਾਦਸ਼ਾਹ ਨੂੰ ਕਹਿਣ ਲੱਗਿਆ, ਕਿਉਂਕਿ ਚੰਦੂ ਨੂੰ ਪਤਾ ਹੀ ਸੀ ਵੀ ਬਾਦਸ਼ਾਹ ਨੇ ਕਹਿਣਾ ਵੀ ਉਪਾਅ ਵੀ ਦੱਸ, ਤੇ ਉਪਾਅ ਵੀ ਚੰਦੂ ਦੇ ਹੀ ਦੱਸੇ ਹੋਏ ਆ ਇਹਨੂੰ। ਜਦੋਂ ਬਾਦਸ਼ਾਹ ਨੇ ਉਪਾਅ ਪੁੱਛਿਆ ਤੇ ਜੋਤਸ਼ੀ ਕਹਿਣ ਲੱਗਿਆ ਹੈ, ਦੁਖਦ ਚੜੀ ਇਹ ਆਜ ਤਿਹਾਰੇ। ਵੀ ਅੱਜ ਹੀ ਬਾਦਸ਼ਾਹ ਇਹ ਸਾਢ ਸਤੀ ਦਾ ਪਹਿਲਾ ਦਿਨ ਹੈ, ਅੱਜ ਹੀ ਤੇਰੇ ਉੱਪਰ ਚੜੀ ਤੇ 7.5 ਸਾਲ ਰਹਿਣੀ ਹੈ। ਬਹੁ ਲੋਕਨ ਕੋ ਨਹੀਂ ਸੁਨਾਵਹ। ਤੇ ਗੱਲ ਇਹ ਹੈ ਵੀ ਇਹਦੇ ਬਾਰੇ ਬਾਲਿਆਂ ਨੂੰ ਦੱਸੀਦਾ ਨਹੀਂ ਹੁੰਦਾ, ਇਹ ਕਿਸੇ ਦੇ ਕੋਲ ਤੈਂ ਗੱਲ ਨਹੀਂ ਕਰਨੀ ਹੈ। ਰਾਖਹ ਗੋਪ ਮਹਾ ਫਲ ਪਾਵਹ। ਇਹ ਤਾਂ ਜਿੰਨਾ ਗੁਪਤ ਰੱਖੋਗੇ ਨਾ ਗੱਲ ਨੂੰ, ਉਪਾਅ ਤਾਂ ਮੈਂ ਦੱਸ ਦੇਣਾ ਬਾਦਸ਼ਾਹ, ਪਰ ਜਿੰਨਾ ਉਪਾਅ ਨੂੰ ਗੁਪਤ ਰੱਖੋਗੇ ਓਨਾ ਹੀ ਫਲ ਵੱਧ ਹੁੰਦਾ ਹੈ, ਓਨਾ ਹੀ ਸਫਲ ਹੁੰਦਾ ਹੈ ਜਪ ਤਪ ਕੀਤਾ। ਸੋਢ ਬੰਸ ਖੱਤਰੀ ਸਭ ਜਾਤੀ। ਹੁਣ ਉਪਾਅ ਸੁਣ ਬਾਦਸ਼ਾਹ, ਵੀ ਤੇਰੇ ਤੇ ਸਾਢ ਸਤੀ ਦਾ ਹੱਲ ਕਰਨ ਵਾਸਤੇ ਕੋਈ ਸੋਢੀ ਬੰਸ ਹੋਵੇ, ਕੁੱਲ ਹੋਵੇ, ਤੇ ਛਤਰੀ ਜਿਹੜੇ ਆ ਖੱਤਰੀ ਜਾਂ ਛਤਰੀ ਸੂਰਮਿਆਂ ਵਾਲੀ ਸ਼ੁਭ ਜਾਤੀ ਹੋਵੇ। ਹਰ ਗੋਬਿੰਦ ਨਾਮ ਬਖਿਆਤੀ। ਤੇ ਨਾਮ ਹਰ ਗੋਬਿੰਦ ਹੋਵੇ, ਤੇ ਬੜਾ ਪ੍ਰਤਾਪੀ ਹੋਵੇ, ਸਭ ਪਾਸੇ ਪ੍ਰਸਿੱਧ ਹੋਵੇ। ਕਰਹਿ ਇਸ਼ਨਾਨ ਤੀਨਹੂ ਕਾਲਾ। ਤੇ ਜੇ ਉਹ ਮਨੁੱਖ ਸਵੇਰੇ ਦੁਪਹਿਰ ਤੇ ਸ਼ਾਮ 3 ਸਮੇਂ ਇਸ਼ਨਾਨ ਕਰਕੇ ਦੁਰਗ ਗਵਾਲੀਅਰ ਥਾਨ ਨਿਰਾਲਾ। ਗਵਾਲੀਅਰ ਦੇ ਕਿਲਾ ਜਿੱਥੇ ਕੋਈ ਨਹੀਂ ਆਉਂਦਾ ਜਾਂਦਾ, ਉਸ ਗਵਾਲੀਅਰ ਦੇ ਕਿਲੇ ਦੇ ਅੰਦਰ ਇਕੱਲਾ ਬੈਠ ਕਰਕੇ ਗਹਿ ਕਰ ਮਾਲਾ ਬੈਠੈ ਬਰਨੀ। ਮਾਲਾ ਫੜ ਕੇ ਤੇ ਤੇਰੇ ਵਾਸਤੇ ਜਪ ਤਪ ਕਰੇ, 40 ਕੱਟੇ। ਠਾਨ ਮਾਉਣ ਕਰ ਐਸੀ ਕਰਨੀ। ਤੇ ਚੁੱਪ ਕਰਕੇ ਬੋਲੇ ਕੁਝ ਨਾ, ਤੇ 40 ਕੱਟੇ ਐਨ ਸ਼ਾਂਤੀ ਦੇ ਸਹਿਤ ਇਹੋ ਜੀ ਕਰਨੀ ਜੇ ਕਰ ਲਵੇ ਕੋਈ। ਤੁਮਰੇ ਹੇਤ ਮਨੋਰਥ ਧਾਰੈ। ਤੇ ਤੇਰੇ ਵਾਸਤੇ, ਤੇਰੀ ਸੁਖ ਸ਼ਾਂਤੀ ਵਾਸਤੇ ਮਨੋਰਥ ਧਾਰੇ, ਭਾਵ ਸਾਰਾ ਜਪ ਤਪ 40
ਤੇਰੀ ਸਰੀਰ ਦੀ ਸਲਾਮਤੀ ਵਾਸਤੇ ਸਾੜ ਸਤੀ ਦੇ ਬਚਾਅ ਤੋਂ ਕਰ ਲਵੇ। ਪਾਕ ਅੱਲਾਹ ਹਿਰਦੈ ਤੇ ਸੰਭਾਰੈ। ਹਿਰਦੇ ਵਿੱਚ ਅੱਲਾਹ ਤਾਲਾ ਪਰਮੇਸ਼ਰ ਦਾ ਧਿਆਨ ਧਰੇ, ਉਹਦੇ ਨਾਮ ਦੀ ਮਾਲਾ ਫੇਰੇ, ਸਵਾ ਮਹੀਨਾ ਚਲੀਸਾ ਕੱਟ। ਕਰਹਿ ਜਤਨ ਹੋਏ ਖੈਰ ਤੁਮਾਰੀ। ਜੇ ਕੋਈ ਇਸ ਤਰ੍ਹਾਂ ਕਰੇ ਨਾ, ਹਰਗੋਬਿੰਦ ਨਾ ਹੋਵੇ, ਸੋਢੀ ਹੋਵੇ, ਜੇ ਕੋਈ ਇਸ ਤਰ੍ਹਾਂ ਤੇਰੇ ਨਾਮ ਦਾ ਚਲੀਸਾ ਕੱਟ ਲਵੇ ਨਾ ਬਾਦਸ਼ਾਹ, ਤੇ ਫੇਰ ਤੇਰਾ ਬਚਾਅ ਹੋ ਸਕਦਾ ਹੈ। ਸਾਢ ਸਤੀ ਬਲ ਹੋਏ ਨਿਰਵਾਰੀ। ਫਿਰ ਸਾੜ ਸਤੀ ਦਾ ਜਿਹੜਾ ਬਾਲ ਹੈ ਉਹ ਨਾਸ਼ ਹੋ ਜਾਵੇਗਾ। ਫਿਰ ਕੋਈ ਫਿਕਰ ਨਹੀਂ, ਕੋਈ ਡਰ ਨਹੀਂ ਹੋਵੇਗਾ, ਕੋਈ ਨੁਕਸਾਨ ਨਹੀਂ। ਆਪਣੇ ਦੇਸ਼ ਅਸ਼ੇਸ਼ ਵਿਸ਼ੇਸ਼। ਇਸ ਲਈ ਹੁਣ ਇਹ ਤੁਸੀਂ ਵੇਖੋ ਵੀ ਇੱਥੇ ਭਾਰਤ ਦੇ ਵਿੱਚ ਕੋਈ ਹੈ ਵਿਸ਼ੇਸ਼ ਵਿਅਕਤੀ ਇਹੋ ਜਿਹਾ ਸਾਰੇ ਦੇਸ਼ ਵਿੱਚ। ਖੋਜਹ ਅਸ ਨਰ ਮਿਟਹਿ ਕਲੇਸ਼। ਬਾਦਸ਼ਾਹ ਛੇਤੀ ਤੋਂ ਛੇਤੀ, ਉਦੋਂ ਪਹਿਲਾਂ ਤੇਰੀ ਮੌਤ ਹੋ ਜਾਵੇ ਸਾੜ ਸਤੀ ਨਾਲ, ਤੂੰ ਛੇਤੀ ਤੋਂ ਛੇਤੀ ਕੋਈ ਇਹੋ ਜਿਹਾ ਮਨੁੱਖ ਲੱਭ ਜਿਹਦਾ ਨਾਮ ਹਰਗੋਬਿੰਦ ਤੇ ਸੋਢੀਆਂ ਦੀ ਕੁੱਲ ਹੋਵੇ, ਉਹ ਤੇਰੇ ਵਾਸਤੇ ਚਲੀਸਾ ਕੱਟੇ ਗਵਾਲੀਅਰ ਦੇ ਕਿਲੇ ਵਿੱਚ, ਤੇ ਤੇਰਾ ਦੁੱਖ ਨਾਸ਼ ਹੋ ਜਾਵੇ, ਕਲੇਸ਼ ਮਿਟ ਜਾਵੇ। ਸੁਣਤ ਸ਼ਾਹੋ ਚਿਤ ਚਿੰਤ ਪਰੂਵਾ। ਤੋ ਸੁਣ ਕੇ ਸਾਧ ਸੰਗ ਜੀ ਬਾਦਸ਼ਾਹ ਡਰਦਾ ਹੋਇਆ ਚਿੰਤਾ ਦੇ ਵਿੱਚ ਪਰੋਤਾ ਗਿਆ ਹੈ। ਕਹੇ ਨਜੂਮੀ ਕੀ ਡਰ ਹੋਵਾ। ਵੀ ਜਿਵੇਂ ਨਜੂਮੀ ਨੇ ਕਿਹਾ ਹੈ ਤੇ ਕਿਤੇ ਉਵੇਂ ਸਾੜ ਸਤੀ ਨਾਲ ਮੇਰੀ ਮੌਤ ਨਾ ਹੋ ਜਾਵੇ। ਇੱਕ ਚੰਦੂ ਦੋਏ ਤ੍ਰੈ ਉਮਰਾਊ। ਤੇ ਹੁਣ ਚੰਦੂ ਤੇ ਦੋ ਤਿੰਨ ਚੰਦੂ ਦੇ ਟੁੱਕੜ ਬੋਲ ਜਿਹੜੇ ਸੀ ਉਹ ਵੀ ਸਭਾ ਵਿੱਚ ਬੈਠੇ ਹੋਏ ਸਨ। ਉਤੇ ਸਮੀਪ ਬਿਲੋਕ ਸੁਭਾਊ। ਤੇ ਬਾਦਸ਼ਾਹ ਨੂੰ ਡਰਦੇ ਨੂੰ ਵੇਖ ਵੇਖ ਤੇ ਕੱਛਾਂ 'ਚ ਹੱਸਦੇ ਆ, ਕਿਉਂਕਿ ਕੀਤਾ ਤਾਂ ਸਾਰਾ ਕੁਝ ਇਹਨਾਂ ਦਾ। ਤੇ ਇਸ ਤਰ੍ਹਾਂ ਬਾਦਸ਼ਾਹ ਨੂੰ ਡਰਦਾ ਹੋਇਆ ਵੇਖ ਕੇ ਨਾ ਸਾੜ ਸਤੀ ਤੋਂ ਤੇ ਇਹ ਜੋਤਸ਼ੀ ਦੀਆਂ ਗੱਲਾਂ ਵਿੱਚ ਆਇਆ ਵੇਖ ਕੇ ਬੜੇ ਖੁਸ਼ ਹੋ ਰਹੇ ਹਨ। ਸਭਨ ਏਕ ਮਤ ਪੂਰਬ ਗਿਨਿਓ। ਤੇ ਇਹਨਾਂ ਨੇ ਪਹਿਲਾਂ ਹੀ ਸਾਰਾ ਖਿਚੜੀ ਪਕਾਈ ਹੋਈ ਸੀ ਤਿੰਨਾਂ ਚੌਂ ਜਣਿਆਂ ਜਿਹੜੇ ਬਾਦਸ਼ਾਹ ਦੇ ਕੋਲ ਬੈਠੇ ਹੋਏ ਐ। ਤਉ ਨ ਬਿਨ ਬੂਝੇ ਤਿਨ ਭਨਿਓ। ਤੇ ਇਨ ਪਰ ਇਹ ਬੋਲੇ ਕੁਝ ਨਹੀਂ, ਪਤਾ ਸੀ ਵੀ ਜੇ ਅਸੀਂ ਕੁਝ ਬੋਲੇ ਤੇ ਬਾਦਸ਼ਾਹ ਨੂੰ ਕਿਤੇ ਸ਼ੱਕ ਨਾ ਹੋ ਰਹੇ ਵੀ ਸਾਰੇ ਰਲੇ ਹੋਏ ਆ। ਇਹਨਾਂ ਨੇ ਪਹਿਲਾਂ ਹੀ ਖਿਚੜੀ ਪਕਾਈ ਸੀ ਵੀ ਪਤਾ ਤਾਂ ਆਪਾਂ ਨੂੰ, ਜੇ ਸਲਾਹ ਤਾਂ ਆਪਾਂ ਇਹੀ ਦੇਵਾਂਗੇ ਵੀ ਗੁਰੂ ਹਰਗੋਬਿੰਦ ਸਾਹਿਬ ਹੈਗੇ ਆ, ਉਹਨਾਂ ਦਾ ਨਾਂ ਲੈ ਦਿਆਂਗੇ, ਪਰ ਬੋਲਣਾ ਨਹੀਂ। ਜੇ ਪਹਿਲਾਂ ਬੋਲੇ ਤੇ ਇਹ ਬਾਦਸ਼ਾਹ ਨੂੰ ਅੱਗੇ ਹੀ ਸ਼ੱਕ ਹੈ। ਚੰਦੂ ਕਹਿੰਦਾ ਮੇਰੇ ਤੇ ਬੋਲਣਾ ਨਹੀਂ ਤੁਸੀਂ ਕਿਸੇ ਨੇ ਵੀ। ਜੇ ਬਾਦਸ਼ਾਹ ਪੁੱਛੂ ਤੇ ਫਿਰ ਆਪਾਂ ਗੁਰੂ ਹਰਗੋਬਿੰਦ ਸਾਹਿਬ ਦਾ ਨਾਮ ਲੈਣਾ। ਇਸ ਲਈ ਬਾਦਸ਼ਾਹ ਨੂੰ ਜਦੋਂ ਸਾਰੀ ਗੱਲ ਦਾ ਪਤਾ ਲੱਗਾ, ਇਹ ਚੁੱਪਚਾਪ ਕੋਲ ਬੈਠੇ ਰਹੇ ਤੇ ਢਿੱਡੋਂ ਹੱਸੀ ਜਾਂਦੇ ਆ, ਕੁਝ ਬੋਲੇ ਨਹੀਂ ਹਨ। ਕਿਤਕ ਕਾਲ ਸੋਚਤ ਰਹਿ ਸ਼ਾਹੂ। ਤੇ ਬਾਦਸ਼ਾਹ ਡਰਦਾ ਹੋਇਆ ਹੁਣ ਸੋਚਦਾ ਰਿਹਾ ਕਿੰਨਾ ਸਮਾਂ ਵੀ ਇਹੋ ਜਿਹਾ ਮਨੁੱਖ ਕਿੱਥੋਂ ਲੱਭੇਗਾ। ਬੋਲਿਓ ਬਾਹਰ ਬਿਲੋਕੇ ਪਾਹੂ। ਤੇ ਫਿਰ ਚੰਦੂ ਤੇ ਉਹਦੇ ਬੰਦਿਆਂ ਵੱਲ, ਉਮਰਾਵਾਂ ਵੱਲ ਵੇਖ ਕੇ ਬਾਦਸ਼ਾਹ ਬੋਲਿਆ ਹੈ, ਅਸ ਨਰ ਹੈ ਕਿ ਨਹੀਂ ਕਿਸ ਠਾਹਰ। ਵੀ ਚੰਦੂ ਤੂੰ ਤੁਰਦਾ ਫਿਰਦਾ ਰਹਿਣਾ ਵੀ ਭਲਾ ਇਹੋ ਜਿਹਾ ਮਨੁੱਖ ਜਿਹੜਾ ਨਜੂਮੀ ਨੇ ਦੱਸਿਆ ਕੋਈ ਹੈ ਭਾਰਤ ਵਰਸ਼ ਅੰਦਰ ਤੁਹਾਡੀ ਨਿਗਾਹ ਦੇ ਵਿੱਚ? ਨਤ ਖੋਜਹ ਪੁਰ ਕਰ ਬਹ ਆਹਰ। ਜੇ ਨਹੀਂ ਤੁਹਾਡੀ ਨਿਗਾਹ 'ਚ ਹੋਣ ਤੇ ਬੜਾ ਛੇਤੀ ਉਦਮ ਕਰੋ, ਮੇਰਾ ਨੁਕਸਾਨ ਹੋਣ ਤੋਂ ਪਹਿਲਾਂ ਪਹਿਲਾਂ ਕੋਈ ਮਨੁੱਖ ਖੋਜ ਲਓ ਇਹੋ ਜਿਹਾ। ਕਰਹਿ ਜੋ ਬਰਨੀ ਫੇਰੈ ਮਾਲਾ। ਜਿਹੜਾ ਮਾਲਾ ਫੇਰ ਕੇ ਮੇਰੇ ਵਾਸਤੇ ਚਲੀਸਾ ਕੱਟ ਲਵੇ। ਮੋਹੇ ਬਿਖਾਦ ਬਿਨਾਸ਼ ਬਿਸਾਲਾ। ਤੇ ਮੇਰਾ ਬੜਾ ਭਾਰੀ ਸਾੜ ਸਤੀ ਦਾ ਦੁੱਖ ਜਿਹੜਾ ਨਾਸ਼ ਹੋ ਜਾਵੇ। ਅਸ ਆਨਹ ਖੋਜਹ ਪੁਰ ਸਾਰੇ। ਸਾਰੇ ਨਗਰ ਖੋਜੇ ਜਾਣ ਛੇਤੀ ਤੋਂ ਛੇਤੀ, ਤੇ ਇਹੋ ਜਿਹਾ ਮਨੁੱਖ ਜਿੱਥੇ ਲੱਭਦਾ ਇਸ ਜਾਤ ਕੁਲ ਦਾ ਲੱਭ ਕੇ ਸਾਡੇ ਪਾਸ ਲਿਆਓ। ਤਿਸ ਕੋ ਦਇਹਾਂ ਦਰਬ ਉਦਾਰੇ। ਜਿਹੜਾ ਲੈ ਕੇ ਆਵੇਗਾ ਉਹਨੂੰ ਅਸੀਂ ਖੁੱਲੀ ਮਾਇਆ ਦੇਵਾਂਗੇ, ਤੇ ਜਿਹੜਾ ਆਪ ਆਏਗਾ ਸਾਡੇ ਵਾਸਤੇ ਚਲੀਸਾ ਕੱਟੇਗਾ ਉਹਨੂੰ ਮਾਇਆ ਦੇ ਨਾਲ ਤੋਲ ਦੇਵਾਂਗੇ। ਚੰਦੂ ਇੱਕ ਉਮਰਾਵ ਸੁਪਰੇਰਾ। ਹੁਣ ਚੰਦੂ ਆਪ ਤਾਂ ਨਾ ਬੋਲਿਆ ਤੇ ਇਹਨੇ ਇਸ਼ਾਰਾ ਕੀਤਾ ਆਪਦੇ ਇੱਕ ਉਮਰਾਵ ਨੂੰ, ਅਹਿਲ ਕਰ ਬੈਠੇ ਨੂੰ। ਸ਼ਾਹੋ ਸੰਗ ਬੋਲਿਓ ਤਿਸ ਬੇਰਾ। ਤੇ ਚੰਦੂ ਦਾ ਇਸ਼ਾਰਾ ਜਿਹਾ ਪਾ ਕੇ ਇੱਕ ਇੱਥੇ ਕਚਹਿਰੀ ਵਿੱਚ ਹੀ ਜਿਹੜਾ ਬੈਠਾ ਸੀ ਸਭਾ ਵਿੱਚ ਚੰਦੂ ਦਾ ਹੀ ਬੰਦਾ, ਉਹ ਬਾਦਸ਼ਾਹ ਨੂੰ ਕਹਿਣ ਲੱਗਿਆ ਹੈ, ਐਸੋ ਨਰ ਰਾਵਰ ਕੇ ਪਾਸ। ਵੀ ਬਾਦਸ਼ਾਹ ਵੀ ਕੁਛੜ ਕੁੜੀ ਸ਼ਹਿਰ ਢੰਡੋਰਾ ਤੁਸੀਂ ਪਾਸੇ ਜੂ ਲੱਭਦੇ ਹੋ, ਤੇ ਇਹੋ ਜਿਹਾ ਮਨੁੱਖ ਤਾਂ ਤੁਹਾਡੇ ਹੀ ਘਰ ਵਿੱਚ ਹੈ। ਸਗਰੇ ਪਤੇ ਮਿਲਤ ਹੈ ਤਾਸ। ਜਿਵੇਂ ਜੋਤਸ਼ੀ ਨੇ ਦੱਸਿਆ ਹੈ ਤੇ ਤਾਂ ਸਬਾਬੀ ਇਹੋ ਜਿਹਾ ਬਣਿਆ, ਤੁਹਾਡੇ ਘਰ ਵਿੱਚ ਉਹ ਸਾਰੇ ਹੀ ਪਤੇ ਮਿਲਦੇ ਆ, ਸੋਢੀ ਵੀ ਹੈ, ਸਾਰੀ ਜਾਤ ਪਾਤ ਜਿਵੇਂ ਰਲਦੀ ਹੈ। ਜੋ ਹਿੰਦੁਨ ਮਹਿ ਗੁਰੂ ਕਹਾਵੈ। ਬਾਦਸ਼ਾਹ ਕਹਿੰਦਾ ਇਹੋ ਜਿਹਾ ਕੌਣ ਹੈ? ਤੇ ਉਹ ਅਮਰਾਵ ਕਹਿੰਦਾ ਬਾਦਸ਼ਾਹ ਜੀ
ਜਿਹੜਾ ਹਿੰਦੁਸਤਾਨ ਵਿੱਚ ਆਪਦੇ ਆਪ ਨੂੰ ਮਹਾਨ ਗੁਰੂ ਕਹਾਉਂਦੇ ਹਨ, ਲੱਖਾਂ ਸਿੱਖ ਬਨ ਸੀਸ ਨਿਵਾਵੈ। ਜਿਨ੍ਹਾਂ ਨੂੰ ਹਿੰਦੂ ਵੀ ਗੁਰੂ ਕਰਕੇ ਪੂਜਦੇ ਤੇ ਲੱਖਾਂ ਸਿੱਖ ਜਿਨ੍ਹਾਂ ਨੂੰ ਸਿਰ ਨਵਾਉਂਦੇ ਹਨ, ਜਿਨ੍ਹਾਂ ਵਹਿਰ ਕੇ ਹਰ ਕੋ ਮਾਰਾ। ਜਿਨ੍ਹਾਂ ਨੇ ਤੁਹਾਡੇ ਨਾਲ ਪਿਛਲੇ ਦਿਨੀ ਸੁਣਿਆ ਬਾਹਰ ਸ਼ੇਰ ਦਾ ਸ਼ਿਕਾਰ ਕੀਤਾ ਸੀ, ਸੋ ਇਸ ਵਿਦ ਕੋ ਹਿਰਦੇ ਵਿਚਾਰਾ। ਉਹ ਸਾਰੀ ਇਸੇ ਵਿਧੀ ਵਾਲੇ ਐ। ਅਸੀਂ ਹਿਰਦੇ ਵਿੱਚ ਇਉਂ ਵਿਚਾਰ ਕੇ ਵੇਖਿਆ, ਤੁਸੀਂ ਵੀ ਜਰਾ ਸੋਚੋ ਵਿਚਾਰੋ ਜੀ। ਸੋਢੀ ਕੁਲ ਖੱਤਰੀ ਤਿਨ ਜਾਤ। ਵੀ ਜਿਵੇਂ ਨਜੂਮੀ ਕਹਿੰਦਾ ਉਸੇ ਤਰ੍ਹਾਂ ਉਹ ਸੋਢੀ ਵੀ ਆ। ਗੁਰੂ ਹਰਗੋਬਿੰਦ ਸਾਹਿਬ ਜੀ ਕੁੱਲ ਉਹਨਾਂ ਦੀ ਛਤਰੀ ਹੈ, ਹਰ ਗੋਬਿੰਦ ਨਾਮ ਬਖਿਆਤ। ਤੇ ਛਤਰੀਆਂ ਦੀ ਜਿਹੜੀ ਕੁੱਲ ਦੇ ਵਿੱਚ ਸੋਢੀ ਵੰਸ਼ ਵਿੱਚ ਹਰਗੋਬਿੰਦ ਸਾਹਿਬ ਪ੍ਰਗਟ ਪ੍ਰਤੱਖ ਪ੍ਰਸਿੱਧ ਜਿਨ੍ਹਾਂ ਦਾ ਨਾਮ ਹੈ। ਕਰਾਮਾਤ ਵੀ ਸੁਣੀ ਸੋ ਰਾਖੈ। ਤੇ ਸੁਣਿਆ ਵੀ ਉਹ ਬੜੀ ਕਰਾਮਾਤ ਵੀ ਰੱਖਦੇ ਐ, ਸ਼ਕਤੀਆਂ ਦੇ ਵੀ ਮਾਲਕ ਹਨ, ਰਿੱਧੀਆਂ ਸਿੱਧੀਆਂ ਪਾਸ ਹਨ। ਲੋਕ ਸਕਲ ਗੁਰ ਗੁਰ ਤਿਸ ਆਖ ਤੇ ਸਾਰੇ ਸੰਸਾਰ ਦੇ ਲੋਕ ਉਹਨਾਂ ਨੂੰ ਗੁਰੂ ਸਾਹਿਬ ਜੀ ਕਹਿ ਕੇ ਯਾਦ ਕਰਦੇ ਐ। ਦਰਬ ਪੰਚ ਸਹਿਰਾਵਰ ਘਰ ਤੇ ਤੇ। ਬਾਕੀ ਤੁਹਾਨੂੰ ਕਿਹੜਾ ਭੁੱਲ ਹੈ, ਬਾਦਸ਼ਾਹ 500 ਰੁਪਈਆ ਤੁਹਾਡੇ ਘਰ ਤੋਂ ਰੋਜ਼ ਹੀ ਪਹੁੰਚਤ ਨਿਤ ਆਨੰਦ ਸੋ ਵਰਤੇ। ਤੇ ਆਨੰਦ ਦੇ ਨਾਲ ਉਹ ਵਰਤਦੇ ਆ। ਤੁਹਾਡੇ ਖਜ਼ਾਨੇ ਚੋਂ 500 ਰੁਪਈਆ ਗੁਰੂ ਹਰਗੋਬਿੰਦ ਸਾਹਿਬ ਦੇ ਜਿਹੜੇ ਵਾ ਉਹ ਭੰਡਾਰੇ ਵਿੱਚ ਜਾਂਦਾ ਹੈ। ਕਹੈ ਸ਼ਾਹੋ ਸੋ ਤਾਉ ਗੁਰ ਪੀਰ। ਤੇ ਬਾਦਸ਼ਾਹ ਕਹਿੰਦਾ ਨਹੀਂ ਕੋਈ ਹੋਰ ਸਲਾਹ ਦਿਓ, ਉਹ ਤਾਂ ਗੁਰੂ ਪੀਰ ਹਨ, ਬੜੇ ਪੂਜਵੇ ਯੋਗ ਹਨ। ਮੁਰ ਔਰ ਸ਼ਰਧਾ ਪਿਖ ਭੇ ਤੀਰ। ਤੇ ਉਹ ਤਾਂ ਮੇਰੇ ਮਨ ਦੀ ਸ਼ਰਧਾ ਵੇਖ ਕੇ ਸੱਦੇ ਮੇਰੇ ਤੇ ਬੁਲਾਏ ਹੋਏ ਇੱਥੇ ਆਏ ਹਨ। ਕਿਵੇਂ ਇਹ ਬਾਤ ਕਹਿਨ ਬਨ ਆਵੈ। ਤੇ ਉਹਨਾਂ ਨੂੰ ਇੱਥੇ ਆਇਆਂ ਨੂੰ ਭਲਾ ਇਹ ਗੱਲ ਕਿਵੇਂ ਕਹਿਣੀ ਬਣਦੀ ਆ ਵੀ ਤੁਸੀਂ 40 ਦਿਨ ਕਿਲੇ ਵਿੱਚ ਰਹਿ ਕੇ ਚਲੀਸਾ ਕੱਟੋ। ਬਰਨੀ ਕਰਨੀ ਦੁਰਗ ਸਿਧਾਵੈ। ਵੀ ਕਿਵੇਂ ਮੈਂ ਕਵਾਂ ਗੁਰੂ ਹਰਗੋਬਿੰਦ ਸਾਹਿਬ ਨੂੰ, ਮਹਾਰਾਜ ਨੂੰ ਤਾਂ ਮੈਂ ਸ਼ਰਧਾ ਨਾਲ ਸੱਦਿਆ, ਤੇ ਕਿਵੇਂ ਕਹਿ ਦੇਵਾਂ ਵੀ ਆਪ ਜੀ ਚਲੀਸਾ ਕੱਟਣ ਵਾਸਤੇ, ਜਾਪ ਕਰਨ ਵਾਸਤੇ ਇੱਥੇ ਗਵਾਲੀਅਰ ਦੇ ਕਿਲੇ ਵਿੱਚ ਚਲੇ ਜਾਵੋ, ਵੀ ਮੈਂ ਤਾਂ ਆਪ ਕੋਲ ਸੱਦਿਆ ਬੁਲਾਇਆ ਹੈ। ਸ਼੍ਰੀ ਨਾਨਕ ਗਾਦੀ ਜੋ ਭਲੀ ਹੈ। ਬਾਕੀ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਤਖਤ ਤੇ ਬੈਠੇ ਹੋਏ ਭਾਈ ਉਹ ਗੁਰੂ ਹੈ, ਤੇ ਗੁਰੂ ਸਾਹਿਬ ਮਹਾਰਾਜ ਦਾ ਵੱਡਾ ਰੁਤਬਾ, ਬੜੀ ਚੰਗੀ ਭਲੀ ਗੱਦੀ ਹੈ। ਤਿਸ ਪਰ ਬੈਠਿਓ ਬਾਕ ਬਲੀ ਤੇ ਹੈ। ਬਚਨਾਂ ਦੇ ਬੜੇ ਬਲੀ ਹਨ, ਉਸ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਗੱਦੀ ਤੇ ਬੈਠੇ ਹੋਏ ਹਨ। ਸੁਣ ਬੋਲਿਓ ਤਬ ਚੰਦ ਕੁਪੱਤਾ। ਹੁਣ ਕੁਪੱਤਾ ਚੰਦੂ ਕਹਿੰਦੇ, ਖੋਟੀ ਮੱਤ ਵਾਲਾ ਕਵੀ ਜੀ ਕਹਿੰਦੇ ਚੰਦੂ ਇਹ ਪਾਪੀ ਫਿਰ ਬੋਲ ਪਿਆ ਹੈ। ਤੁਮ ਕੁਲ ਕੇ ਦੀਪਕ ਚਵਗੱਤਾ। ਚੰਦੂ ਕਹਿੰਦਾ ਹੇ ਬਾਦਸ਼ਾਹ ਤੁਸੀਂ ਚਵਗੱਤੇ ਕੁਲ ਦੇ ਦੀਪਕ ਵਰਗੇ ਹੋ। ਚਵਗੱਤਿਆਂ ਕਿਉਂਕਿ ਚੁਗੱਤਾ ਸੀਗਾ ਇਹ ਜਿਹੜਾ ਬਾਦਸ਼ਾਹ ਹੈ ਪਰਿਵਾਰ ਨਾ ਬਾਬਰ ਕੇ, ਇਹ ਚਵਗੱਤੇ ਹੋਏ ਆ। ਤੋ ਕਹਿੰਦੇ ਤੁਸੀਂ ਚੁਗੱਤੇ ਕੁਲ ਦੇ ਵਿੱਚੋਂ ਦੀਵੇ ਵਾਂਗੂ ਰੋਸ਼ਨ, ਸਾਰੀ ਕੁਲ ਦੀ ਹਸਤੀ ਸਰਮੋਰ ਹੋ। ਜਹਾਂ ਪਨਾ ਆਪ ਵੱਡ ਭਾਗੇ। ਤੇ ਸਾਰੇ ਜਹਾਨ ਨੂੰ ਆਸਰਾ ਦੇਣ ਵਾਲੇ, ਵੱਡੇ ਭਾਗਾਂ ਵਾਲੇ। ਸਭ ਜਗ ਕੇ ਦ੍ਰਿਸ਼ ਦ੍ਰਿਗ ਤੁਮ ਦਿਸ਼ ਲਾਗੇ। ਬਾਦਸ਼ਾਹ ਸਾਰੇ ਸੰਸਾਰ ਨੂੰ ਤੁਹਾਡਾ ਆਸਰਾ ਤੇ ਜਿਹੜੀ ਵੈ ਆਸ ਹੈ, ਤੇ ਸਾਰੇ ਸੰਸਾਰ ਦੇ ਨੇਤਰ ਜਿਹੜੇ ਆ ਇਨਸਾਫ ਵਾਸਤੇ ਤੁਹਾਡੇ ਵਾਲੇ ਪਾਸੇ ਲੱਗੇ ਰਹਿੰਦੇ ਹਨ। ਖੈਰ ਸ਼ਰੀਰ ਜੇ ਹੋਏ ਤੁਮਾਰੇ। ਤੇ ਐਡਾ ਵੱਡਾ ਮਹਾਨ ਬਾਦਸ਼ਾਹ ਸਦੀਆਂ ਬਾਅਦ ਪੈਦਾ ਹੁੰਦਾ ਹੈ। ਰੱਬ ਨਾ ਕਰੇ ਤੁਹਾਨੂੰ ਕੁਝ ਹੋ ਗਿਆ ਬਾਦਸ਼ਾਹ, ਜੇਕਰ ਤੁਹਾਡੇ ਸਰੀਰ ਦੀ ਖੈਰ ਸੁਖ ਰਹਿੰਦੀ ਹੈ ਤਾਉ ਗਿਣਤੀ ਅਸ ਕਹਾਂ ਵਿਚਾਰੇ। ਤੇ ਇਹੋ ਜਿਹੀ ਗਿਣਤੀ ਨਹੀਂ ਵਿਚਾਰਨੀ ਚਾਹੀਦੀ ਵੀ ਗੁਰੂ ਨਾਨਕ ਪਾਤਸ਼ਾਹ ਦੀ ਗੱਦੀ ਤੇ ਆ ਗੁਰੂ ਹਰਗੋਬਿੰਦ ਸਾਹਿਬ ਨੂੰ ਕੀ ਕਹੀਏ ਕੀ ਨਾ ਕਹੀਏ। ਤੁਹਾਨੂੰ ਆਪਦੀ ਜਾਨ ਬਚਾਉਣ ਬਾਰੇ ਸੋਚਣਾ ਚਾਹੀਦਾ ਹੈ। ਤੁਮ ਤੇ ਸ਼੍ਰੇਸ਼ਟ ਅਪਰ ਨ ਕੋਈ। ਕਿਉਂਕਿ ਸਾਡੇ ਵਾਸਤੇ ਤੁਹਾਥੋਂ ਵੱਡਾ ਕੋਈ ਨਹੀਂ, ਅਸੀਂ ਕਿਸੇ ਹੋਰ ਨੂੰ ਨਹੀਂ ਮੰਨਦੇ ਹਾਂ। ਸਾਡੇ ਵਾਸਤੇ ਸਭ ਕੁਝ ਤੁਸੀਂ ਹੋ। ਰਾਵਰ ਸ਼੍ਰੇਯ ਕਰਹਿ ਨਹਿ ਜੋਈ। ਤੇ ਜਿਹੜਾ ਤੁਹਾਡੀ ਕਲਿਆਣ ਜਾਂ ਤੁਹਾਡਾ ਸੁੱਖ ਨਹੀਂ ਚਾਹੁੰਦਾ, ਕੌਣ ਹੈ ਇੱਥੇ ਭਾਰਤ ਅੰਦਰ ਜਿਹੜਾ ਤੁਹਾਡਾ ਸੁੱਖ ਨਾ ਚਾਹੁੰਦਾ ਹੋਵੇ, ਐਡੇ ਪ੍ਰਤਾਪੀ ਰਾਜੇ ਦਾ। ਸ਼੍ਰੀ ਨਾਨਕ ਗਾਦੀ ਪਰ ਬੈਸਾ। ਬਾਕੀ ਜੇ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਨਾਨਕ ਪਾਤਸ਼ਾਹ ਦੀ ਗੱਦੀ ਤੇ ਬੈਠੇ ਹਨ, ਹਿਰਦੈ ਨ ਸੰਸਾ ਕੀਜਹ ਐਸਾ। ਤੇ ਤਾਂ ਵੀ ਤੁਹਾਨੂੰ ਇਹ ਸੰਸਾ ਨਹੀਂ ਕਰਨਾ ਚਾਹੀਦਾ ਵੀ ਗੁਰੂ ਨਾਨਕ ਪਾਤਸ਼ਾਹ ਦੀ ਗੱਦੀ ਤੇ ਬੈਠੇ ਐ, ਉਹਨਾਂ ਨੂੰ ਨਹੀਂ ਇਸ ਤਰ੍ਹਾਂ ਕਹਿਣਾ ਚਾਹੀਦਾ। ਸੋ ਬੇਦੀ ਕੁਲ ਮਹਿ ਤਨ ਪਾਇਓ। ਕਿਉਂਕਿ ਗੁਰੂ ਨਾਨਕ ਸਾਹਿਬ ਤਾਂ ਬੇਦੀਆਂ 'ਚ ਹੋਏ ਐ,
ਗੁਰੂ ਨਾਨਕ ਸਾਹਿਬ ਤਾਂ ਬੇਦੀ ਕੁਲ ਵਿੱਚ ਅਵਤਾਰ ਧਾਰਿਆ ਸੀ। ਇਹ ਸੋਢੀ ਖੱਤਰੀ ਕੁਲ ਜਾਇਓ। ਤੇ ਇਹ ਜਿਹੜੇ ਗੁਰੂ ਹਰਗੋਬਿੰਦ ਸਾਹਿਬ ਜੀ ਇਹ ਤਾਂ ਸੋਢੀਆਂ ਦੀ ਕੁਲ ਦੇ ਵਿੱਚੋਂ ਆ, ਖੱਤਰੀਆਂ ਵਿੱਚ ਪੈਦਾ ਹੋਏ। ਬਿਨਾ ਸੰਦੇਹ ਪਠਾਵਣ ਕਰੀਐ। ਇਸ ਲਈ ਅਸੀਂ ਤਾਂ ਤੁਹਾਨੂੰ ਇਹ ਸਲਾਹ ਦਿੰਨੇ ਆ, ਚੰਦੂ ਕਹਿੰਦਾ ਬਾਦਸ਼ਾਹ ਵੀ ਕੋਈ ਸੰਸਾ ਨਾ ਕਰੋ। ਗੁਰੂ ਹਰਗੋਬਿੰਦ ਸਾਹਿਬ ਨੂੰ ਕਹੋ ਵੀ ਤੁਸੀਂ ਜਾ ਕੇ ਚਲੀਸਾ ਕੱਟੋ, ਗਵਾਲੀਅਰ ਭੇਜ ਦਿਓ। ਅਪਰ ਨ ਗਿਣਤੀ ਕੋਏ ਵਿਚਰੀਐ। ਸਾਡੀ ਮਤ ਅਨੁਸਾਰ ਤੁਹਾਨੂੰ ਹੋਰ ਕਿਸੇ ਤਰ੍ਹਾਂ ਦੀ ਕੋਈ ਗਿਣਤੀ ਨਹੀਂ ਕਰਨੀ ਚਾਹੀਦੀ। ਜੇ ਰਾਵਰ ਤਨ ਕੀ ਸੁਖ ਹੋਏ। ਕਿਉਂਕਿ ਜੇ ਤੁਹਾਡੇ ਸਰੀਰ ਦੀ ਸੁਖ ਸ਼ਾਂਤੀ ਹੋਊਗੀ, ਤੁਸੀਂ ਜਿਉਂਦੇ ਰਹੋਗੇ, ਸਰੀਰ ਤੰਦਰੁਸਤ ਰਹੇਗਾ। ਪ੍ਰਾਨ ਦੇ ਹਮ ਦੇਰ ਨ ਕੋਏ। ਸਾਨੂੰ ਕੋਈ ਆਖੇ, ਚੰਦੂ ਕਹਿੰਦਾ ਅਸੀਂ ਤੁਹਾਡੇ ਵਾਸਤੇ ਬਾਦਸ਼ਾਹ ਜੀ ਜਾਨ ਦੇਣ ਨੂੰ ਤਿਆਰ ਹਾਂ, ਦੇਰ ਨਾ ਲਾਈਏ। ਤੁਮਰੋ ਕਸ਼ਟ ਜੇ ਬਾਂਟਿਓ ਜਾਏ। ਤੇ ਜੇ ਤੁਹਾਡਾ ਕਸ਼ਟ ਵੰਡਿਆ ਜਾਂਦਾ ਹੈ, ਨਾਸ਼ ਹੋ ਜਾਂਦਾ ਹੈ, ਹਮ ਸਹ ਲੇ ਹਿਰਦੈ ਹਰ ਖਾਏ। ਤੇ ਸਾਨੂੰ ਦੱਸੋ ਜੇ ਸਾਡੇ ਕੋਲ ਲਾਇਕ ਕੋਈ ਸੇਵਾ ਹੈ, ਜੇ ਸਾਡੀ ਸੇਵਾ ਬਣ ਆਉਂਦੀ ਹੈ ਤੇ ਅਸੀਂ ਤੁਹਾਡੀ ਖਾਤਰ ਦੁੱਖ ਸਹਿ ਲਈਏ, ਤੁਹਾਨੂੰ ਆਂਚ ਨਾ ਲੱਗੇ, ਦੁੱਖ ਨਾ ਵੇਖਣਾ ਪਵੇ। ਸਾਡਾ ਇੰਨਾ ਮੋਹ ਹੈ ਤੁਹਾਡੇ ਨਾਲ। ਜੇ ਇਮ ਸੁਨ ਹੈ ਹਰ ਗੋਬਿੰਦ। ਬਾਕੀ ਗੁਰੂ ਹਰਗੋਬਿੰਦ ਸਾਹਿਬ ਐਡੇ ਮਾੜੇ ਥੋੜਾ ਆ, ਚੰਦੂ ਕਹਿੰਦਾ ਕਿ ਜੇ ਇਹ ਗੱਲ ਗੁਰੂ ਹਰਗੋਬਿੰਦ ਸਾਹਿਬ ਜੀ ਸੁਣਨਗੇ, ਕਰਹਿ ਜਾਪ ਲਹਿ ਆਨੰਦ ਬਿਲੰਦ। ਉਹਨਾਂ ਨੂੰ ਇੱਕ ਵਾਰੀ ਕਹਿ ਕੇ ਤਾਂ ਵੇਖੋ ਬਾਦਸ਼ਾਹ, ਉਹ ਤੁਹਾਡਾ ਬੜਾ ਪ੍ਰੇਮ ਕਰਦੇ ਆ, ਤੁਹਾਡੀ ਖਾਤਰ ਜ਼ਰੂਰ ਚਲੀਸਾ ਕੱਟਣਗੇ, ਜਾਪ ਕਰਨਗੇ ਆਨੰਦ ਡਾਢੇ ਦੇ ਨਾਲ। ਨਹਿ ਸੰਕਹ ਤੁਮ ਆਪ ਉਚਾਰਹ। ਤੇ ਅਸੀਂ ਤਾਂ ਕਹਿੰਨੇ ਵੀ ਤੁਹਾਨੂੰ ਸ਼ੰਕਾ ਨਹੀਂ ਕਰਨਾ ਚਾਹੀਦਾ। ਜਾਓ ਇੱਕ ਵਾਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਕਹਿ ਕੇ ਵੇਖੋ, ਉਹ ਜ਼ਰੂਰ ਹਾਮੀ ਭਰ ਦੇਵਣਗੇ। ਦੇਹੋ ਸਨਮਾਨ ਸਮੀਪ ਤੇ ਬੜਾ ਸਤਿਕਾਰ ਜਿਹਾ ਕਰਕੇ ਸਤਿਗੁਰਾਂ ਨੂੰ ਆਪਦੇ ਪਾਸ ਜਿਹੜਾ ਤੁਸੀਂ ਬੁਲਾਉਣਾ ਕਰੋ। ਪੁਨ ਤੀਸਰ ਉਮਰਾਬ ਬਖਾਨੈ। ਇਹਨੇ ਨੂੰ ਸਾਧ ਸੰਗ ਜੀ ਚੰਦੂ ਦਾ ਟੁੱਕੜ ਬੋਚ ਜਿਹੜਾ ਤੀਜਾ ਕੋਲ ਬੈਠਾ ਸੀ, ਇਹ ਬੋਲਣ ਲੱਗਿਆ ਹੈ। ਵਿਦਿਆ ਮਹਾ ਨਜੂਮੀ ਜਾਣੈ। ਕਹਿੰਦਾ ਵੈਸੇ ਬਾਦਸ਼ਾਹ ਜੀ ਵੇਖੀਏ ਤੇ ਜਿਹੜਾ ਨਜੂਮੀ ਹੈ ਨਾ, ਤੁਹਾਡੇ ਘਰ ਦਾ ਜੋਤਸ਼ੀ ਹੈ, ਬੜੀ ਵਿਦਿਆ ਪੜਿਆ ਹੋਇਆ, ਬੜਾ ਵਿਦਵਾਨ ਹੈ, ਬੜੀ ਤੰਤਰ ਮੰਤਰ ਦੀ ਵਿਦਿਆ ਜਾਣਦਾ ਹੈ। ਜਾਪ ਜੋ ਕਰਹਿ ਨਾਮ ਤਿਸ ਜਾਤ। ਤੇ ਜਿਹੜਾ ਹੈ ਇਹ ਨਜੂਮੀ ਬੜਾ ਕਰਨੀ ਵਾਲਾ ਹੈ, ਤੇ ਇਸ ਦਾ ਨਾਮ ਤੇ ਜਾਤੀ ਜਿਹੜੀ ਨਜੂਮੀ ਨੇ ਦੱਸੀ ਹੈ। ਜਾਨੀ ਵਿੱਚ ਕਿਤਾਬ ਬਖਿਆਤ। ਉਹਨੇ ਕਿਹੜਾ ਕੋਲੋਂ ਦੱਸੀ ਹੈ, ਕਿਤਾਬ ਚੋਂ ਹੀ ਪੜ੍ਹ ਕੇ ਸਾਰਾ ਕੁਝ ਦੱਸਣਾ ਕੀਤਾ, ਮੰਤਰ ਤੰਤਰਾਂ ਜੋਤਿਸ਼ ਵਾਲੀ ਚੋਂ। ਖੋਜੇ ਬਿਨਾ ਨਿਕਟ ਸੋ ਪਾਇਓ। ਤੇ ਕਿੱਡੀ ਵੱਡੀ ਗੱਲ ਹੈ ਵੀ ਆਪਾਂ ਨੂੰ ਲੱਭਣਾ ਹੀ ਨਹੀਂ ਪਿਆ ਹਰਗੋਬਿੰਦ ਨਾਮ ਦਾ ਕੋਈ ਮਨੁੱਖ ਜਿਹੜਾ ਸੋਢੀ ਹੋਵੇ ਤੇ ਛਤਰੀ ਹੋਵੇ, ਆਪਾਂ ਨੂੰ ਲਾਗਿਓ ਹੀ ਇਹ ਸਭ ਕੁਝ ਮਿਲ ਗਿਆ ਹੈ। ਹੋਏ ਨਾ ਜਗ ਅਸ ਨਹੀਂ ਬਤਾਇਓ। ਤੇ ਵੈਸੇ ਸੰਸਾਰ ਤੇ ਹੋਣਾ ਨਹੀਂ ਹੋਰ, ਜਿਹੜਾ ਐਸਾ ਨਹੀਂ ਦੱਸਿਆ ਜੋ ਜਗਤ ਵਿੱਚ ਨਾ ਹੋਵੇ। ਭਾਵ ਵੀ ਉਹਨੇ ਹੋਰ ਨਹੀਂ ਕੁਝ ਦੱਸ ਦਿੱਤਾ, ਉਹਨੇ ਉਹੀ ਦੱਸਿਆ ਜਿਹੜਾ ਸੰਸਾਰ ਵਿੱਚ ਹੈ ਵੀ ਹੈ। ਇਸ ਕਰਕੇ ਆਪਾਂ ਨੂੰ ਉਪਾਅ ਕਰਨਾ ਚਾਹੀਦਾ ਹੈ। ਆਗੇ ਬਹੁਤ ਬਾਰ ਪਤੀਆਵਾ। ਤੇ ਉਸ ਤਰ੍ਹਾਂ ਬਾਦਸ਼ਾਹ ਅਸੀਂ ਅੱਗੇ ਵੀ ਬੜੀ ਵਾਰੀ ਇਹ ਪਰਖ ਕੀਤੀ ਤੁਹਾਡੇ ਨਜੂਮੀ ਦੀ। ਜਥਾ ਕਹੈ ਤਿਮ ਬਣਿਓ ਬਨਾਵਾ। ਜਿਵੇਂ ਨਜੂਮੀ ਕਹਿੰਦਾ ਹੁੰਦਾ ਨਾ, ਅੱਗੇ ਵੀ ਅਸੀਂ ਕਈ ਵਾਰੀ ਪਰਖਿਆ ਹੈ, ਹਮੇਸ਼ਾ ਉਸੇ ਤਰ੍ਹਾਂ ਹੀ ਹੁੰਦਾ। ਇਹਦੀ ਗੱਲ ਕਈ ਕਦੇ ਝੂਠ ਨਹੀਂ ਹੁੰਦੀ ਹੈ। ਕਹਿਓ ਨਜੂਮੀ ਅਜ ਹਮ ਇਹ ਕਾਮ। ਤੇ ਜਿਹੜਾ ਨਜੂਮੀ ਨੇ ਕਿਹਾ ਹੈ ਨਾ, ਜਿਹੜਾ ਕੰਮ ਕਰਨ ਵਾਸਤੇ, ਖੋਜਹਿ ਹਜਰਤ ਹਾਲ ਤਮਾਮ। ਇਹ ਹਜ਼ਰਤ ਅਸੀਂ ਹਰ ਹਾਲਾਤ ਵਿੱਚ ਖੋਜ ਲੈਂਦੇ, ਪਰ ਤੁਹਾਡੇ ਕੋਲ ਹੀ ਗੁਰੂ ਹਰਗੋਬਿੰਦ ਸਾਹਿਬ ਮਿਲ ਗਏ ਹਨ। ਦੇਖਤ ਬੁਰੋ ਆਏ ਬਤਲਾਉ। ਤੋ ਇਸ ਤਰ੍ਹਾਂ ਜਿਹੜਾ ਹੈ ਉਹ ਤੁਹਾਨੂੰ ਉਹਨੇ ਵੇਖਿਆ, ਜੋ ਖੋਜਿਆ ਹੈ ਨਜੂਮੀ ਨੇ, ਉਹ ਸਾਰਾ ਕੁਝ ਵੇਖ ਕੇ ਤੁਹਾਨੂੰ ਆ ਕੇ ਦੱਸ ਦਿੱਤਾ ਹੈ। ਕਹੇ ਜਤਨ ਸਭ ਖੇਦ ਮਿਟਾਉ। ਤੇ ਅਸੀਂ ਲੱਭਾਂਗੇ ਹੁਣ, ਜੇ ਪਾਸਿਓਂ ਮਿਲਦਾ ਹੋਇਆ ਤਾਂ ਨਾਲੇ ਵੀ ਕਹਿ ਦਿੱਤਾ ਵੀ ਸ਼ੱਕ ਨਾ ਹੋਵੇ। ਕੋਈ ਨਹੀਂ ਬਾਦਸ਼ਾਹ, ਅਸੀਂ ਲੱਭਣ ਜਾਂਦੇ ਹਾਂ, ਚਲੋ ਹਰਗੋਬਿੰਦ ਸਾਹਿਬ ਨੂੰ ਆਪ ਨਾ ਕਹੋ, ਜੇ ਲੱਭ ਗਿਆ ਤੇ ਅਸੀਂ ਜ਼ਰੂਰ ਤੁਹਾਨੂੰ ਆ ਕਰਕੇ ਦੱਸਾਂਗੇ ਤੇ ਲੈ ਕੇ ਆਵਾਂਗੇ ਕਿਸੇ ਹਰਗੋਬਿੰਦ ਸਾਹਿਬ ਨਾਮ ਦੇ ਮਨੁੱਖ ਨੂੰ, ਜਿਹੜਾ ਸੋਢੀਆਂ ਵਿੱਚੋਂ ਹੋਵੇ, ਤੇ ਤੁਹਾਡਾ ਦੁੱਖ ਦੂਰ ਹੋ ਜਾਵੇਗਾ। ਸਦਾ ਸ਼ਾਹੋ ਕੀ ਸ਼੍ਰੇਯ ਕਰਨ ਤੇ। ਕਿਉਂਕਿ ਅਸੀਂ ਤਾਂ ਸਦਾ ਤੁਹਾਡੀ ਸੁੱਖ ਖੈਰ ਸ਼ਾਂਤੀ ਚਾਹੁੰਦੇ ਹਾਂ। ਦਰਬ ਸਮੂਹ ਸਦੀਵ ਲਹੰਤੇ। ਤੁਹਾਡੇ ਘਰ ਦਾ ਅਸੀਂ ਦਾਣਾ ਪਾਣੀ ਖਾਂਦੇ ਹਾਂ, ਤੁਹਾਡਾ ਦਿੱਤਾ ਪਹਿਣ ਦੇ ਖਾਂਦੇ ਹਾਂ। ਹਰ ਗੋਬਿੰਦ ਕਰ ਹੈ ਚਾਲੀਸਾ। ਤੇ ਬਾਕੀ ਹਰਗੋਬਿੰਦ ਸਾਹਿਬ ਵੀ ਤੁਹਾਡੇ, ਹੁਣ ਤੁਸੀਂ 500 ਰੁਪਈਆ ਰੋਜ਼ ਭੇਜਦੇ ਹੋ,
ਤੇ ਗੁਰੂ ਹਰਗੋਬਿੰਦ ਸਾਹਿਬ ਵੀ ਅਸੀਂ ਜਾਣਦੇ ਹਾਂ ਵੀ ਬੜੇ ਸੁਭਾਅ ਦੇ ਨੇਕ ਹੈ, ਤੁਹਾਡੀ ਖਾਤਰ ਜ਼ਰੂਰ ਚਲੀਸਾ ਕੱਟਣਗੇ। ਸਿਮਰਹਿ ਨਾਮ ਅੱਲਹ ਜਗਦੀਸਾ। ਉਹ ਜਗਦੀਸ਼ ਪਰਮੇਸ਼ਰ ਅੱਲਾ ਦਾ ਨਾਮ 40 ਦਿਨ ਗਵਾਲੀਅਰ ਦੇ ਕਿਲੇ ਵਿੱਚ ਚਲੀਸੇ ਰੂਪ ਵਿੱਚ ਜਾਪ ਕਰਨਗੇ ਕਰਹਿ ਸ਼ਾਹੋ ਕੀ ਖੈਰ ਖੁਦਾਏ। ਤਾਂ ਕਿ ਬਾਦਸ਼ਾਹ ਤੁਹਾਡੀ ਖੈਰ ਖੁਦਾ ਅੱਲਾ ਤਾਲਾ ਕਰ ਦੇਵੇ। ਮਿਟਹਿ ਕਲੇਸ਼ ਅਨੇਕ ਬਲਾਏ। ਤੇ ਅਨੇਕਾਂ ਤਰ੍ਹਾਂ ਦੀਆਂ ਜਿਹੜੀਆਂ ਹੈ ਉਹ ਬਲਾਵਾਂ ਤੁਹਾਡੇ ਉੱਪਰ ਜਿਹੜੀਆਂ ਉਹ ਸਾਰੀਆਂ ਮਿਟ ਜਾਣ ਤੇ ਤੁਹਾਡਾ ਦੁੱਖ ਜਿਹੜਾ ਕਲੇਸ਼ ਹੈ ਉਹ ਦੂਰ ਹੋ ਜਾਵੇ। ਤੋ ਇਸ ਤਰ੍ਹਾਂ ਸਾਧ ਸੰਗਤ ਜੀ ਉਹ ਸਾਰੀ ਗੱਲਬਾਤ ਬਣਾਉਟ ਜਿਹੜੀ ਉਹ ਤਾਂ ਚੰਦੂ ਦੀ ਬਣਾਈ ਹੋਈ ਹੈ, ਤੇ ਰਾਜੇ ਦੇ ਉਦਾਲੇ ਉਦਾਲੇ ਬਾਦਸ਼ਾਹ ਦੇ ਸਾਰੇ ਚੰਦੂ ਦੇ ਫਿੱਟ ਕੀਤੇ ਹੋਏ ਬੰਦੇ ਹੈ। ਉਹਨੇ ਇਸ ਤਰੀਕੇ ਨਾਲ ਭਰਮਾ ਦਿੱਤਾ ਬਾਦਸ਼ਾਹ ਨੂੰ ਕਿ ਉਹ ਇਹਨਾਂ ਦੇ ਪਿੱਛੇ ਲੱਗ ਕੇ ਮੌਤ ਤੋਂ ਡਰਦਾ ਹੋਇਆ ਫਿਰ ਜਿਵੇਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਗਵਾਲੀਅਰ ਦੇ ਕਿਲੇ ਭੇਜਿਆ ਗਿਆ। ਉਹ ਗਵਾਲੀਅਰ ਵਿੱਚ ਰਹਿ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕੁਝ ਸਮਾਂ ਬਤੀਤ ਕੀਤਾ। ਤੋ ਵਿਧੀ ਸੀ ਮਹਾਰਾਜ ਸੱਚੇ ਪਾਤਸ਼ਾਹ ਆਪ ਹੀ ਕਰਨ ਕਰਾਉਣ ਵਾਲੇ। ਉੱਥੋਂ ਜਿਹੜੇ ਉਹ ਵਿਚਾਰੇ ਕਈ ਸਾਲਾਂ ਦੇ ਕੈਦ ਰਾਜੇ ਸੀ 52, ਮਹਾਰਾਜ ਨੇ ਉਹਨਾਂ ਦੀ ਬੰਦ ਖਲਾਸੀ ਕਰਾਉਣੀ ਸੀ, ਕਿਉਂਕਿ ਬੰਦੀ ਛੋੜ ਜਿਹੜਾ ਨਾਮ ਹੈ ਮਹਾਰਾਜ ਦਾ ਉਹ ਸੱਚੇ ਪਾਤਸ਼ਾਹ ਨੇ ਸਫਲ ਕਰ ਦਿੱਤਾ ਵੀ ਸਾਨੂੰ ਇਕੱਲਾ ਸਿੱਖ ਗੱਲਾਂ ਨਾਲ ਬੰਦੀ ਛੋੜ ਨਹੀਂ ਕਹਿੰਦੇ। ਪਹਿਲਾਂ ਮਹਾਰਾਜ ਨੇ ਸੱਚਾ ਪਾਤਸ਼ਾਹ ਨਾਮ ਉਹ ਸਫਲ ਕਰਕੇ ਵਿਖਾਇਆ ਵੀ ਸੱਚਾ ਪਾਤਸ਼ਾਹ ਜਿਹੜਾ ਦੋ ਜਹਾਨਾਂ ਦਾ ਮਾਲਕ ਹੋਵੇ ਉਹ ਕਹਾਉਣ ਦਾ ਹੱਕਦਾਰ ਹੈ। ਬਾਦਸ਼ਾਹ ਦਾ ਸ਼ੰਕਾ ਸੀ ਤੋ ਮਹਾਰਾਜ ਨੇ ਉਹ ਘਾਈ ਦੀ ਤੇ ਉਹ ਬੀਬੀ ਦੀ ਲਾਜ ਰੱਖੀ। ਅਰਦਾਸ ਸੁਣ ਕੇ ਸਾਰੀ ਕਲਾ ਵਰਤਾ ਕੇ ਵਿਖਾ ਦਿੱਤਾ। ਹੁਣ ਬੰਦੀ ਛੋੜ ਮਹਾਰਾਜ ਕਿਉਂ ਕਹੇ ਜਾਂਦੇ ਆ, ਉਹ ਮਹਾਰਾਜ ਵੀ ਸਾਰੀ ਕਲਾ ਵਰਤਾ ਕੇ ਵਿਖਾਉਣਗੇ ਉਹ ਬਹਾਨੇ ਦੇ ਨਾਲ। ਤੋ ਸਾਰਾ ਬਣਾਓ ਜਿਵੇਂ ਬਣ ਰਿਹਾ। ਚੰਦੂ ਆਪਣਾ ਜ਼ੋਰ ਲਾ ਰਿਹਾ ਹੈ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਕਤਲ ਕਰਨ ਦੇ ਵਿੱਚ। ਉਹ ਅੱਗੇ ਜਿਵੇਂ ਜਿਵੇਂ ਇਹਦੇ ਪੜਦੇ ਉਗੜਦੇ ਜਾਂਦੇ ਆ ਬਾਦਸ਼ਾਹ ਨੂੰ ਸਭ ਗਿਆਨ ਹੁੰਦਾ ਜਾਂਦਾ ਹੈ। ਉਹ ਪ੍ਰਸੰਗ ਜਿਵੇਂ ਜਿਵੇਂ ਆਉਣਗੇ ਅੱਗੇ ਆਪਾਂ ਰਲ ਮਿਲ ਕਰਕੇ ਸੁਣ ਵਿਚਾਰ ਕੇ ਆਪਣਾ ਜਨਮ ਸਫਲਾ ਕਰੀਏ, ਲਾਹਾ ਲਈਏ ਜੀ। ਹੋਈਆਂ ਭੁੱਲਾਂ ਦੀ ਖਿਮਾ ਜੀ। ਇੱਥੇ ਸਮਾਪਤੀ ਹੈ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਹਰ ਗੋਬਿੰਦ ਕਰ ਹੈ ਚਾਲੀਸਾ, ਸਿਮਰਹਿ ਨਾਮ ਅੱਲਹ ਜਗਦੀਸਾ। ਕਰਹਿ ਸ਼ਾਹੋ ਕੀ ਖੈਰ ਖੁਦਾਏ, ਮਿਟਹਿ ਕਲੇਸ਼ ਅਨੇਕ ਬਲਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।